Hello, dear aspirants. I welcome you all in this beautiful platform of Burma Academy. So, as you all know, ਆਪਣੇ ਇਸ ਪਲੇਟਫਾਰਮ ਦੇ ਉੱਤੇ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਲਈ ਜਿਹੜੇ ਸੈਸ਼ਨ ਨੇ ਉਹ ਕੰਡਕਟ ਕਰਵਾਏ ਜਾ ਰਹੇ ਹਨ ਸੋ ਦੈਟ ਤੁਸੀਂ ਜੇ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਉਹਦੀ ਫ੍ਰੀ ਆਫ ਕਾਸਟ ਤੁਸੀਂ ਵਧੀਆ ਤਰੀਕੇ ਨਾਲ ਪ੍ਰੈਪਰੇਸ਼ਨ ਹੈ ਜਿਹੜੀ ਉਹ ਕਰ ਸਕੋ ਤੇ ਤੁਹਾਨੂੰ ਜੋ ਵੀ ਮਟੀਰੀਅਲ ਪ੍ਰੋਵਾਈਡ ਕਰਵਾਇਆ ਜਾਂਦਾ ਜੋ ਵੀ ਸਟੂਡੈਂਟ ਕਹਿ ਲਓ ਪਿੱਛੇ ਕਾਫੀ ਲੰਬੇ ਸਮੇਂ ਤੋਂ ਤੁਹਾਡੀ ਕਲਾਸਾਂ ਚੱਲ ਰਹੀਆਂ ਨੇ ਉਹਨਾਂ ਨੂੰ ਜੁਆਇਨ ਕਰ ਰਹੇ ਉਹਨਾਂ ਨੂੰ ਪਤਾ ਹੈ ਕਿ ਆਪਣਾ ਜਿਹੜਾ ਮਟੀਰੀਅਲ ਹੁੰਦਾ ਤੁਹਾਨੂੰ ਸਿਰਫ ਕਹਿ ਲਓ ਤੁਹਾਡੇ ਪੁਆਇੰਟ ਆਫ ਐਗਜ਼ਾਮ ਪੁਆਇੰਟ ਆਫ व्यू ਤੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਤੇ ਜਿੰਨੇ ਵੀ ਕੁਐਸਚਨਸ ਦਾ ਟੌਪਿਕ ਤੁਹਾਨੂੰ ਕਰਵਾਏ ਜਾਂਦੇ ਆ ਮੋਸਟ ਰਿਪੀਟਡ ਜਿਹੜੇ ਤੁਹਾਡੇ ਕੋਲੇ ਪੇਪਰ ਦੇ ਵਿੱਚ ਕੁਐਸਚਨ ਹੁੰਦੇ ਆ ਉਹਨਾਂ ਨਾਲ ਰਿਲੇਟ ਵੀ ਹੁੰਦੇ ਆ ਸੋ ਤੁਹਾਨੂੰ ਜਿੰਨਾ ਵੀ ਕੰਟੈਂਟ ਤੁਹਾਨੂੰ ਦਿੱਤਾ ਜਾ ਰਿਹਾ ਕਿਸੇ ਵੀ ਤੁਸੀਂ ਪੇਡ ਬੈਚ ਨਾਲ ਕੰਪੇਅਰ ਕਰਕੇ ਦੇਖ ਸਕਦੇ ਹੋ ਤੁਹਾਨੂੰ ਸਿਰਫ A1 ਲੈਵਲ ਦਾ ਜਿਹੜਾ ਆਪਾਂ ਕਹਿ ਸਕਦੇ ਕੰਟੈਂਟ ਆ ਉਹ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਸੋ ਟਰਾਈ ਕਰਿਆ ਕਰੋ ਫ੍ਰੀ ਆਫ ਕਾਸਟ ਤੁਹਾਨੂੰ ਮਟੀਰੀਅਲ ਮਿਲ ਰਿਹਾ ਤਾਂ ਇਹਦਾ ਵੱਧ ਤੋਂ ਵੱਧ ਬੈਨੀਫਿਟ ਹੈ ਜਿਹੜਾ ਤੁਸੀਂ ਲੈ ਸਕੋ ਹਾਂਜੀ ਤਾਂ ਆਪਾਂ ਜਿਹੜਾ ਹੈਗਾ ਕਿ ਇੰਗਲਿਸ਼ ਗ੍ਰਾਮਰ ਦੇ ਟੌਪਿਕ ਦੇ ਵਿੱਚ ਸੀ ਜਿਹਦੇ ਵਿੱਚ ਆਪਾਂ ਲਾਸਟ ਜਿਹੜਾ ਆਪਣਾ ਕੰਜੰਕਸ਼ਨ ਦਾ ਟੌਪਿਕ ਸੀ ਜੋ ਕੰਪਲੀਟ ਕੀਤਾ ਸੀ ਅੱਜ ਦੀ ਜਿਹੜੀ ਤੁਹਾਡੀ ਕਲਾਸ ਹੋਏਗੀ ਆਪਾਂ ਸਟਾਰਟ ਕਰਾਂਗੇ ਜੀ ਆਪਣਾ ਇੱਕ ਹੋਰ ਟੌਪਿਕ ਹੈ ਬੇਸਿਕਲੀ ਦੇਖਿਆ ਜਾਵੇ ਤਾਂ ਇਹ ਆਪਾਂ ਪਾਰਟਸ ਆਫ ਸਪੀਚ ਦੇ ਵਿੱਚ ਨਹੀਂ ਦੇਖਿਆ ਤੁਹਾਨੂੰ ਦੱਸਿਆ ਸੀ ਪਾਰਟਸ ਆਫ ਸਪੀਚ ਹੁੰਦੀਆਂ ਤੁਹਾਡੀਆਂ ਜਿਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਟਾਈਪ ਆਪਾਂ ਜਿਹੜੀਆਂ ਕਰਵਾਈਆਂ ਸੀ ਪਾਰਟਸ ਆਫ ਸਪੀਚ ਜਦੋਂ ਆਪਾਂ ਦੱਸਿਆ ਸੀ ਤੁਹਾਨੂੰ ਫਰਸਟ ਕਲਾਸ ਹੀ ਆਪਣੀ ਪਾਰਟਸ ਆਫ ਸਪੀਚ ਤੋਂ ਆਪਾਂ ਜਿਹੜੀ ਕਲਾਸ ਸੀ ਉਹ ਸਟਾਰਟ ਕੀਤੀ ਸੀ ਇੰਗਲਿਸ਼ ਗ੍ਰਾਮਰ ਦੀ ਉਹਦੇ ਤੁਹਾਨੂੰ ਦੱਸਿਆ ਸੀ ਕਿ ਪਾਰਟਸ ਆਫ ਸਪੀਚ ਦੇ ਵਿੱਚ ਤੁਹਾਡੇ ਕੋਲੇ ਕਿਹੜੇ-ਕਿਹੜੇ ਆ ਜਾਂਦੇ ਆ ਵਰਡ ਆਪਣੇ ਕੋਲੇ ਨਾਉਨ ਹੈ ਜਿਹੜਾ ਆਪਾਂ ਪਾਰਟਸ ਆਫ ਸਪੀਚ ਦੇ ਵਿੱਚ ਪੜ੍ਹਦੇ ਆ ਪ੍ਰਨਾਉਨ ਹੋ ਜਾਂਦਾ ਤੁਹਾਡਾ ਐਡਜੈਕਟਿਵਸ ਐਡਵਰਬਸ ਇਸ ਤੋਂ ਇਲਾਵਾ ਆਰਟੀਕਲਸ ਤੁਸੀਂ ਕਹਿ ਸਕਦੇ ਹੋ ਆਰਟੀਕਲਸ ਡਿਟਰਮੀਨਰਸ ਦਾ ਹੀ ਪਾਰਟ ਨੇ ਡਿਟਰਮੀਨਰ ਦੇ ਅੰਡਰ ਹੀ ਹੈ ਜਿਹੜੇ ਆਪਣੇ ਆਰਟੀਕਲਸ ਆਪਾਂ ਸਟੱਡੀ ਕਰਦੇ ਹਾਂ ਦੈਨ ਪ੍ਰੈਪੋਜੀਸ਼ਨਸ conjunctions verb and interjections ਇਹ ਸੀ ਜਿਹੜੇ ਤੁਹਾਨੂੰ ਪਾਰਟਸ ਆਫ ਸਪੀਚ ਦੇ ਵਿੱਚ ਕੁਝ ਕੁ ਪਾਰਟਸ ਸੀ ਅਸੀਂ ਨੋਟ ਕਰਵਾਏ ਸੀ ਨਾउन ਪ੍ਰਨਾउन ਐਡਜੈਕਟਿਵ ਐਡਵਰਬ ਆਰਟੀਕਲ ਪ੍ਰੈਪੋਜੀਸ਼ਨ ਕੰਜੰਕਸ਼ਨ ਵਰਬ ਔਰ ਇੰਟਰਜੈਕਸ਼ਨ ਤੇ ਅੱਜ ਦੀ ਜਿਹੜੀ ਤੁਹਾਡੀ ਕਲਾਸ ਹੋਏਗੀ ਜੀ ਆਪਾਂ ਜਿਹੜਾ ਹੈਗਾ ਪਾਰਟਸ ਆਫ ਸਪੀਚ ਤੋਂ ਇਲਾਵਾ ਇੱਕ ਜਿਹੜਾ ਤੁਹਾਡੇ ਕੋਲ ਟੌਪਿਕ ਆ ਜਾਂਦਾ ਹੈ ਵੌਇਸ ਦਾ ਦੂਸਰਾ ਜਿਹੜਾ ਤੁਹਾਡਾ ਟੌਪਿਕ ਹੁੰਦਾ ਹੈ ਨਰੇਸ਼ਨ ਤਾਂ ਹੁਣ ਜਿਹੜੇ ਆਪਾਂ ਟੌਪਿਕ ਕਰਾਂਗੇ ਉਹ ਆਪਣੀ ਹੁੰਦੀ ਹੈ ਵੌਇਸ ਤੇ ਨਰੇਸ਼ਨ ਅੱਜ ਦੀ ਜਿਹੜੀ ਕਲਾਸ ਹੋਏਗੀ ਤੁਹਾਡੀ ਵੌਇਸ ਦੇ ਉੱਤੇ ਹੋਏਗੀ ਸੋ ਆਪਾਂ ਜਿਹੜੀ ਹੈਗੀ ਕਿ ਫਰਸਟ ਕਲਾਸ ਕਰ ਰਹੇ ਹਾਂ ਵੌਇਸ ਦੀ ਤਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਵੌਇਸ ਹੈ ਤੁਹਾਨੂੰ ਪਹਿਲੇ ਹੀ ਦੱਸ ਦਿੱਤਾ ਇਹ ਪਾਰਟਸ ਆਫ ਸਪੀਚ ਦੇ ਵਿੱਚ ਨਹੀਂ ਆਉਂਦਾ ਹੁਣ ਵੌਇਸ ਹੁੰਦੀ ਕੀ ਹੈ ਇਹਦੇ ਕੀ ਰੂਲਸ ਹੈ ਜਿਹੜੇ ਤੁਸੀਂ ਧਿਆਨ ਦੇ ਵਿੱਚ ਰੱਖਣੇ ਆ ਜਿਨ੍ਹਾਂ ਨਾਲ ਰਿਲੇਟਡ ਤੁਹਾਡੇ ਕਹਿ ਲਓ ਕੁਐਸਚਨ ਬਣ ਸਕਦੇ ਆ ਤੇ ਤੁਹਾਨੂੰ ਜਿਹੜਾ ਉਹਨਾਂ ਦੀ ਪ੍ਰੈਕਟਿਸ ਕਰਨ ਦੀ ਲੋੜ ਹੈ ਉਹ ਸਾਰਾ ਕੁਝ ਹੈ ਜਿਹੜਾ ਆਪਾਂ 1 ਬਾਏ 1 ਕਲਾਸਿਸ ਦੇ ਵਿੱਚ ਡਿਸਕਸ ਕਰਾਂਗੇ ਅੱਜ ਤੁਹਾਡੀ ਵੌਇਸ ਦੀ ਫਰਸਟ ਕਲਾਸ ਹੈ ਸੋ ਵੈਰੀ ਫਰਸਟ ਕਲਾਸ ਦੇ ਵਿੱਚ ਆਪਣੀ ਸਿਰਫ ਇੰਟਰੋਡਕਸ਼ਨ ਹੁੰਦੀ ਹੈ ਦੈਨ ਆਪਾਂ ਰੂਲਸ ਹੈ ਜਿਹੜੇ ਉਹ ਦੇਖਦੇ ਹੁੰਦੇ ਆ ਸੋ ਸੇਮ ਹੀ ਜਿਹੜਾ ਤੁਹਾਡਾ ਪ੍ਰੋਸੈਸ ਚੱਲੇਗਾ ਬੇਸਿਕ ਟੂ ਐਡਵਾਂਸ ਲੈਵਲ ਤੁਹਾਨੂੰ ਇੰਨੇ ਚੰਗੇ ਤਰੀਕੇ ਨਾਲ ਵੌਇਸ ਦਾ ਟੌਪਿਕ ਆਪਾਂ ਕਰਵਾ ਦਾਂਗੇ ਕਿ ਤੁਹਾਨੂੰ ਇਸ ਤੋਂ ਇਲਾਵਾ ਜਿਹੜਾ ਹੈ ਕੋਈ ਵੀ ਡਾਊਟ ਹੈ ਤੁਹਾਡੇ ਮਾਈਂਡ ਦੇ ਵਿੱਚ ਨਹੀਂ ਰਹੇਗਾ ਸੋ ਅੱਜ ਦੀ ਜਿਹੜੀ ਕਲਾਸ ਹੋਏਗੀ ਜੀ ਫਰਸਟ ਕਲਾਸ ਹੈ ਵੌਇਸ ਦੀ ਸੋ ਜੋ ਵੀ ਸਟੂਡੈਂਟ ਸਭ ਤੋਂ ਪਹਿਲਾਂ ਤਾਂ ਚੈਨਲ ਤੇ ਨਿਊ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੈਕਿੰਡ ਆਪਣਾ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਜਿਹੜਾ ਕਲਾਸ ਦਾ ਨੋਟੀਫਿਕੇਸ਼ਨ ਜੋ ਵੀ ਅਪਲੋਡ ਹੁੰਦੀ ਹੈ ਉਹ ਮਿਲ ਜੇ ਤੇ ਆਪਣਾ ਜਿਹੜਾ ਟੈਲੀਗ੍ਰਾਮ ਗਰੁੱਪ ਹੈ ਜਿਹਦਾ ਲਿੰਕ ਤੁਹਾਨੂੰ ਕਲਾਸ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਉੱਥੇ ਤੁਸੀਂ ਉਹਨੂੰ ਜੁਆਇਨ ਕਰ ਲੈਣਾ ਹਰ ਇੱਕ ਇੰਪੋਰਟੈਂਟ ਨੋਟੀਫਿਕੇਸ਼ਨ ਤੁਹਾਨੂੰ ਟੈਲੀਗ੍ਰਾਮ ਗਰੁੱਪ ਤੇ ਸ਼ੇਅਰ ਕੀਤੀ ਜਾਏਗੀ ਇਸ ਤੋਂ ਇਲਾਵਾ YouTube ਤੇ ਹੋਣ ਵਾਲੇ ਹਰ ਇੱਕ ਸੈਸ਼ਨ ਦੇ ਕਲਾਸ ਨੋਟਸ PPT ਫਾਰਮੈਟ ਦੇ ਵਿੱਚ ਜਿਹੜੇ ਤੁਹਾਨੂੰ ਮਿਲ ਜਾਂਦੇ ਆ ਉਹ ਵੀ ਤੁਹਾਡੇ ਟੈਲੀਗ੍ਰਾਮ ਗਰੁੱਪ ਤੇ ਹੀ ਤੁਹਾਨੂੰ ਪ੍ਰੋਵਾਈਡ ਕਰਾਏ ਜਾਂਦੇ ਆ ਤੇ ਲਾਸਟ ਮੋਸਟ ਇੰਪੋਰਟੈਂਟ ਥਿੰਗ ਹੈ ਜੀ ਆਪਣੀ ਪ੍ਰੈਕਟਿਸ ਤਾਂ ਹੁਣ ਤੁਹਾਡੀ ਪ੍ਰੈਕਟਿਸ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਤੁਹਾਡੇ ਲਈ ਜਿਹੜੇ ਪੋਸਟ ਤੇ ਕੁਇਜ਼ ਨੇ ਉਹ ਤਿਆਰ ਕੀਤੇ ਜਾਂਦੇ ਆ ਜੋ ਕਿ ਤੁਹਾਨੂੰ ਟੈਲੀਗ੍ਰਾਮ ਗਰੁੱਪ ਤੇ ਸ਼ੇਅਰ ਕੀਤੇ ਜਾਂਦੇ ਆ ਸੋ ਤੁਸੀਂ ਇਹਨਾਂ ਦੇ ਵਿੱਚ ਵੀ ਪਾਰਟਿਸਿਪੇਟ ਕਰ ਸਕਦੇ ਹੋ ਤੇ ਆਪਣੀ ਤਿਆਰੀ ਹੈ ਜਿਹੜੀ ਉਹ ਵਧੀਆ ਕਰ ਸਕਦੇ ਹਾਂਜੀ ਤਾਂ ਹੁਣ ਆਪਾਂ ਸਟਾਰਟ ਕਰਾਂਗੇ ਆਪਣੀ ਵੌਇਸ ਦੀ ਕਲਾਸ ਫਰਸਟ ਕਲਾਸ ਹੈ ਜਿਵੇਂ ਤੁਹਾਨੂੰ ਪਹਿਲੇ ਹੀ ਦੱਸ ਦਿੱਤਾ ਗਿਆ ਸਭ ਤੋਂ ਪਹਿਲਾਂ ਤਾਂ ਦੇਖਾਂਗੇ ਵੌਇਸ ਹੁੰਦੀ ਕੀ ਹੈ ਦੈਨ ਆਪਾਂ ਜਿਹੜੀਆਂ ਟਾਈਪਸ ਦੇਖਾਂਗੇ ਇਸ ਤੋਂ ਬਾਅਦ ਹੈ ਜਿਹੜਾ ਆਪਾਂ 1 ਬਾਏ 1 ਇਹਦੇ ਰੂਲਸ ਹੈ ਜਿਹੜੇ ਉਹ ਡਿਸਕਸ ਕਰਾਂਗੇ ਸੋ ਫਰਸਟ ਜਿਹੜਾ ਤੁਹਾਨੂੰ ਸਲਾਈਡ ਸ਼ੋ ਹੋ ਰਹੀ ਹੈ ਜਿਹਦੇ ਵਿੱਚ ਤੁਹਾਨੂੰ ਦੇਖਿਆ ਹੈ ਜੀ ਵੌਇਸ ਦੀ ਡੈਫੀਨੇਸ਼ਨ ਹੈ ਜਿਹੜੀ ਤੁਹਾਨੂੰ ਦਿੱਤੀ ਹੋਈ ਹੈ so definition voice ਹੁੰਦਾ ਕੀ ਹੈ so it is a verb form which shows whether something is done by the subject or to the subject ਕਹਿੰਦੇ voice ਕੀ ਹੈ ਇੱਕ verb ਦੀ ਹੀ form ਹੈ verb ਦੀ ਇੱਕ form ਹੈ ਜਿਹਤੋਂ ਆਪਾਂ ਨੂੰ ਕੀ ਪਤਾ ਲੱਗਦਾ ਹੈ ਕਿ ਕੋਈ ਚੀਜ਼ ਜੋ ਕਿ ਕੀਤੀ ਜਾ ਰਹੀ ਹੈ ਸਬਜੈਕਟ ਦੁਆਰਾ ਜਾਂ ਫਿਰ ਕੋਈ ਚੀਜ਼ ਜੋ ਕਿ ਸਬਜੈਕਟ ਦੇ ਨਾਲ ਹੋ ਰਹੀ ਹੈ ਸਬਜੈਕਟ ਕੀ ਕਰ ਰਿਹਾ ਹੈ ਜਾਂ ਸਬਜੈਕਟ ਦਾ ਨਾਲ ਹੈ ਜਿਹੜਾ ਕੀ ਹੋ ਰਿਹਾ ਹੈ ਇਹ ਵਾਲੀ ਚੀਜ਼ ਹੈ ਜਿਹੜੀ ਆਪਾਂ ਨੂੰ ਪਤਾ ਲੱਗਦੀ ਹੈ ਜੀ ਇਹ ਹੁੰਦਾ ਹੈ voice ਦਾ ਟੌਪਿਕ ਸੋ voice ਦੀ ਡੈਫੀਨੇਸ਼ਨ ਆਈ ਹੋਪ ਤੁਹਾਨੂੰ ਕਲੀਅਰ ਹੋ ਗਈ ਹੋਏਗੀ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਹਨਾ ਵੀ ਉਸਨੇ ਖਤ ਲਿਖਿਆ ਜਾਂ ਖਤ ਉਸ ਦੁਆਰਾ ਲਿਖਿਆ ਗਿਆ ਤਾਂ ਇਹ ਵਾਲੀਆਂ ਦੋ ਚੀਜ਼ਾਂ ਜਿਵੇਂ ਹੋ ਗਈਆਂ ਕਰਤਾ ਕਰਮ ਜਿਹਨੂੰ ਆਪਾਂ ਕਹਿੰਦੇ ਕਿਸੇ ਚ ਕਰਤਾ ਪ੍ਰਧਾਨ ਹੈ ਕਿਸੇ ਚ ਕਰਮ ਪ੍ਰਧਾਨ ਹੈ ਸੋ ਇਹਨਾਂ ਨੂੰ ਹੀ ਆਪਾਂ
ਬॉयਜ਼ ਦੇ ਟੌਪਿਕ ਦੇ ਅੰਡਰ ਹੈ ਜਿਹੜਾ ਇੱਥੇ ਸਟੱਡੀ ਕਰਾਂਗੇ। ਡੈਫੀਨੇਸ਼ਨ ਹੈ ਜੀ ਤੁਹਾਡੀ, ਇਟ ਇਜ਼ ਅ verb form which shows whether something is done by the subject, ਕਿ ਇਹ ਦੱਸਦਾ ਹੈ verb form ਹੈ ਜਿਹੜੀ ਕਿ ਦੱਸਦੀ ਹੈ ਕਿ ਕੁਝ ਤਾਂ ਕੁਝ ਜੋ ਕਿ ਸਬਜੈਕਟ ਦੁਆਰਾ ਕੀਤਾ ਜਾ ਰਿਹਾ ਹੈ ਜਾਂ ਔਰ ਟੂ ਦਾ ਸਬਜੈਕਟ ਜਾਂ ਫਿਰ ਸਬਜੈਕਟ ਦੇ ਨਾਲ ਕੁਝ ਕੀਤਾ ਜਾ ਰਿਹਾ ਹੈ। ਤਾਂ ਇਹ ਹੈ ਜੀ ਤੁਹਾਡੀ ਵੌਇਸ ਦੀ ਡੈਫੀਨੇਸ਼ਨ। ਹੁਣ ਆਪਾਂ ਡਿਸਕਸ ਕਰਾਂਗੇ ਇਹਦੀਆਂ ਟਾਈਪਸ। ਤਾਂ ਵੌਇਸ ਦੀਆਂ ਟੂ ਟਾਈਪਸ ਹੁੰਦੀਆਂ। ਸੇਮ ਹੀ ਤੁਹਾਡਾ ਨਰੇਸ਼ਨ ਜਦੋਂ ਆਪਾਂ ਕਰਾਂਗੇ ਤੁਹਾਨੂੰ ਇਹ ਜਿਹੜਾ ਥੋੜਾ ਮੋਟਾ ਰਿਲੇਟ ਹੈ ਜਿਹੜਾ ਆਪਾਂ ਇਹਦੇ ਨਾਲ ਕਰਵਾਵਾਂਗੇ। ਤੇ ਟਾਈਪਸ ਹੁੰਦੀਆਂ ਜਿਹੜੀਆਂ ਵੌਇਸ ਦੀਆਂ, ਦੋ ਟਾਈਪ ਹੁੰਦੀਆਂ। ਇੱਕ ਹੁੰਦੀ ਹੈ ਜੀ ਐਕਟਿਵ ਵੌਇਸ, ਸੈਕਿੰਡ ਹੁੰਦੀ ਹੈ ਪੈਸਿਵ ਵੌਇਸ। ਹੁਣ ਐਕਟਿਵ ਵੌਇਸ ਕੀ ਹੁੰਦੀ ਹੈ ਤੇ ਪੈਸਿਵ ਵੌਇਸ ਕੀ ਹੁੰਦੀ ਹੈ? ਤਾਂ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਹੀ ਹੈ, ਉਸ ਦੁਆਰਾ ਖਤ ਲਿਖਿਆ ਗਿਆ ਹਨਾ। ਹੀ ਰੋਟ ਅ ਲੈਟਰ, ਆਪਾਂ ਇਹ ਸੈਂਟੈਂਸ ਬਣਾਤਾ ਹੀ ਰੋਟ ਅ ਲੈਟਰ। ਤਾਂ ਇਹ ਕੀ ਚੀਜ਼ ਹੈ? ਉਸ ਦੁਆਰਾ ਖਤ ਲਿਖਿਆ ਗਿਆ। ਹੁਣ ਇੱਥੇ ਉਸ ਹੈ ਜਿਹੜਾ ਉਹ, ਜਾਂ ਫਿਰ ਆਪਾਂ ਕਹਿ ਲਓ ਹੀ ਹੈ ਜਿਹੜਾ ਉਹ ਕੀ ਹੈ? ਸਬਜੈਕਟ ਹੈ। ਸੋ ਡੂਅਰ ਹੈ ਜਿਹੜਾ ਤੁਹਾਡੇ ਕੋਲੇ ਸਬਜੈਕਟ ਹੁੰਦਾ ਹੈ। ਜੇ ਡੂਅਰ ਤੁਹਾਡਾ ਸਬਜੈਕਟ ਹੋਵੇ ਤਾਂ ਤੁਹਾਡੇ ਕੋਲੇ ਵਰਬ ਹੁੰਦੀ ਹੈ ਜਿਹੜੀ ਫਾਰਮ ਹੁੰਦੀ ਹੈ ਜਿਹੜੀ ਵੌਇਸ ਦੀ, ਉਹ ਹੁੰਦੀ ਹੈ ਜੀ ਐਕਟਿਵ ਵੌਇਸ। ਬਟ ਕਈ ਵਾਰ ਕੀ ਹੁੰਦਾ ਤੁਹਾਡੇ ਕੋਲੇ, ਜਿਵੇਂ ਆਪਾਂ ਸੈਂਟੈਂਸ ਬਣਾਇਆ ਸੀ ਖਤ ਉਸ ਦੁਆਰਾ ਲਿਖਿਆ ਗਿਆ, ਅ ਲੈਟਰ was written by him, ਤਾਂ ਮਤਲਬ ਉੱਥੇ ਤੁਹਾਡੇ ਕੋਲੇ ਕੀ ਹੋਏਗਾ? ਪੈਸਿਵ ਵੌਇਸ ਹੋਏਗੀ। ਮਤਲਬ ਤੁਹਾਡਾ ਜਿਹੜਾ ਅ ਲੈਟਰ ਜਿਹੜਾ ਹੈਗਾ ਉਹ ਡੂਅਰ ਤਾਂ ਨਹੀਂ ਹੈ। ਡੂਅਰ ਤਾਂ ਤੁਹਾਡੇ ਕੋਲੇ ਹੀ ਸੀ ਜਾਂ ਹਿਮ ਤੁਸੀਂ ਜਿਵੇਂ ਪੈਸਿਵ ਫਾਰਮ ਦੇ ਵਿੱਚ ਯੂਜ਼ ਕੀਤਾ, ਬਟ ਇੱਥੇ ਤੁਹਾਡੇ ਕੋਲੇ ਜਿਹੜਾ ਡੂਅਰ ਹੈ ਉਹ ਸਬਜੈਕਟ ਨਹੀਂ ਹੋਏਗਾ। ਇੱਥੇ ਤੁਹਾਡੇ ਕੋਲੇ ਸਬਜੈਕਟ ਹੈ ਜਿਹੜਾ ਉਹ ਡੂਅਰ ਨਹੀਂ ਹੋਏਗਾ। ਫੋਰਥ ਦੇ ਵਿੱਚ ਜਿਹੜਾ ਐਕਟਿਵ ਵੌਇਸ ਹੈ ਉਹ ਵੀ ਤੁਹਾਡਾ ਜਿਹੜਾ ਸਬਜੈਕਟ ਹੁੰਦਾ ਹੈ ਉਹ ਕੀ ਹੁੰਦਾ ਜੀ? ਡੂਅਰ ਹੁੰਦਾ ਹੈ। ਸੈਕਿੰਡ ਪੈਸਿਵ ਦੇ ਵਿੱਚ ਸਬਜੈਕਟ ਡੂਅਰ ਨਹੀਂ ਹੁੰਦਾ। ਤਾਂ ਇਹ ਚੀਜ਼ ਹੈ ਜਿਹੜੀ ਇਹਨਾਂ ਦਾ ਬੇਸਿਕ ਜਿਹਾ ਡਿਫਰੈਂਸ ਹੈ। ਵੌਇਸ ਦੀਆਂ ਦੋ ਟਾਈਪ ਨੇ, ਐਕਟਿਵ ਵੌਇਸ ਹੈ, ਇੱਕ ਪੈਸਿਵ ਵੌਇਸ ਹੈ। ਜਿਹਦੇ ਵਿੱਚ ਡੂਅਰ ਤੁਹਾਡਾ ਸਬਜੈਕਟ ਹੋਏਗਾ ਤਾਂ ਉਹ ਤੁਹਾਡੀ ਐਕਟਿਵ ਵੌਇਸ ਹੋਏਗੀ। ਜਿਹਦੇ ਵਿੱਚ ਸਬਜੈਕਟ ਤੁਹਾਡਾ ਡੂਅਰ ਨਹੀਂ ਹੋਏਗਾ ਉੱਥੇ ਤੁਹਾਡੇ ਕੋਲ ਫਾਰਮ ਕੀ ਹੋਏਗੀ ਜੀ? ਪੈਸਿਵ ਵੌਇਸ ਹੋਏਗੀ। ਬੇਸਿਕਲੀ ਜੇ ਡਿਫਰੈਂਸ ਦਾ ਪਤਾ ਕਰਨਾ ਹੋਵੇ ਤਾਂ ਆਪਾਂ ਇੱਧਰ ਦਾ ਦੇਖ ਲੈਂਦੇ ਹਾਂ ਟੈਂਸ ਦੇ ਰੂਲਸ। ਤੁਹਾਨੂੰ ਜਿਵੇਂ ਸਾਰਿਆਂ ਨੂੰ ਆਉਂਦੇ ਹੀ ਹੋਣੇ ਆ ਟੈਂਸ ਦੇ ਰੂਲਸ, ਆਪਾਂ ਛੋਟੀਆਂ ਕਲਾਸਾਂ ਤੋਂ ਹੀ ਸਟਾਰਟ ਕਰ ਦਿੰਦੇ ਹਾਂ ਹਨਾ ਪੜ੍ਹਨਾ। ਪ੍ਰੈਜ਼ੈਂਟ ਇੰਡੈਫੀਨਿਟ, ਪ੍ਰੈਜ਼ੈਂਟ ਕੰਟੀਨਿਊਸ, ਪ੍ਰੈਜ਼ੈਂਟ ਫਿਊਚਰ, ਇਹੋ ਜਿਹੇ ਸਾਰੇ ਆਪਾਂ ਜਿਹੜੇ ਹੈਗੇ ਕਿ ਆਪਣੀ ਟੈਂਸ ਕਰਦੇ ਆ। ਪ੍ਰੈਜ਼ੈਂਟ, ਪਾਸਟ, ਫਿਊਚਰ ਤਿੰਨੋਂ ਟਾਈਪ ਤੁਸੀਂ ਕੀਤੀਆਂ ਹੋਣੀਆਂ। ਇੱਧਰ ਆ ਜਾਂਦਾ ਤੁਹਾਡੇ ਕੋਲੇ ਪੈਸਿਵ ਵੌਇਸ। ਤਾਂ ਪੈਸਿਵ ਵੌਇਸ ਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਜਿਹੜੀ ਚੀਜ਼ ਮਿਲੂਗੀ ਉਹ ਹੈ ਬਾਏ। ਹਾਂ, ਬਾਏ ਵਰਡ ਹੈ ਜਾਂ ਫਿਰ ਕੋਈ ਨਾ ਕੋਈ ਹੋਰ ਪ੍ਰੈਪੋਜੀਸ਼ਨ ਜਿਹੜੀ ਯੂਜ਼ ਕੀਤੀ ਜਾਂਦੀ ਹੈ ਪੈਸਿਵ ਵੌਇਸ ਦੇ ਵਿੱਚ। ਸੈਕਿੰਡ ਤੁਹਾਡੇ ਕੋਲੇ ਵਰਬ ਦੀ ਥਰਡ ਫਾਰਮ ਹੈ ਜਿਹੜੀ ਇਹਦੇ ਵਿੱਚ ਕਾਮਨ ਆ ਜਾਂਦੀ ਹੈ। ਹਰ ਇੱਕ ਜਿਹੜਾ ਵੀ ਸੈਂਟੈਂਸ ਤੁਸੀਂ ਦੇਖੋਗੇ ਪੈਸਿਵ ਵਰਬ ਦਾ ਉਹਦੇ ਵਰਬ ਦੀ ਥਰਡ ਫਾਰਮ ਦਾ ਹੀ ਯੂਜ਼ ਹੈ ਜਿਹੜਾ ਕੀਤਾ ਜਾਏਗਾ। ਸੈਕਿੰਡ ਆਪਣੇ ਕੋਲੇ ਆ ਜਾਂਦਾ ਜੀ ਇੱਥੇ ਸਬਜੈਕਟ ਨੂੰ ਆਬਜੈਕਟ ਬਣਾ ਦਿੱਤਾ ਜਾਂਦਾ ਹੈ ਤੇ ਆਬਜੈਕਟ ਹੈ ਜਿਹੜਾ ਉਹ ਬਾਅਦ ਵਿੱਚ ਟ੍ਰਾਂਸਲੇਟ ਹੋ ਜਾਂਦਾ ਤੁਹਾਡਾ ਸਬਜੈਕਟ ਫਾਰਮ ਦੇ ਵਿੱਚ ਬਦਲ ਜਾਂਦਾ ਹੈ। ਤਾਂ ਇਹ ਤੁਹਾਡੀ ਪੈਸਿਵ ਵੌਇਸ ਹੁੰਦੀ ਹੈ। ਐਕਟਿਵ ਟੂ ਪੈਸਿਵ ਕਿਵੇਂ ਬਣਾਵਾਂਗੇ? ਕੀ ਹੁੰਦੀ ਹੈ ਐਕਟਿਵ ਵੌਇਸ, ਪੈਸਿਵ ਵੌਇਸ? ਹੁਣ ਆਪਾਂ ਵਨ ਬਾਏ ਵਨ ਡਿਸਕਸ ਕਰਦੇ ਹਾਂ। ਇਹ ਸੀ ਆਪਣਾ ਥੋੜਾ ਜਿਹਾ ਬੇਸਿਕ ਦਾ ਆਪਾਂ ਕਹਿ ਸਕਦੇ ਹਾਂ ਕਿ ਇੰਟਰੋ। ਦੇਖੋ ਜੀ, ਤਾਂ ਹੁਣ ਐਕਟਿਵ ਵੌਇਸ ਜਿਵੇਂ ਤੁਹਾਨੂੰ ਸਲਾਈਡ ਦੇ ਉੱਤੇ ਸ਼ੋ ਹੋਏਗੀ ਤਾਂ ਐਕਟਿਵ ਵੌਇਸ ਕੀ ਹੈ? ਸਬਜੈਕਟ ਇਜ਼ ਅ ਡੂਅਰ। ਇਹੋ ਜਿਹੀ ਵੌਇਸ ਜਿਹਦੇ ਤੋਂ ਆਪਾਂ ਨੂੰ ਪਤਾ ਲੱਗੇ ਕਿ ਸਬਜੈਕਟ ਕੀ ਹੈ? ਡੂਅਰ ਹੈ। ਇਹੋ ਜਿਹਾ ਸੈਂਟੈਂਸ ਜਿਹਦੇ ਵਿੱਚ ਡੂਅਰ ਕੀ ਹੋਵੇ? ਤੁਹਾਡਾ ਸਬਜੈਕਟ ਹੋਵੇ। ਜਿਵੇਂ ਆਪਣੇ ਕੋਲ ਐਗਜ਼ਾਮਪਲ ਹੈ ਕਮਲ ਵਾਸ਼ਡ ਕਲੋਥਸ। ਕਮਲ ਕੀ ਹੈ? ਸਬਜੈਕਟ। ਵਾਸ਼ਡ ਇੱਥੇ ਕੀ ਹੈ? verb। ਤੇ ਕਲੋਥ ਇੱਥੇ ਕੀ ਹੈ ਜੀ ਆਪਣੇ ਕੋਲੇ? ਆਬਜੈਕਟ। ਹੁਣ ਇੱਥੇ ਤੁਹਾਡੇ ਕੋਲੇ ਸਬਜੈਕਟ ਹੈ ਜਿਹੜਾ ਕਮਲ, ਉਹ ਵੀ ਡੂਅਰ ਹੈ ਨਾ। ਕੰਮ ਕਿਹਦੇ ਦੁਆਰਾ ਕੀਤਾ ਜਾ ਰਿਹਾ? ਕਮਲ ਦੁਆਰਾ। ਸੋ ਸਬਜੈਕਟ ਹੋ ਗਿਆ ਤੁਹਾਡਾ ਕਮਲ ਤੇ ਡੂਅਰ ਤੁਹਾਡਾ ਸਬਜੈਕਟ ਹੋਵੇ ਤਾਂ verb ਆਪਣੀ ਵੌਇਸ ਕੀ ਹੁੰਦੀ ਹੈ ਜੀ? ਐਕਟਿਵ ਵੌਇਸ ਹੁੰਦੀ ਹੈ। ਵੌਇਸ ਕੀ ਹੁੰਦੀ ਹੈ? ਐਕਟਿਵ ਹੁੰਦੀ ਹੈ। ਸੋ ਇਹ ਜਿਹੜਾ ਤੁਹਾਡਾ ਸੈਂਟੈਂਸ ਹੈ ਕਮਲ ਵਾਸ਼ਡ ਕਲੋਥਸ, ਇਹ ਹੋ ਗਿਆ ਐਕਟਿਵ ਵੌਇਸ ਦਾ ਸੈਂਟੈਂਸ ਹੈ ਜਿਹੜਾ ਉਹ ਬਣ ਜਾਂਦਾ ਹੈ। ਨੈਕਸਟ ਆਪਾਂ ਦੇਖਾਂਗੇ ਜੀ ਪੈਸਿਵ ਵੌਇਸ। ਤਾਂ ਹੁਣ ਪੈਸਿਵ ਵੌਇਸ ਕੀ ਹੁੰਦੀ ਹੈ? ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਪੈਸਿਵ ਵੌਇਸ ਦੇ ਵਿੱਚ ਜਿਹੜਾ ਤੁਹਾਡਾ ਡੂਅਰ ਹੁੰਦਾ ਹੈ ਉਹ ਸਬਜੈਕਟ ਨਹੀਂ ਹੁੰਦਾ। ਸੋ ਸਬਜੈਕਟ ਇਜ਼ ਨਾਟ ਦਾ ਡੂਅਰ ਆਫ ਅ ਸੈਂਟੈਂਸ। ਤਾਂ ਉਹ ਹੋਏਗੀ ਤੁਹਾਡੀ ਪੈਸਿਵ ਵੌਇਸ। ਐਗਜ਼ਾਮਪਲ ਤੁਹਾਨੂੰ ਦਿੱਤੀ ਗਈ ਹੈ ਕਲੋਥਸ ਵਰ ਵਾਸ਼ਡ ਬਾय ਕਮਲ। ਜਿਵੇਂ ਆਪਣਾ ਫਰਸਟ ਸੈਂਟੈਂਸ ਆਪਾਂ ਉੱਪਰ ਪੜ੍ਹ ਕੇ ਉਹ ਕੀ ਸੀ? ਕਮਲ ਵਾਸ਼ਡ ਕਲੋਥ। ਕਮਲ ਵਾਸ਼ਡ ਕਲੋਥ। ਹੁਣ ਇੱਥੇ ਤੁਹਾਡੇ ਕੋਲੇ ਕਮਲ ਸੀ ਜਿਹੜਾ ਡੂਅਰ ਸੀ, ਬਟ ਇੱਥੇ ਤੁਹਾਡੇ ਕੋਲ ਕਲੋਥਸ ਵਰਡ ਆ ਜਿਹੜਾ ਸਬਜੈਕਟ ਹੈ। ਵਾਰ ਤੁਹਾਡੀ ਹੈਲਪਿੰਗ ਵਰਬ ਆ ਜਾਂਦੀ ਹੈ। ਵਾਸ਼ਡ ਤੁਹਾਡੀ ਜਿਹੜੀ ਮੇਨ ਵਰਬ ਹੈ ਆਪਣੇ ਕੋਲੇ। ਬਾਏ ਆਪਣੇ ਕੋਲ ਇੱਕ ਪ੍ਰੈਪੋਜੀਸ਼ਨ ਆ ਜਾਂਦੀ ਹੈ ਤੇ ਆਪਣਾ ਜਿਹੜਾ ਕਮਲ ਹੈ ਉਹ ਕੀ ਆ ਜਾਂਦਾ ਹੈ? ਆਬਜੈਕਟ। ਹੁਣ ਦੇਖੋ ਮੈਂ ਤੁਹਾਨੂੰ ਦੱਸਿਆ ਹੀ ਹੈ ਜਦੋਂ ਆਪਾਂ ਐਕਟਿਵ ਟੂ ਪੈਸਿਵ ਵੌਇਸ ਬਣਾਉਣੇ ਆ ਤਾਂ ਤੁਹਾਡਾ ਸਬਜੈਕਟ ਆਬਜੈਕਟ ਬਣ ਜਾਏਗਾ। ਜਿਵੇਂ ਇੱਥੇ ਕਲੋਥਸ ਹੈ ਤਾਂ ਇੱਧਰ ਕਲੋਥਸ ਜਿਹੜਾ ਤੁਹਾਡਾ ਆਬਜੈਕਟ ਸੀ ਉਹ ਸਬਜੈਕਟ ਬਣ ਗਿਆ। ਪੈਸਿਵ ਫਾਰਮ ਦੇ ਵਿੱਚ ਕਲੋਥਸ ਜਿਹੜਾ ਹੈਗਾ ਤੁਹਾਡਾ ਸਬਜੈਕਟ ਬਣ ਗਿਆ। ਕਮਲ ਤੁਹਾਡਾ ਸਬਜੈਕਟ ਸੀ ਉਹ ਤੁਹਾਡਾ ਕੀ ਬਣ ਗਿਆ? ਸੈਂਟੈਂਸ ਦੇ ਵਿੱਚ ਆਬਜੈਕਟ ਬਣ ਗਿਆ। ਅੱਗੇ ਤੁਸੀਂ ਵਾਸ਼ਡ ਵਰਡ ਦੇਖੋ ਤਾਂ ਵਾਸ਼ਡ ਦੀ ਥਾਂ ਤੇ ਆਪਾਂ ਕੀ ਯੂਜ਼ ਕੀਤਾ? ਵਰ ਵਾਸ਼ਡ। ਤੇ ਅੱਗੇ ਤੁਹਾਡੇ ਕੋਲ ਜਿਵੇਂ ਵਰਡ ਬਾਏ ਹੈ ਜਿਹੜਾ ਉਹ ਕਾਮਨ ਹੀ ਹੈ। ਤਾਂ ਇਹ ਚੀਜ਼ਾਂ ਜਿਹੜੀ ਤੁਸੀਂ ਨੋਟ ਕਰੋਗੇ ਕਿ ਵਾਸ਼ਡ ਦੀ ਥਾਂ ਤੇ ਵਰ ਵਾਸ਼ਡ ਹੀ ਕਿਉਂ ਆਇਆ? ਇਜ਼ ਵਾਸ਼ਡ, ਆਰ ਵਾਸ਼ਡ, ਇਸ ਤਰੀਕੇ ਨਾਲ ਵਰਡ ਤੁਸੀਂ ਕਾਹਤੋਂ ਨਹੀਂ ਯੂਜ਼ ਕੀਤੇ? ਤਾਂ ਇਹ ਚੀਜ਼ਾਂ ਜਿਹੜੀਆਂ ਆਪਾਂ ਨੋਟ ਕਰਾਂਗੇ, ਰੂਲਸ ਹੈ ਜਿਹੜੇ ਆਪਾਂ ਡਿਸਕਸ ਕਰਾਂਗੇ ਕਿ ਕਿਵੇਂ ਆ ਜਿਹੜਾ ਤੁਸੀਂ ਐਕਟਿਵ ਟੂ ਪੈਸਿਵ ਵੌਇਸ ਦੇ ਵਿੱਚ ਚੇਂਜ ਕਰਨਾ ਹੈ ਤੇ ਪੈਸਿਵ ਟੂ ਐਕਟਿਵ ਫਾਰਮ ਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਜਿਹੜੇ ਸੈਂਟੈਂਸਸ ਨੇ ਉਹ ਕਨਵਰਟ ਕਰਨੇ ਨੇ। ਹਾਂਜੀ, ਤਾਂ ਆਈ ਹੋਪ ਤੁਹਾਨੂੰ ਜਿਹੜਾ ਐਕਟਿਵ ਤੇ ਪੈਸਿਵ ਵੌਇਸ ਦੇ ਵਿੱਚ ਡਿਫਰੈਂਸ ਹੈ ਜਿਹੜਾ ਉਹ ਪਤਾ ਲੱਗ ਹੋਵੇਗਾ। ਪਤਾ ਲੱਗ ਹੋਵੇਗਾ ਕਿ ਵੌਇਸ ਹੁੰਦੀ ਕੀ ਹੈ। ਤਾਂ ਵੌਇਸ ਇੱਕ ਇਹੋ ਜਿਹੀ ਵਰਬ ਫਾਰਮ ਹੈ ਜਿਹਦੇ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਸਬਜੈਕਟ ਕੀ ਕਰ ਰਿਹਾ ਹੈ ਜਾਂ ਫਿਰ ਸਬਜੈਕਟ ਦੇ ਨਾਲ ਕੀ ਕੀਤਾ ਜਾ ਰਿਹਾ ਹੈ। ਤੇ ਇਹਦੇ ਦੋ ਟਾਈਪ ਨੇ, ਐਕਟਿਵ ਵੌਇਸ ਹੈ, ਇੱਕ ਪੈਸਿਵ ਵੌਇਸ ਹੈ।
एक्टिव वॉइस वो होएगी जिथे तुहाडे कोले डूअर है जो सब्जेक्ट होएगा ते पैसिव वॉइस वो हुंदी है जिथे सब्जेक्ट तुहाडा डूअर नहीं रह जांदा। हाँ जी, तां अगे आ जी अपने कोले सेंटेंस दी स्ट्रक्चर जिवें तुहानूं दित्ता होया है कि सिंपल सेंटेंस दी की स्ट्रक्चर हुंदी है। सिंपल सेंटेंस एक्टिव वॉइस मीनिंग हो गया तुहाडे कोले सिंपल एक सेंटेंस। हाँ जी, तो सब तो पहले आपां सब्जेक्ट लिखदे हां, दैन तुहाडे कोले वर्ब हुंदी है ते लास्ट दे उत्ते तुहाडा ऑब्जेक्ट हुंदा है। सब्जेक्ट की करदा हुंदा है काम करदा सब्जेक्ट डज वर्ब मतलब सब्जेक्ट है जेड़ा कोई काम करेगा सब्जेक्ट वर्ब तुहाडा कोई एक्शन होगा सो सब्जेक्ट की करूगा एक्शन करूगा डज वर्ब ऑन ऑब्जेक्ट ऑब्जेक्ट दे उत्ते जेड़ा वो काम करदा हुंदा है सो सब्जेक्ट है जेड़ा डूअर हुंदा है जो कि काम करदा है डज दा मतलब हो गया करदा है की करदा है काम करदा है वर्ब दा तुहाडे कोल एक्शन वर्ड हो गया जेड़ा एक्शन कीता जा रहा है किहदे द्वारा सब्जेक्ट दे द्वारा ते ओनू करया किहदे ते जा रहा है ऑब्जेक्ट दे उत्ते तां इह है जी तुहाडे कोल सेंटेंस दी स्ट्रक्चर सब्जेक्ट डज वर्ब एंड देन अपने कोल किहदे ते कीती जा रही है ऑब्जेक्ट दे उत्ते करता कर अपने कोल तुसीं सब्जेक्ट नूं करता कह दिंदे हो पंजाबी दे विच वर्ब अपनी क्रिया हुंदी है ते ऑब्जेक्ट नूं आपां कर्म कह दिंदे हां तां हुण करता प्रधान ते कर्म प्रधान जिहड़े सेंटेंस तुहाडे तुसीं पंजाबी दे विच भी पढ़े होणगे ਉਹ सेम ही चीज़ है जी अपनी इंग्लिश ਦੀ वॉइस ਦੇ ਵਿੱਚ ਦੇਖੋ ਹੁਣ ਆਪਾਂ ਦੇਖਾਂਗੇ ਕੁਝ ਕੁ ਐਗਜ਼ਾਮਪਲਸ ਜਿੱਥੇ ਤੁਹਾਨੂੰ ਆਪਣੇ ਐਕਟਿਵ ਤੇ ਪੈਸਿਵ ਵੌਇਸ ਆ ਜਿਹੜੇ ਬੇਸਿਕਸ ਆਪਾਂ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਡਿਫਰੈਂਸ ਹੈ ਜਦੋਂ ਐਕਟਿਵ ਟੂ ਪੈਸਿਵ ਵੌਇਸ ਦੇ ਵਿੱਚ ਚੇਂਜ ਹੁੰਦੇ ਹਾਂਜੀ ਤਾਂ ਐਗਜ਼ਾਮਪਲਸ ਨੇ ਦੋ ਐਗਜ਼ਾਮਪਲਸ ਨੇ ਤੁਹਾਨੂੰ ਸਕਰੀਨ ਤੇ ਸ਼ੋ ਹੋ ਚੁੱਕੀਆਂ ਨੇ ਇੱਕ ਵਾਰ ਲੈਣੇ ਇਹਨਾਂ ਦੀ ਰੀਡਿੰਗ ਦੇਖੋ ਜੀ ਤਾਂ ਐਗਜ਼ਾਮਪਲ ਨੰਬਰ ਫਰਸਟ ਕੀ ਆ ਆਪਣੇ ਕੋਲੇ ਦ ਹੰਟਰ ਕਿਲਡ ਦਾ ਲਾਇਨ ਦ ਹੰਟਰ ਕਿਲਡ ਦਾ ਲਾਇਨ ਹੁਣ ਇੱਥੇ ਦੇਖੋ ਸਬਜੈਕਟ ਹੋ ਗਿਆ ਆ verb ਹੋ ਗਈ ਤੇ ਦਾ ਲਾਇਨ ਤੁਹਾਡਾ ਆਬਜੈਕਟ ਹੋ ਗਿਆ ਹੁਣ ਦੇਖੋ ਸਬਜੈਕਟ ਕੀ ਹੈ ਦਾ ਹੰਟਰ ਹੰਟਰ ਮਤਲਬ ਸ਼ਿਕਾਰੀ ਹੁਣ ਇੱਥੇ ਸ਼ਿਕਾਰੀ ਹੈ ਜਿਹੜਾ ਉਹ ਸਬਜੈਕਟ ਕੀ ਹੈ ਡੂਅਰ ਹੈ ਇਟ ਮੀਨਸ ਸੈਂਟੈਂਸ ਤੁਹਾਡਾ ਕੀ ਹੋ ਗਿਆ ਐਕਟਿਵ ਵੌਇਸ ਦੇ ਵਿੱਚ ਹੋ ਗਿਆ ਸੈਕੰਡ ਤੁਸੀਂ ਚੈੱਕ ਕਰੋਗੇ ਦਾ ਲਾਇਨ was killed by the hunter ਤਾਂ ਹੁਣ ਜਿਹੜਾ ਕਹਿੰਦੇ ਸ਼ੇਰ ਹੈ ਉਹ ਕਿਹਦੇ ਦੁਆਰਾ ਮਾਰਿਆ ਗਿਆ ਸ਼ਿਕਾਰੀ ਦੁਆਰਾ ਮਾਰਿਆ ਗਿਆ ਹੁਣ ਇੱਥੇ ਤੁਹਾਡੇ ਕੋਲੇ ਹੰਟਰ ਸੀ ਜਿਹੜਾ ਜੋ ਕਿ ਡੂਅਰ ਸੀ ਉਹ ਆਪਣਾ ਸਬਜੈਕਟ ਨਹੀਂ ਰਹਿ ਗਿਆ ਤਾਂ ਆਪਣੀ ਫਾਰਮ ਕੀ ਹੋਗੀ ਪੈਸਿਵ ਫਾਰਮ ਜਿਹੜੀ ਹੋਗੀ ਕਿਉਂਕਿ ਤੁਹਾਨੂੰ ਮੈਂ ਜਿਵੇਂ ਦੱਸਿਆ ਹੀ ਹੈ verb ਦੀ ਥਰਡ ਫਾਰਮ ਤੁਹਾਡੇ ਕੋਲੇ ਯੂਜ਼ ਕੀਤੀ ਜਾਏਗੀ ਪੈਸਿਵ ਫਾਰਮ ਦੇ ਵਿੱਚ ਬਾਈ ਵਰਡ ਕਾਮਨ ਹੋਏਗਾ ਤੁਹਾਡਾ ਬਾਈ ਦਾ ਫਿਰ ਕਈ ਵਾਰ ਕੁਝ ਵਰਡ ਤੁਹਾਡੇ ਕੋਲੇ ਇਹੋ ਜਿਹੇ ਵੀ ਹੁੰਦੇ ਆ ਜਿਨ੍ਹਾਂ ਨਾਲ ਬਾਈ ਦਾ ਯੂਜ਼ ਨਹੀਂ ਹੁੰਦਾ ਪ੍ਰੈਪੋਜੀਸ਼ਨ ਕੋਈ ਯੂਜ਼ ਕੀਤੀ ਜਾਂਦੀ ਹੈ ਜਿਵੇਂ ਐਟ ਦਾ ਯੂਜ਼ ਹੋ ਜਾਂਦਾ ਹੈ ਆਪਣੇ ਕੋਲੇ ਪੇ ਦਾ ਯੂਜ਼ ਕੀਤਾ ਜਾਂਦਾ ਹੈ ਬਹੁਤ ਸਾਰੀਆਂ ਨਾਲ ਇਨ ਦਾ ਵੀ ਯੂਜ਼ ਹੁੰਦਾ ਹੈ ਤਾਂ ਇਸ ਤਰੀਕੇ ਨਾਲ ਜਿਹੜੇ ਹੈਗੇ ਵਰਡ ਹੋਣਗੇ ਉਹ ਤੁਹਾਨੂੰ ਨੋਟ ਕਰਵਾਏ ਜਾਣਗੇ ਬਾਕੀ ਜ਼ਿਆਦਾਤਰ ਦੇ ਕੇਸਿਸ ਦੇ ਵਿੱਚ ਤੁਹਾਡੇ ਕੋਲੇ ਬਾਈ ਹੀ ਹੈ ਜਿਹੜੀ ਪ੍ਰੈਪੋਜੀਸ਼ਨ ਯੂਜ਼ ਕੀਤੀ ਜਾਏਗੀ ਹਾਂਜੀ ਤਾਂ ਅੱਗੇ ਤੁਹਾਡੇ ਕੋਲ ਸੈਕੰਡ ਸੈਂਟੈਂਸ ਅਗੇਨ ਚੈੱਕ ਕਰੋ ਸ਼ੀ ਟੈਲਸ ਅ ਸਟੋਰੀ ਸ਼ੀ ਟੈਲਸ ਅ ਸਟੋਰੀ ਤਾਂ ਹੁਣ ਇਹ ਆਬਜੈਕਟ ਹੋ ਗਿਆ ਇਹ ਵਰਬ ਹੋ ਗਈ ਤੇ ਸ਼ੀ ਹੈ ਜਿਹੜਾ ਤੁਹਾਡਾ ਸਬਜੈਕਟ ਹੋ ਗਿਆ ਆਪਣਾ ਸੈਂਟੈਂਸ ਕੀ ਹੈ ਸਬਜੈਕਟ ਵਰਬ ਆਬਜੈਕਟ ਇਟ ਮੀਨਸ ਇਹ ਕੀ ਫਾਰਮ ਬਣ ਗਈ ਐਕਟਿਵ ਫਾਰਮ ਬਣ ਗਈ ਨੈਕਸਟ ਤੁਸੀਂ ਦੇਖੋਗੇ ਅ ਸਟੋਰੀ ਇਜ਼ ਟੋਲਡ ਬਾਈ ਹਰ ਤਾਂ ਹੁਣ ਦੇਖੋ ਇਸ ਦੇ ਨਾਲ ਕਦੇ ਤੁਸੀਂ verb ਦੀ ਥਰਡ ਫਾਰਮ ਜਾਂ ਟੋਲਡ ਵਰਡ ਲਿਖਿਆ ਦੇਖਿਆ ਇਸ ਦੇ ਨਾਲ ਟੈਲਸ ਆਪਣੇ ਕੋਲੇ ਟੈਲ ਵਰਡ ਲਿਖਿਆ ਹੋ ਸਕਦਾ ਹੈ ਟੈਲਸ ਵਰਡ ਤੁਸੀਂ ਲਿਖ ਸਕਦੇ ਹੋ ਬਟ ਟੋਲਡ ਵਰਡ ਦਾ ਤੁਸੀਂ ਇਹ ਜਿਹੜਾ ਨਹੀਂ ਯੂਜ਼ ਕੀਤਾ ਹੁੰਦਾ ਸੋ ਇਸ ਦੇ ਨਾਲ ਟੋਲਡ ਯੂਜ਼ ਕੀਤਾ ਹੋਇਆ ਜੋ ਕਿ ਰੋਂਗ ਆ ਗਿਆ ਸੋ ਆਪਾਂ ਕੀ ਕਰਾਂਗੇ ਇੱਥੇ verb ਦੀ ਥਰਡ ਫਾਰਮ ਦਾ ਯੂਜ਼ ਕੀਤਾ ਹੋਇਆ ਇਟ ਮੀਨਸ ਬਾਈ ਜੋ ਯੂਜ਼ ਕੀਤਾ ਹੋਇਆ ਤਾਂ ਇਹ ਫਾਰਮ ਬਣ ਗਈ ਤੁਹਾਡੀ ਪੈਸਿਵ ਬਣ ਗਈ ਤਾਂ ਇਹ ਬੇਸਿਕ ਜਿਹਾ ਜਿਹੜਾ ਤੁਹਾਡੇ ਕੋਲੇ ਡਿਫਰੈਂਸ ਹੋ ਜਾਂਦਾ ਐਕਟਿਵ ਤੇ ਪੈਸਿਵ ਦੇ ਵਿੱਚ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਸੈਂਟੈਂਸ ਕਿਸ ਤਰੀਕੇ ਨਾਲ ਤੁਹਾਨੂੰ ਪਤਾ ਲੱਗਦਾ ਹੈ ਕਿ ਕੋਈ ਐਕਟਿਵ ਹੈ ਜਾਂ ਫਿਰ ਪੈਸਿਵ ਹੈ ਹਾਂਜੀ ਤਾਂ ਹੁਣ ਆਪਾਂ 1 ਬਾਈ 1 ਰੂਲਸ ਕਰਾਂਗੇ ਬਾਕੀ ਰੂਲਸ ਤੋਂ ਤਾਂ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਕਲੀਅਰ ਹੋ ਹੀ ਜਾਏਗੀ ਕਿ ਐਕਟਿਵ ਵੌਇਸ ਨੂੰ ਤੁਸੀਂ ਪੈਸਿਵ ਵੌਇਸ ਵਿੱਚ ਚੇਂਜ ਕਿਵੇਂ ਤੇ ਕਿਵੇਂ ਜਿਹੜਾ ਹੈਗਾ ਕਿਹੜੇ ਰੂਲਸ ਨੂੰ ਯੂਜ਼ ਕਰਕੇ ਕਰਨਾ ਹੁੰਦਾ ਹੈ ਦੇਖੋ ਜੀ ਤਾਂ ਰੂਲਸ ਡਿਸਕਸ ਕਰਾਂਗੇ ਤੁਹਾਨੂੰ ਸੈਂਟੈਂਸ ਦੇ ਵਿੱਚ ਕੋਈ ਵੀ ਕੁਐਸਚਨ ਜੋ ਵੀ ਪੁੱਟ ਕੀਤਾ ਜਾ ਸਕਦਾ ਆਪਣੇ ਕੋਲੇ ਪੇਪਰ ਦੇ ਵਿੱਚ ਹੋ ਸਕਦਾ ਤੁਹਾਨੂੰ ਐਕਟਿਵ ਵੌਇਸ ਦਿੱਤੀ ਹੋਵੇ ਤੇ ਤੁਹਾਨੂੰ ਪੈਸਿਵ ਬਣਾਉਣ ਦੇ ਵਿੱਚ ਕਿਹਾ ਹੋਵੇ ਜਾਂ ਫਿਰ ਤੁਹਾਨੂੰ ਹੋ ਸਕਦਾ ਕੁਐਸਚਨ ਪੈਸਿਵ ਵੌਇਸ ਦੇ ਵਿੱਚ ਆ ਜਿਹੜਾ ਪੁੱਛਿਆ ਹੋਵੇ ਤੇ ਤੁਹਾਨੂੰ ਐਕਟਿਵ ਫਾਰਮ ਹੈ ਜਿਹੜੀ ਉਹਦੀ ਚੇਂਜ ਕਰਨ ਦੇ ਲਈ ਕਹੀ ਗਈ ਐਕਟਿਵ ਵੌਇਸ ਨੂੰ ਪੈਸਿਵ ਦੇ ਵਿੱਚ ਕਦੋਂ ਤੁਸੀਂ ਕਿਵੇਂ ਚੇਂਜ ਕਰੋਗੇ ਪੈਸਿਵ ਵੌਇਸ ਨੂੰ ਐਕਟਿਵ ਦੇ ਵਿੱਚ ਕਿਵੇਂ ਚੇਂਜ ਕੀਤਾ ਜਾਏਗਾ ਆਪਾਂ ਦੋਨੋਂ ਜਿਹੜੇ ਡਿਸਕਸ 1 ਬਾਈ 1 ਜਿਹੜੇ ਇੱਥੇ ਕਰਾਂਗੇ ਹਾਂਜੀ ਤਾਂ ਜਿਹੜਾ ਹੈਗਾ ਧਿਆਨ ਨਾਲ ਆਪਣੇ ਜਿਹੜੇ ਤੁਸੀਂ ਨੋਟ ਹੈ ਜਿਹੜਾ ਉਹਨੂੰ ਕਰਦੇ ਰਹਿਣਾ ਨੋਟਸ ਬਣਾਉਂਦੇ ਰਹਿਣਾ ਬਾਕੀ ਧਿਆਨ ਨਾਲ ਜਿਹੜੇ ਹਰ ਇੱਕ ਰੂਲ ਨੂੰ ਸੁਣਨਾ ਦੇਖੋ ਫਰਸਟ ਆਪਣੇ ਕੋਲੇ ਆ ਜਾਂਦਾ ਜੀ ਜਦੋਂ ਵੀ ਆਪਾਂ ਵੌਇਸ ਚੇਂਜ ਕਰਦੇ ਆ ਤਾਂ ਆਪਣੇ ਪ੍ਰਨਾਉਨ ਚੇਂਜ ਹੁੰਦੇ ਆ ਪ੍ਰਨਾਉਨ ਕਿਵੇਂ ਚੇਂਜ ਹੁੰਦੇ ਦੇਖੋ ਜਿਵੇਂ ਆਪਾਂ ਹੀ ਵਰਡ ਯੂਜ਼ ਕੀਤਾ ਹੁਣ ਸਬਜੈਕਟ ਫਾਰਮ ਦੇ ਵਿੱਚ ਹੀ ਹੈ ਆਬਜੈਕਟ ਜਦੋਂ ਬਣਾਵਾਂਗੇ ਉਹਨੂੰ ਆਪਾਂ ਹਿਮ ਬਣ ਜਾਏਗਾ ਤੁਹਾਨੂੰ ਦੱਸਿਆ ਹੀ ਹੈ ਕਿ ਜਦੋਂ ਤੁਸੀਂ ਐਕਟਿਵ ਫਾਰਮ ਤੋਂ ਪੈਸਿਵ ਫਾਰਮ ਬਣਾਉਣੇ ਹੋ ਜਾਂ ਫਿਰ ਪੈਸਿਵ ਫਾਰਮ ਤੋਂ ਤੁਹਾਡੀ ਐਕਟਿਵ ਫਾਰਮ ਬਣਾਈ ਜਾਂਦੀ ਹੈ ਤਾਂ ਸਬਜੈਕਟ ਤੇ ਆਬਜੈਕਟ ਦੇ ਵਿੱਚ ਚੇਂਜ ਆਉਂਦੇ ਆ ਸੈਂਟੈਂਸ ਦਾ ਜਿਹੜਾ ਸਬਜੈਕਟ ਹੁੰਦਾ ਐਕਟਿਵ ਫਾਰਮ ਦੇ ਵਿੱਚ ਉਹ ਤੁਹਾਡਾ ਪੈਸਿਵ ਦੇ ਵਿੱਚ ਆਬਜੈਕਟ ਬਣ ਜਾਂਦਾ ਹੈ ਜੋ ਆਬਜੈਕਟ ਹੁੰਦਾ ਉਹ ਪੈਸਿਵ ਫਾਰਮ ਦੇ ਵਿੱਚ ਤੁਹਾਡਾ ਸਬਜੈਕਟ ਬਣ ਜਾਂਦਾ ਹੈ ਸਿਮਿਲਰਲੀ ਤੁਹਾਡਾ ਪੈਸਿਵ ਫਾਰਮ ਦੇ ਵਿੱਚ ਜੋ ਸਬਜੈਕਟ ਹੁੰਦਾ ਉਹ ਆਬਜੈਕਟ ਬਣ ਜਾਂਦਾ ਹੈ ਆਬਜੈਕਟ ਜਿਹੜਾ ਹੁੰਦਾ ਤੁਹਾਡੇ ਕੋਲੇ ਪੈਸਿਵ ਫਾਰਮ ਦਾ ਉਹ ਐਕਟਿਵ ਫਾਰਮ 'ਚ ਤੁਹਾਡੇ ਕੋਲੇ ਸਬਜੈਕਟ ਬਣ ਜਾਂਦਾ ਹੈ ਤਾਂ ਇਹ ਜੀ ਤੁਹਾਡੇ ਕੋਲੇ ਹੁੰਦੀ ਹੈ ਤਾਂ ਇਸੇ ਕਰਕੇ ਕਿਹਾ ਜਾਂਦਾ ਕਿ ਜਦੋਂ ਆਪਾਂ ਵੌਇਸ ਚੇਂਜ ਕਰਦੇ ਹਾਂ ਤਾਂ ਤੁਹਾਡੇ ਪ੍ਰਨਾਉਨ ਨੇ ਜਿਹੜੇ ਉਹ ਚੇਂਜ ਹੋ ਜਾਂਦੇ ਕਿਉਂਕਿ ਨਾਉਨ ਦੇ ਵਿੱਚ ਤਾਂ ਚੇਂਜ ਨਹੀਂ ਹੋਣਾ ਕਿਸੇ ਦਾ ਨਾਮ ਕਮਲ ਹੈ ਹੁਣ ਤੁਸੀਂ ਉਹਦੀ ਥਾਂ ਤੇ ਕਮਲ ਦੀ ਥਾਂ ਤੇ ਕੁਝ ਹੋਰ ਤਾਂ ਨਹੀਂ ਲਿਖੋਗੇ ਕਮਲ ਨੂੰ ਤਾਂ ਕਮਲ ਹੀ ਲਿਖਿਆ ਜਾਏਗਾ ਇਸੇ ਕਰਕੇ
ਕਰਕੇ ਕਹਿੰਦੇ ਆ ਕਿ ਇਕੱਲਾ ਪ੍ਰੋਨਾउन ਹੈ ਜਿਹੜਾ ਤੁਹਾਡਾ ਚੇਂਜ ਹੁੰਦਾ ਜਦੋਂ ਤੁਸੀਂ ਕੀ ਕਰਦੇ ਹੋ ਵੌਇਸ ਦੇ ਵਿੱਚ ਚੇਂਜ ਕਰਦੇ ਹੋ। ਸੋ ਚੇਂਜ ਇਨ ਪ੍ਰੋਨਾउन ਵਿਦ ਚੇਂਜ ਆਫ ਵੌਇਸ ਤਾਂ ਕਿਸ ਤਰੀਕੇ ਨਾਲ ਚੇਂਜ ਹੋਣਗੇ ਜੇ ਸਬਜੈਕਟ ਫਾਰਮ ਦੇ ਵਿੱਚ ਤੁਹਾਡੇ ਕੋਲ ਇਹ ਵਰਡਸ ਨਹੀਂ ਤਾਂ ਤੁਹਾਡੀ ਆਬਜੈਕਟ ਫਾਰਮ ਕੀ ਹੋਏਗੀ ਜੀ ਇੰਟਰਲੀ ਸਾਈਡ ਵਾਲੇ ਵਰਡਸ ਹੋਣਗੇ। ਦੇਖੋ ਕਿਵੇਂ ਦੇਖਦੇ ਆਪਾਂ ਹੀ ਨੂੰ ਤੁਸੀਂ ਹਿਮ ਦੇ ਵਿੱਚ ਜਿਹੜਾ ਹੈਗਾ ਟ੍ਰਾਂਸਲੇਟ ਕਰ ਦੋਗੇ ਹਿਮ ਬਣ ਜਾਏਗਾ ਹੀ ਦਾ ਜਦੋਂ ਤੁਸੀਂ ਯੂਜ਼ ਕੀਤਾ। ਸ਼ੀ ਹੈ ਜਿਹੜਾ ਤੁਹਾਡਾ ਹਰ ਬਣ ਜਾਏਗਾ। ਆਬਜੈਕਟ ਫਾਰਮ ਹਰ ਹੋਏਗੀ ਸਬਜੈਕਟ ਫਾਰਮ ਸ਼ੀ ਹੋਏਗੀ। ਇਟ ਤੁਹਾਡਾ ਸੇਮ ਇਟ ਹੀ ਰਹਿੰਦਾ ਹੈ। ਆਈ ਦਾ ਤੁਸੀਂ ਮੀ ਬਣਾ ਦੇਣਾ। ਵੀ ਹੋਏਗਾ ਤਾਂ ਤੁਸੀਂ ਅਸ ਯੂਜ਼ ਕਰੋਗੇ। ਦੇ ਹੋਏਗਾ ਤਾਂ ਤੁਸੀਂ them ਦੇ ਵਿੱਚ ਯੂਜ਼ ਕਰੋਗੇ। ਯੂ ਨੂੰ ਯੂ ਹੀ ਹੈ ਜਿਹੜਾ ਲਿਖਿਆ ਜਾਂਦਾ ਹੈ। ਹਾਂਜੀ ਤਾਂ ਇਹ ਸੀ ਚੇਂਜ ਆਫ ਵੌਇਸ ਸੌਰੀ ਚੇਂਜ ਆਫ ਪ੍ਰੋਨਾउन ਵਿਦ ਚੇਂਜ ਆਫ ਵੌਇਸ। ਤਾਂ ਹੁਣ ਚੇਂਜ ਕਿਵੇਂ ਹੁੰਦਾ ਜਦੋਂ ਤੁਸੀਂ ਵੌਇਸ ਨੂੰ ਚੇਂਜ ਕਰਦੇ ਹੋ ਐਕਟਿਵ ਟੂ ਪੈਸਿਵ ਦੇ ਵਿੱਚ ਜਾਂ ਫਿਰ ਪੈਸਿਵ ਟੂ ਐਕਟਿਵ ਫਾਰਮ ਦੇ ਵਿੱਚ। ਹਾਂਜੀ ਤਾਂ ਹੁਣ ਦੇਖਾਂਗੇ 1 ਬਾय 1 ਆਪਣੇ ਸੈਂਟੈਂਸਸ ਤੇ ਰੂਲਸ। ਤਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਬਾਕੀ ਤੁਹਾਨੂੰ ਟੈਂਸ ਜ਼ਿਆਦਾਤਰ ਸਟੂਡੈਂਟਸ ਨੂੰ ਆਉਂਦੇ ਹੋਣਗੇ ਜੇ ਕਿਸੇ ਨੂੰ ਨਹੀਂ ਵੀ ਆਉਂਦੇ ਤਾਂ ਤੁਹਾਨੂੰ ਜਿਹੜੇ ਹੁੰਦੇ ਇੱਥੇ ਟੈਂਸ ਵੀ ਕਰਵਾਏ ਜਾਣਗੇ ਨਾਲ ਨਾਲ ਤੁਹਾਡਾ ਟੈਂਸ ਦਾ ਟੌਪਿਕ ਵੀ ਹੈ ਜਿਹੜਾ ਉਹ ਕੰਪਲੀਟ ਹੁੰਦਾ ਰਹੇਗਾ। ਪਰ ਇੱਕ ਚੀਜ਼ ਤੁਸੀਂ ਨੋਟ ਕਰੋਗੇ ਇੱਕ ਚੀਜ਼ ਹੈ ਜਿਹੜੀ ਜੀ ਤੁਸੀਂ ਸਾਰੇ ਜਾਣੇ ਨੋਟ ਕਰ ਸਕਦੇ ਹੋ ਕਿ ਜਿਹੜਾ ਤੁਹਾਡੇ ਕੋਲੇ ਟੈਂਸ ਹੁੰਦਾ ਜਿਹੜੇ ਆਪਣੇ ਟੈਂਸ ਹੁੰਦੇ ਆ ਤੁਸੀਂ ਸਾਰਿਆਂ ਨੇ ਪੜ੍ਹੇ ਹੋਣੇ ਆ ਪ੍ਰੈਜ਼ੈਂਟ ਟੈਂਸ ਪਾਸਟ ਟੈਂਸ ਤੇ ਫਿਊਚਰ ਟੈਂਸ ਇਹ ਤਿੰਨ ਤਰੀਕੇ ਦੇ ਹੀ ਹੁੰਦੇ ਆ ਨਾ। ਫਿਊਚਰ ਟੈਂਸ ਤਾਂ ਪ੍ਰੈਜ਼ੈਂਟ ਪਾਸਟ ਐਂਡ ਫਿਊਚਰ ਜਿਹਨੂੰ ਆਪਾਂ ਵਰਤਮਾਨ ਕਾਲ ਭੂਤਕਾਲ ਤੇ ਭਵਿੱਖ ਕਾਲ ਹੈ ਜਿਹੜਾ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਕਾਲ ਹੈ ਜਿਹੜਾ ਆਪਾਂ ਪੰਜਾਬੀ ਦੇ ਵਿੱਚ ਟੈਂਸ ਦੀ ਥਾਂ ਤੇ ਯੂਜ਼ ਕਰਦੇ ਆ। ਤਾਂ ਹੁਣ ਪ੍ਰੈਜ਼ੈਂਟ ਟੈਂਸ ਹੈ ਜਿਹੜੇ ਤੁਹਾਡੇ ਚਾਰ ਹੁੰਦੇ ਚਾਰ ਟਾਈਪਸ ਹੁੰਦੀਆਂ ਪਾਸਟ ਦੀਆਂ ਵੀ ਅੱਗੇ ਚਾਰ ਟਾਈਪਸ ਹੁੰਦੀਆਂ ਫਿਊਚਰ ਦੀਆਂ ਵੀ ਅੱਗੇ ਚਾਰ ਟਾਈਪਸ ਹੁੰਦੀਆਂ। ਇਹ ਹੁੰਦਾ ਤੁਹਾਡੇ ਕੋਲੇ ਟੈਂਸ ਮਤਲਬ ਕਿ ਟੋਟਲ 12 ਹੈ ਜਿਹੜੀਆਂ ਟਾਈਪਸ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ। ਪ੍ਰੈਜ਼ੈਂਟ ਦੇ ਵਿੱਚ ਕਿਹੜੀਆਂ ਕਿਹੜੀਆਂ ਆ ਜਾਂਦੀਆਂ ਪ੍ਰੈਜ਼ੈਂਟ ਸਿੰਪਲ ਤੁਸੀਂ ਕਹਿ ਲਓ ਚਾਹੇ ਇੰਡੈਫੀਨਿਟ ਕਹਿ ਲਓ ਪ੍ਰੈਜ਼ੈਂਟ ਕੰਟੀਨਿਊਸ ਹੁੰਦਾ ਹੈ ਨੈਕਸਟ ਪ੍ਰੈਜ਼ੈਂਟ ਪਰਫੈਕਟ ਹੁੰਦਾ ਹੈ ਤੇ ਲਾਸਟ ਤੁਹਾਡੇ ਕੋਲ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਹੁੰਦਾ ਹੈ। ਸੇਮ ਹੀ ਤੁਹਾਡੇ ਕੋਲੇ ਪਾਸਟ ਦੀਆਂ ਵੀ ਚਾਰ ਟਾਈਪ ਆ ਜਾਣਗੀਆਂ ਪਾਸਟ ਇੰਡੈਫੀਨਿਟ ਪਾਸਟ ਕੰਟੀਨਿਊਸ ਪਾਸਟ ਪਰਫੈਕਟ ਕੰਟੀਨਿਊਸ ਫਿਊਚਰ ਇੰਡੈਫੀਨਿਟ ਫਿਊਚਰ ਕੰਟੀਨਿਊਸ ਫਿਊਚਰ ਪਰਫੈਕਟ ਐਂਡ ਫਿਊਚਰ ਪਰਫੈਕਟ ਕੰਟੀਨਿਊਸ। ਹੁਣ ਥੋੜਾ ਜਿਹਾ ਜਿਹੜਾ ਤੁਸੀਂ ਨੋਟ ਕਰਨਾਗਾ ਕਿ ਉਹ ਹੈ ਜੀ ਤੁਹਾਡੇ ਕੋਲੇ ਕਿ ਜਦੋਂ ਤੁਸੀਂ ਵੌਇਸ ਚੇਂਜ ਕਰਦੇ ਹੋ ਵੌਇਸ ਦੇ ਵਿੱਚ ਤੁਹਾਡੇ ਕੋਲੇ 12 ਟੈਂਸ ਦੀ ਵੌਇਸ ਚੇਂਜ ਨਹੀਂ ਹੁੰਦੀ। ਇੱਥੇ ਤੁਹਾਡੇ ਕੋਲੇ ਸਿਰਫ 8 ਟੈਂਸ ਹੀ ਹੈ ਜਿਹੜੇ ਤੁਸੀਂ ਚੇਂਜ ਕਰ ਪਾਉਣੇ ਹੋ। ਚਾਰ ਟੈਂਸ ਤੁਹਾਡੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੀ ਵੌਇਸ ਚੇਂਜ ਨਹੀਂ ਹੁੰਦੀ। ਹੁਣ ਕਿਹੜੇ ਕਿਹੜੇ ਟੈਂਸ ਆ ਜਿਨ੍ਹਾਂ ਦੀ ਵੌਇਸ ਚੇਂਜ ਹੁੰਦੀ ਹੈ ਉਹ ਹੈ ਜੀ ਤੁਹਾਡਾ ਪ੍ਰੈਜ਼ੈਂਟ ਇੰਡੈਫੀਨਿਟ ਇਹਦੀ ਵੌਇਸ ਚੇਂਜ ਹੋ ਜਾਏਗੀ ਐਕਟਿਵ ਟੂ ਪੈਸਿਵ ਪੈਸਿਵ ਟੂ ਐਕਟਿਵ ਤੁਸੀਂ ਕਰ ਸਕਦੇ ਹੋ। ਪਾਸਟ ਇੰਡੈਫੀਨਿਟ ਹੁੰਦਾ ਹੈ ਪਾਸਟ ਇੰਡੈਫੀਨਿਟ ਫਿਊਚਰ ਇੰਡੈਫੀਨਿਟ ਅਗੇਨ ਤੁਸੀਂ ਜਿਹੜੀ ਇਹਦੀ ਵੌਇਸ ਚੇਂਜ ਕਰ ਸਕਦੇ ਹੋ। ਅੱਗੇ ਤੁਹਾਡੇ ਕੋਲ ਕੰਟੀਨਿਊਸ ਦੇ ਵਿੱਚ ਪ੍ਰੈਜ਼ੈਂਟ ਕੰਟੀਨਿਊਸ ਦੀ ਵੌਇਸ ਚੇਂਜ ਹੁੰਦੀ ਹੈ ਪ੍ਰੈਜ਼ੈਂਟ ਕੰਟੀਨਿਊਸ ਪਾਸਟ ਕੰਟੀਨਿਊਸ ਦੀ ਵੀ ਵੌਇਸ ਚੇਂਜ ਹੋਏਗੀ ਬਟ ਫਿਊਚਰ ਕੰਟੀਨਿਊਸ ਦੀ ਵੌਇਸ ਹੈ ਜਿਹੜੀ ਤੁਹਾਡੀ ਚੇਂਜ ਨਹੀਂ ਹੁੰਦੀ। ਫਿਊਚਰ ਕੰਟੀਨਿਊਸ ਹੈ ਜਿਹੜਾ ਉਹਦਾ ਵੌਇਸ ਚੇਂਜ ਨਹੀਂ ਹੁੰਦਾ। ਹੁਣ ਕਿਉਂ ਨਹੀਂ ਹੁੰਦਾ ਬਿਕਾਜ਼ ਤੁਹਾਡੇ ਕੋਲ ਦੇਖੋ ਵਿਲ ਸ਼ੈਲ ਬੀ ਵਰਬ ਦੀ ਫਰਸਟ ਫਾਰਮ ਆਈਐਨਜੀ ਆਬਜੈਕਟ ਆਈ ਫਾਰਮ ਜਿਹੜੀ ਤੁਹਾਡੇ ਕੋਲ ਚੱਲਦੀ ਹੁੰਦੀ ਹੈ ਸਬਜੈਕਟ ਵਿਲ ਸ਼ੈਲ ਬੀ ਵਰਬ ਦੀ ਫਰਸਟ ਫਾਰਮ ਆਈਐਨਜੀ ਆਬਜੈਕਟ ਸਬਜੈਕਟ ਆਪਣਾ ਫਿਊਚਰ ਕੰਟੀਨਿਊਸ ਟੈਂਸ। ਤਾਂ ਇਹਦੀ ਸਟਰਕਚਰ ਹੈ ਜਿਹੜੀ ਇਹਦੇ ਵਿੱਚ ਪਹਿਲਾਂ ਤੋਂ ਹੀ ਬੀ ਦੀ ਫਾਰਮ ਹੈ ਜਿਹੜੀ ਉਹ ਦਿੱਤੀ ਹੋਈ ਹੈ ਬੀ ਫਾਰਮ ਹੈ ਜਿਹੜੀ ਉਹਦੇ ਵਿੱਚ ਪਹਿਲਾਂ ਤੋਂ ਦਿੱਤੀ ਹੋਈ ਹੈ। ਜਦੋਂ ਤੁਸੀਂ ਟੈਂਸ ਚੇਂਜ ਕਰਦੇ ਹੋ ਸੌਰੀ ਜਦੋਂ ਤੁਸੀਂ ਐਕਟਿਵ ਟੂ ਪੈਸਿਵ ਵੌਇਸ ਬਣਾਉਣੇ ਹੋ ਫਿਊਚਰ ਕੰਟੀਨਿਊਸ ਹੈ ਜਾਂ ਫਿਰ ਪਾਸਟ ਕੰਟੀਨਿਊਸ ਹੈ ਜਾਂ ਫਿਰ ਪ੍ਰੈਜ਼ੈਂਟ ਕੰਟੀਨਿਊਸ ਹੈ ਤਾਂ ਕੰਟੀਨਿਊਸ ਦੇ ਵਿੱਚ ਹੈ ਜਿਹੜੇ ਤੁਹਾਡੇ ਕੋਲ ਬੀਇੰਗ ਵਰਡ ਯੂਜ਼ ਕੀਤਾ ਜਾਂਦਾ ਕੰਟੀਨਿਊਸ ਜਦੋਂ ਆਪਾਂ ਚੇਂਜ ਕਰਦੇ ਤਾਂ ਬੀਇੰਗ ਵਰਡ ਯੂਜ਼ ਕੀਤਾ ਜਾਂਦਾ ਹੈ। ਹੁਣ ਪਹਿਲਾਂ ਹੀ ਬੀ ਤੁਹਾਡੇ ਕੋਲ ਫਿਊਚਰ ਕੰਟੀਨਿਊਸ ਦੇ ਵਿੱਚ ਹੈਗਾ ਤੇ ਨਾਲ ਤੁਸੀਂ ਬੀਇੰਗ ਦਾ ਯੂਜ਼ ਕਰ ਲਓ ਤਾਂ ਇਹ ਚੀਜ਼ ਹੈ ਜਿਹੜੀ ਤੁਹਾਡੀ ਤੁਸੀਂ ਕਹਿ ਲਓ ਇਰਰੈਲੀਵੈਂਟ ਹੋ ਜਾਂਦੀ ਹੈ। ਇਸੇ ਕਰਕੇ ਫਿਊਚਰ ਕੰਟੀਨਿਊਸ ਦਾ ਜਿਹੜਾ ਟੈਂਸ ਹੈ ਆਪਣੇ ਕੋਲੇ ਚੇਂਜ ਨਹੀਂ ਹੁੰਦਾ ਐਕਟਿਵ ਫਾਰਮ ਟੂ ਪੈਸਿਵ ਫਾਰਮ ਹੈ ਜਿਹੜੀ ਇਹਦੀ ਨਹੀਂ ਬਣਦੀ। ਤਾਂ ਇਹ ਚੀਜ਼ ਹੈ ਜਿਹੜੀ ਤੁਸੀਂ ਨੋਟ ਕਰ ਸਕਦੇ ਹੋ। ਬਾਕੀ ਜਦੋਂ ਆਪਾਂ ਡਿਸਕਸ ਕਰਾਂਗੇ ਇਹਨਾਂ ਦੇ ਰੂਲਸ ਹੋਤੇ ਤੁਹਾਨੂੰ ਕਰਾਈ ਜਾਣਗੇ। ਹਾਂਜੀ ਤਾਂ ਪ੍ਰੈਜ਼ੈਂਟ ਇੰਡੈਫੀਨਿਟ ਪਾਸਟ ਇੰਡੈਫੀਨਿਟ ਫਿਊਚਰ ਇੰਡੈਫੀਨਿਟ ਪ੍ਰੈਜ਼ੈਂਟ ਕੰਟੀਨਿਊਸ ਪਾਸਟ ਕੰਟੀਨਿਊਸ ਫਿਊਚਰ ਕੰਟੀਨਿਊਸ ਦੀ ਵੌਇਸ ਚੇਂਜ ਨਹੀਂ ਹੋਏਗੀ। ਨੈਕਸਟ ਆਪਣੇ ਕੋਲ ਆ ਜਾਂਦਾ ਹੈ ਪ੍ਰੈਜ਼ੈਂਟ ਪਰਫੈਕਟ ਦੀ ਵੌਇਸ ਚੇਂਜ ਹੋਏਗੀ ਫਾਸਟ ਪਰਫੈਕਟ ਦੀ ਵੀ ਹੋਏਗੀ ਤੇ ਫਿਊਚਰ ਪਰਫੈਕਟ ਦੀ ਵੀ ਵੌਇਸ ਹੈ ਜਿਹੜੀ ਉਹ ਚੇਂਜ ਹੋਏਗੀ। ਫਿਊਚਰ ਪਰਫੈਕਟ ਦੀ ਵੀ ਵੌਇਸ ਚੇਂਜ ਹੋਏਗੀ। ਹੁਣ ਕਿਸੇ ਵੀ ਪ੍ਰੈਜ਼ੈਂਟ ਭਾਵੇਂ ਉਹ ਪ੍ਰੈਜ਼ੈਂਟ ਹੈ ਭਾਵੇਂ ਉਹ ਪਾਸਟ ਹੈ ਭਾਵੇਂ ਵੀ ਤੁਹਾਡੇ ਕੋਲੇ ਫਿਊਚਰ ਹੈ ਪਰਫੈਕਟ ਕੰਟੀਨਿਊਸ ਹੈ ਇਹਨਾਂ ਦੀ ਕਿਸੇ ਦੀ ਵੀ ਵੌਇਸ ਚੇਂਜ ਨਹੀਂ ਹੁੰਦੀ। ਹੁਣ ਦੇਖੋ ਚਾਰ ਤਾਂ ਆਪਣੇ ਤਿੰਨ ਤਾਂ ਆਪਣੇ ਇਹੀ ਹੋ ਗਏ ਪ੍ਰੈਜ਼ੈਂਟ ਪਾਸਟ ਫਿਊਚਰ ਪਰਫੈਕਟ ਕੰਟੀਨਿਊਸ ਇੱਕ ਤੁਹਾਡਾ ਹੋ ਗਿਆ ਫਿਊਚਰ ਕੰਟੀਨਿਊਸ। ਤਾਂ ਇਹ ਚਾਰ ਟੈਂਸ ਨੇ ਜਿਨ੍ਹਾਂ ਦੀ ਵੌਇਸ ਚੇਂਜ ਨਹੀਂ ਹੁੰਦੀ। ਬਾਕੀ ਤੁਹਾਡੇ ਕੋਲੇ ਜਿਹੜੇ 8 ਰਹਿ ਜਾਂਦੇ ਉਹਨਾਂ ਦੀ ਵੌਇਸ ਚੇਂਜ ਹੋ ਜਾਂਦੀ ਹੈ। 8 ਕਿਹੜੇ ਆ ਇੰਡੈਫੀਨਿਟ ਦੇ ਤਿੰਨੋਂ ਕੰਟੀਨਿਊਸ ਦੇ 2 ਤੇ ਪਰਫੈਕਟ ਦੇ 3। ਤਾਂ ਇਹ ਜੀ ਤੁਹਾਡੇ ਕੋਲੇ ਸੈਂਟੈਂਸ ਜਿਨ੍ਹਾਂ ਦੀ ਆਪਣੇ ਕੋਲੇ ਵੌਇਸ ਚੇਂਜ ਹੋ ਜਾਂਦੀ ਹੈ।
ਇਹਨਾਂ ਨੂੰ ਤੁਸੀਂ ਇਹ ਜਿਹੜਾ ਨੋਟ ਕਰ ਸਕਦੇ ਹੋ। ਇਹ 8 ਹੀ ਜਿਹੜੇ ਟਾਈਪਸ ਹੋਣਗੇ ਜਿਨ੍ਹਾਂ ਦੀ ਵੌਇਸ ਚੇਂਜ ਹੋਏਗੀ। ਇਸ ਤੋਂ ਇਲਾਵਾ ਜਿਹੜਾ ਆਪਾਂ ਮੋਡਾਲ ਵਗੈਰਾ ਦੇਖਾਂਗੇ ਕਿ ਮੋਡਾਲ ਦੇ ਵਿੱਚ ਕਿਹੜੇ-ਕਿਹੜੇ ਜਿਹੜੇ ਆਪਣੇ ਕੋਲ ਵੌਇਸ ਚੇਂਜ ਕਰਦੇ ਆ, ਕਿਵੇਂ ਵੌਇਸ ਚੇਂਜ ਹੁੰਦੀ ਹੈ ਮੋਡਾਲ ਫਾਰਮ ਦੇ ਵਿੱਚ। ਇੰਟਰੋਗੇਟਿਵ ਤੇ ਆਪਾਂ ਕਿਵੇਂ ਵੌਇਸ ਚੇਂਜ ਕਰਦੇ ਹਾਂ। ਇੰਪੈਰੇਟਿਵ ਫਾਰਮ ਦੇ ਵਿੱਚ ਵੌਇਸ ਕਿਵੇਂ ਚੇਂਜ ਹੁੰਦੀ ਹੈ। 1 ਬਾਏ 1 ਜਿਵੇਂ-ਜਿਵੇਂ ਕਲਾਸਾਂ ਚੱਲਣਗੀਆਂ ਆਪਾਂ ਜਿਹੜਾ ਹੈਗਾ ਬੇਸਿਕ ਲੈਵਲ ਤੋਂ ਸਟਾਰਟ ਕਰਕੇ ਐਡਵਾਂਸ ਲੈਵਲ ਤੱਕ ਦੇ ਹਰ ਇੱਕ ਕੁਐਸਚਨ ਨੂੰ ਜਿਹੜਾ ਅਪਰੋਚ ਕਰਾਂਗੇ। ਹਾਂਜੀ, ਤਾਂ ਹੁਣ ਜਿਹੜਾ ਆਪਾਂ ਦੇਖਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਆਪਣੇ ਪ੍ਰੈਜ਼ੈਂਟ ਇੰਡੈਫੀਨਿਟ ਜੇ ਆਪਣੇ ਕੋਲ ਸਟਰਕਚਰ ਹੋਵੇ ਐਕਟਿਵ ਜਿਹੜਾ ਆਪਣੇ ਕੋਲ ਫਾਰਮ ਹੈ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਹੈ ਤਾਂ ਆਪਾਂ ਪੈਸਿਵ ਫਾਰਮ ਹੈ ਜਿਹੜੀ ਉਹਨੂੰ ਕਿਵੇਂ ਕਨਵਰਟ ਕਰਾਂਗੇ ਇਹ ਚੀਜ਼ ਜਿਹੜੀ ਆਪਾਂ ਸਭ ਤੋਂ ਪਹਿਲਾਂ ਦੇਖਣੀ। ਦੇਖੋ ਜੀ, ਤਾਂ ਤੁਹਾਨੂੰ ਜਿਹੜਾ ਰੂਲਸ ਹੈ ਉਹ ਸੈਂਟੈਂਸ 1 ਬਾਏ 1 ਹੈ ਜਿਹੜੇ ਇਸ ਤਰੀਕੇ ਨਾਲ ਹੀ ਸਲਾਈਡਸ ਬਹੁਤ ਚੰਗੇ ਤਰੀਕੇ ਨਾਲ ਜਿਹੜਾ ਤੁਹਾਨੂੰ ਮਟੀਰੀਅਲ ਹੈ ਉਹ ਪ੍ਰੋਵਾਈਡ ਕਰਵਾਇਆ ਜਾ ਰਿਹਾ। ਇਸ ਤਰੀਕੇ ਨਾਲ ਹੀ ਤੁਹਾਨੂੰ ਪੂਰੀਆਂ ਇਲੈਬੋਰੇਟ ਕਰਕੇ ਜਿਹੜੀਆਂ ਸਲਾਈਡਸ ਮਿਲਣਗੀਆਂ। ਹਰ ਇੱਕ ਟੌਪਿਕ ਤੇ ਬਹੁਤ ਹੀ ਚੰਗੇ ਤਰੀਕੇ ਨਾਲ ਨੋਟਸ ਨੇ ਜਿਹੜੇ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ। ਸੋ ਦੇਖੋ ਜੀ, ਆਪਣੇ ਕੋਲੇ ਫਰਸਟ ਹੈ ਜਿਵੇਂ ਐਕਟਿਵ ਵੌਇਸ। ਤਾਂ ਐਕਟਿਵ ਵੌਇਸ ਇਹ ਤੁਹਾਡੇ ਕੋਲੇ ਸੈਂਟੈਂਸ ਦੇਖੋ ਕਿ ਸਟਰਕਚਰ ਕੀ ਹੋਊਗੀ। ਸਬਜੈਕਟ ਹੈ, ਦੈਨ verb ਦੀ ਫਰਸਟ ਫਾਰਮ ਦਾ ਯੂਜ਼ ਕੀਤਾ ਹੋਇਆ, ਲਾਸਟ ਦੇ ਉੱਤੇ ਤੁਹਾਡੇ ਕੋਲੇ ਆਬਜੈਕਟ ਹੈ। ਤਾਂ ਕਿਹੜਾ ਟੈਂਸ ਬਣ ਜਾਂਦਾ ਤੁਹਾਡੇ ਕੋਲੇ ਪ੍ਰੈਜ਼ੈਂਟ ਇੰਡੈਫੀਨਿਟ। ਪ੍ਰੈਜ਼ੈਂਟ ਇੰਡੈਫੀਨਿਟ ਸੈਂਟੈਂਸ ਹੈ ਜੀ ਤੁਹਾਡੇ ਕੋਲ। ਤਾਂ ਜੇ ਤੁਹਾਡੇ ਕੋਲੇ ਕੋਈ ਵੀ ਸੈਂਟੈਂਸ ਐਕਟਿਵ ਵੌਇਸ ਦੇ ਵਿੱਚ ਹੈ ਜਿਵੇਂ ਕਿ ਪ੍ਰੈਜ਼ੈਂਟ ਇੰਡੈਫੀਨਿਟ ਫਾਰਮ ਦੇ ਵਿੱਚ ਹੈ ਤਾਂ ਉਹਦੀ ਤੁਸੀਂ ਪੈਸਿਵ ਫਾਰਮ ਕਿਵੇਂ ਬਣਾਉਣੀ ਹੈ। ਸਭ ਤੋਂ ਪਹਿਲੀ ਗੱਲ, ਸਬਜੈਕਟ ਨੂੰ ਤੁਸੀਂ ਆਬਜੈਕਟ ਬਣਾ ਦੋਗੇ ਜਿਵੇਂ ਇੱਥੇ ਕੀਤਾ ਗਿਆ। ਅੱਗੇ ਤੁਹਾਡੇ ਕੋਲੇ verb ਦੀ ਫਰਸਟ ਫਾਰਮ ਯੂਜ਼ ਕੀਤੀ ਹੈ ਤਾਂ ਤੁਸੀਂ ਇੱਥੇ ਯੂਜ਼ ਕਰੋਗੇ is am are। ਜਿਹੜੀ ਚੀਜ਼ ਤੁਸੀਂ ਐਕਸਟਰਾ ਜਿਹੜੀ ਤੁਸੀਂ ਐਡ ਕਰਨੀ ਹੈ ਉਹ ਹੈ ਜੀ is am are ਦਾ ਯੂਜ਼ ਹੋਏਗਾ। verb ਦੀ ਇੱਥੇ ਫਰਸਟ ਫਾਰਮ ਸੀ, ਇੱਥੇ ਤੁਹਾਡੇ ਕੋਲੇ verb ਦੀ ਥਰਡ ਫਾਰਮ ਹੋਏਗੀ। ਸਾਰਿਆਂ ਦੇ ਵਿੱਚ ਅਗੇਨ ਕਾਮਨ ਹੈ। ਆਬਜੈਕਟ ਨੂੰ ਸਬਜੈਕਟ ਬਣਾਉਣਾ ਕਾਮਨ ਹੈ, ਸਬਜੈਕਟ ਨੂੰ ਆਬਜੈਕਟ ਬਣਾਉਣਾ ਕਾਮਨ ਹੈ। ਅੱਗੇ ਤੁਹਾਡੇ ਕੋਲੇ ਜਿਹੜਾ ਵਰਡ ਬਾਈ ਯੂਜ਼ ਹੁੰਦਾ ਹੈ ਅਗੇਨ ਇਹ ਵੀ ਮੈਕਸਿਮਮ ਕੇਸਿਸ ਵਿੱਚ ਤੁਹਾਡੇ ਕੋਲੇ ਬਾਈ ਦਾ ਹੀ ਯੂਜ਼ ਹੁੰਦਾ ਹੈ। ਸੋ ਇਹ ਵੀ ਤੁਹਾਡੇ ਕੋਲੇ ਕਾਮਨ ਆ ਜਾਏਗਾ। ਤਾਂ ਚੀਜ਼ ਜਿਹੜੀ ਤੁਸੀਂ ਯਾਦ ਕਰਨੀ ਹੈ ਉਹ ਹੈ ਕਿ verb ਹੈਲਪਿੰਗ verb ਤੁਹਾਡੀ ਕੀ ਆਏਗੀ। ਤੇ ਹੈਲਪਿੰਗ verb ਤੁਸੀਂ is am are ਦਾ ਜਿਹੜਾ ਯੂਜ਼ ਆ ਉਹ ਕਰਨਾ ਹੁੰਦਾ ਹੈ। verb ਦੀ ਥਰਡ ਫਾਰਮ ਸਾਰਿਆਂ ਦੇ ਵਿੱਚ ਸੇਮ ਹੀ ਰਹੇਗੀ। ਹੁਣ ਜਿਵੇਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੋਈ ਹੈ, ਸਮਝਣ ਦੇ ਲਈ ਐਗਜ਼ਾਮਪਲ ਜ਼ਰੂਰੀ ਹੈ। ਸੋ ਐਗਜ਼ਾਮਪਲ ਦੇਖੋ, he does not take tea। he does not take tea। ਹੁਣ ਇੱਥੇ he ਆਪਣੇ ਕੋਲੇ ਸਬਜੈਕਟ ਆ ਗਿਆ। ਡੂ ਹੈ ਜਿਹੜੀ ਤੁਹਾਡੇ ਕੋਲੇ verb ਹੈ ਤੇ ਇਹਨੂੰ ਤੁਸੀਂ ਦੇਖੋ he ਦੇ ਨਾਲ ਆਪਣੇ ਕੋਲੇ ਕੀ ਹੁੰਦਾ ਸਿੰਗੂਲਰ verb ਕਰਨੀ ਹੈ। ਸੋ ਤੁਸੀਂ ਇੱਥੇ does ਦਾ ਯੂਜ਼ ਕੀਤਾ, does ਹੋ ਗਿਆ। do ਨਹੀਂ ਯੂਜ਼ ਹੋਊਗਾ ਬਿਕਾਜ਼ he ਸਿੰਗੂਲਰ ਹੈ ਤਾਂ verb ਵੀ ਸਿੰਗੂਲਰ ਹੋਣੀ ਚਾਹੀਦੀ ਹੈ। he does ਅੱਗੇ ਤੁਹਾਡੇ ਕੋਲੇ ਨੈਗੇਟਿਵ ਦੇ ਵਿੱਚ ਹੈ ਇਸ ਕਰਕੇ ਨਾਟ ਯੂਜ਼ ਕੀਤਾ ਹੋਇਆ take tea। he does not take tea। ਇਹ ਆ ਗਈ verb ਦੀ ਫਰਸਟ ਫਾਰਮ, ਇਹ ਆ ਗਈ ਤੁਹਾਡੀ ਹੈਲਪਿੰਗ verb। ਅੱਗੇ ਤੁਹਾਡੇ ਕੋਲੇ ਸੈਂਟੈਂਸ ਨੈਗੇਟਿਵ ਹੈ ਇਸੇ ਕਰਕੇ ਆਪਣੇ ਕੋਲੇ not ਹੈ ਜਿਹੜਾ ਯੂਜ਼ ਕੀਤਾ ਹੋਇਆ। ਸੋ he ਸਬਜੈਕਟ ਹੈ, does ਹੈਲਪਿੰਗ verb ਹੈ, not ਤੁਹਾਡੇ ਕੋਲੇ negation ਵਾਸਤੇ ਯੂਜ਼ ਕੀਤਾ ਗਿਆ, take ਆਪਣੇ ਕੋਲੇ verb ਦੀ ਫਰਸਟ ਫਾਰਮ ਆ ਜਾਂਦੀ ਹੈ ਤੇ tea ਤੁਹਾਡੇ ਕੋਲੇ ਆਬਜੈਕਟ ਹੈ। ਹਾਂ, ਬਾਤ ਕਰਨਾ ਆਪਾਂ ਨੇ ਚੇਂਜ ਵੌਇਸ ਨੂੰ ਐਕਟਿਵ ਟੂ ਪੈਸਿਵ ਦੇ ਵਿੱਚ। ਸੋ tea ਤੁਹਾਡਾ ਆਬਜੈਕਟ ਹੈ। ਸਭ ਤੋਂ ਪਹਿਲਾਂ ਆਬਜੈਕਟ ਨੂੰ ਸਬਜੈਕਟ ਬਣਾਵਾਂਗੇ। ਦੇਖੋ ਜੀ, ਸਬਜੈਕਟ ਬਣ ਗਿਆ। ਟੀ ਆਪਣਾ ਸਭ ਤੋਂ ਪਹਿਲਾਂ ਯੂਜ਼ ਹੋਇਆ। ਇਸ ਤੋਂ ਬਾਅਦ ਤੁਸੀਂ is am are ਦੇ ਵਿੱਚ ਇੱਕ ਚੀਜ਼ ਯੂਜ਼ ਕਰਨੀ ਹੈ। ਹੁਣ ਦੇਖੋ ਟੀ ਆਪਣੇ ਕੋਲੇ ਸਿੰਗੂਲਰ ਸਬਜੈਕਟ ਹੈ ਸੋ verb ਕੀ ਹੋਗੀ ਸਿੰਗੂਲਰ। is ਦਾ ਯੂਜ਼ ਕੀਤਾ ਗਿਆ। am ਦਾ ਯੂਜ਼ ਆਪਣਾ I ਦੇ ਨਾਲ ਹੁੰਦਾ ਹੈ। are ਦਾ ਯੂਜ਼ ਆਪਾਂ ਪਲੂਰਲ ਸਬਜੈਕਟ ਦੇ ਲਈ ਕਰ ਦਿੰਦੇ ਹਾਂ। ਟੀ ਆਪਣੇ ਕੋਲੇ ਸਿੰਗੂਲਰ ਸਬਜੈਕਟ ਹੈ ਇਸੇ ਕਰਕੇ ਆਪਾਂ is ਦਾ ਯੂਜ਼ ਕੀਤਾ। ਨੈਕਸਟ ਤੁਹਾਡੇ ਕੋਲੇ negation ਵਾਲਾ ਵਰਡ ਆ ਜਾਏਗਾ, not ਦਾ ਯੂਜ਼ ਹੋਇਆ। verb ਆਪਣੇ ਕੋਲੇ ਫਰਸਟ ਫਾਰਮ ਸੀ, ਥਰਡ ਫਾਰਮ ਦੇ ਵਿੱਚ ਕਨਵਰਟ ਹੋਏਗੀ। verb ਦੀ ਥਰਡ ਫਾਰਮ ਕੀ ਹੁੰਦੀ ਹੈ take, took, taken। ਟੇਕ ਦੀ ਕੀ ਹੁੰਦੀ ਹੈ ਜੀ ਟੇਕ ਫਰਸਟ ਫਾਰਮ ਹੈ, ਟੁਕ ਤੁਹਾਡੇ ਕੋਲੇ ਸੈਕੰਡ ਫਾਰਮ ਹੈ ਤੇ ਥਰਡ ਫਾਰਮ ਆ ਜਾਂਦੀ ਹੈ ਟੇਕਨ। ਟੇਕ, ਟੁਕ, ਟੇਕਨ। ਹੁਣ verb ਦੀ ਥਰਡ ਫਾਰਮ ਹੈ ਜਿਹੜੀ ਯੂਜ਼ ਕੀਤੀ ਜਾਏਗੀ। ਦੇਖੋ ਇੱਥੇ ਟੇਕਨ ਯੂਜ਼ ਕੀਤਾ। ਨੈਕਸਟ ਆਪਣੇ ਕੋਲੇ ਬਾਈ ਵਰਡ ਯੂਜ਼ ਕੀਤਾ। ਦੇਖੋ ਜੀ ਬਾਈ ਆਏਗਾ। ਲਾਸਟ ਉੱਤੇ ਤੁਹਾਡੇ ਕੋਲੇ ਸਬਜੈਕਟ ਯੂਜ਼ ਕੀਤਾ ਜਾਂਦਾ ਹੈ। ਸਬਜੈਕਟ ਕੀ ਸੀ ਇੱਥੇ ਹੀ ਸੀ ਜਿਹਨੂੰ ਆਪਾਂ ਕਿ ਆਬਜੈਕਟ ਬਣਾਵਾਂਗੇ। ਹੀ ਨੂੰ ਕੀ ਬਣਾ ਦਾਂਗੇ ਹਿਮ ਬਣਾ ਦਾਂਗੇ। ਜਿਵੇਂ ਤੁਹਾਨੂੰ ਦੱਸਿਆ ਪ੍ਰਨਾਉਨ ਦੇ ਵਿੱਚ ਚੇਂਜ ਹੋ ਜਾਂਦੇ ਆ। ਸਬਜੈਕਟਿਵ ਫਾਰਮ ਸਬਜੈਕਟਿਵ ਫਾਰਮ ਦੇ ਵਿੱਚ ਚੇਂਜ ਹੈ ਜਿਹੜੀ ਉਹ ਹੋ ਜਾਂਦੀ ਹੈ। ਸੈਂਟੈਂਸ ਕਿਵੇਂ ਬਣ ਜਾਏਗਾ he does not take tea। ਤਾਂ ਆਪਣਾ ਜਿਹੜਾ ਟ੍ਰਾਂਸਲੇਟ ਤੁਸੀਂ ਕਰੋਗੇ ਪੈਸਿਵ ਫਾਰਮ ਦੇ ਵਿੱਚ ਉਹ ਬਣ ਜਾਏਗਾ tea is not taken by him। ਆਈ ਹੋਪ ਤੁਹਾਨੂੰ ਕਨਸੈਪਟ ਕਲੀਅਰ ਹੋ ਗਿਆ ਹੋਵੇਗਾ। ਤਾਂ ਹੁਣ ਦੇਖੋਗੇ ਜੀ ਤੁਸੀਂ ਇਸ ਪਾਰਟਿਕੂਲਰ ਕਨਸੈਪਟ ਨਾਲ ਇਸ ਪਾਰਟਿਕੂਲਰ ਰੂਲ ਨਾਲ ਰਿਲੇਟਡ ਕੁਐਸਚਨ ਜਿਨ੍ਹਾਂ ਨੂੰ ਤੁਸੀਂ ਸੋਲਵ ਕਰਨਾ ਦੈਨ ਆਪਾਂ ਜਿਹੜਾ ਇਹਨਾਂ ਦੇ ਆਨਸਰ ਦੇਖਾਂਗੇ। ਦੇਖੇ फर्स्ट ਤੁਹਾਡੇ ਕੋਲੇ क्वेश्चन है I take tea। सेकंड क्वेश्चन है we grow vegetables and the third question is he writes a letter। ਹੁਣ ਤਿੰਨੋਂ ਸੈਂਟੈਂਸ ਦੇਖੋ ਧਿਆਨ ਨਾਲ ਪੜੋ ਤੇ ਇਹਦਾ ਜਿਹੜਾ ਹੈਗਾ ਤੁਸੀਂ ਪੈਸਿਵ ਫਾਰਮ ਹੈ ਉਹ ਬਣਾ ਚੈੱਕ ਕਰੋ ਜੇ ਕੀ ਪੈਸਿਵ ਫਾਰਮ ਹੈ ਜਿਹੜੀ ਇਹਨਾਂ ਦੀ ਬਣੇਗੀ। ਦੈਨ ਆਪਾਂ ਜਿਹੜਾ ਤੁਹਾਨੂੰ ਆਨਸਰ ਇੱਥੇ ਲਿਖਾਂਗੇ ਕਿਹੜੇ ਵਾਲੇ ਦਾ ਆਨਸਰ ਕੀ ਹੋਏਗਾ। ਦੇਖੋ ਤਿੰਨ ਸੈਂਟੈਂਸ ਨੇ 1 ਬਾय 1 ਤੁਸੀਂ ਹਰ ਇੱਕ ਨੂੰ ਬਣਾਉਣਾ ਹੈ। ਉਹੀ ਸੇਮ ਚੀਜ਼ ਤੁਹਾਡੇ ਕੋਲੇ ਕੀ ਯੂਜ਼ ਕੀਤਾ ਹੋਇਆ ਸਭ ਤੋਂ ਪਹਿਲਾਂ ਸਬਜੈਕਟ ਦੈਨ ਤੁਹਾਡੇ ਕੋਲੇ ਆ ਗਈ verb
वर्ब ਦੀ ਫਰਸਟ ਫਾਰਮ ਹੋਏਗੀ ਬਿਕਾਜ਼ ਇਹ ਪ੍ਰੈਜ਼ੈਂਟ ਇੰਡੈਫੀਨਿਟ ਨੂੰ ਆਪਾਂ ਟ੍ਰਾਂਸਲੇਟ ਕਰ ਰਹੇ ਹਾਂ ਪੈਸਿਵ ਫਾਰਮ ਦੇ ਵਿੱਚ। ਨੈਕਸਟ ਤੁਹਾਡੇ ਕੋਲ ਆ ਗਿਆ ਆਬਜੈਕਟ। ਹੁਣ ਦੇਖੋ ਇਹ ਸਬਜੈਕਟ ਆਪਣੇ ਕੋਲ ਹੈਗਾ ਜਿਹੜਾ ਸੈਂਟੈਂਸ ਉਹ ਕਿਹਦੇ ਵਿੱਚ ਹੈ, ਐਕਟਿਵ ਵੌਇਸ ਦੇ ਵਿੱਚ ਹੈ। ਹੁਣ ਇਹਨੂੰ ਬਣਾਵਾਂਗੇ ਆਪਾਂ ਪੈਸਿਵ ਫਾਰਮ। ਪੈਸਿਵ ਫਾਰਮ ਤੁਹਾਡੇ ਕੋਲ ਕੀ ਬਣ ਜਾਏਗੀ, ਹਾਂਜੀ ਤਾਂ ਆਬਜੈਕਟ ਪਹਿਲਾਂ ਸਬਜੈਕਟ ਬਣੇਗਾ ਟੀ ਆ ਗਿਆ, ਦੈਨ ਤੁਸੀਂ verb ਦੀ ਫਾਰਮ ਹੈ ਜਿਹੜੀ ਯੂਜ਼ ਕਰੋਗੇ, ਹੈਲਪਿੰਗ verb ਯੂਜ਼ ਕਰੋਗੇ, is am are ਦਾ ਯੂਜ਼ ਹੋਊਗਾ ਤਾਂ ਸੀ ਤੋਂ ਬਾਅਦ ਕੀ ਆਏਗਾ, is ਦਾ ਯੂਜ਼ ਹੋਏਗਾ ਬਿਕਾਜ਼ ਸਬਜੈਕਟ ਸਿੰਗੂਲਰ ਹੋ ਗਿਆ। ਅੱਗੇ ਤੁਸੀਂ ਯੂਜ਼ ਕਰਨਾ ਹੁੰਦਾ verb ਦੀ ਥਰਡ ਫਾਰਮ, ਟੀ is take ਦਾ ਕੀ ਬਣ ਜਾਏਗਾ, taken ਬਣ ਜਾਏਗਾ, taken। ਦੈਨ ਤੁਸੀਂ ਯੂਜ਼ ਕਰੋਗੇ word by ਐਂਡ ਲਾਸਟ ਤੇ ਤੁਹਾਡਾ ਸਬਜੈਕਟ ਆਬਜੈਕਟ ਬਣੇਗਾ। ਆਈ ਨੂੰ ਸਬਜੈਕਟ ਫਾਰਮ ਤੋਂ ਆਪਾਂ ਆਬਜੈਕਟ ਫਾਰਮ 'ਚ ਟ੍ਰਾਂਸਲੇਟ ਕੀਤਾ ਤਾਂ ਆਈ ਦਾ ਕੀ ਬਣ ਗਿਆ, me ਹੈ ਜਿਹੜਾ ਆਪਾਂ ਬਣਾਉਣਾ ਹੈ। ਨਾ ਲਾਸਟ ਆਪਣੇ ਕੋਲੇ ਫੁੱਲ ਸਟਾਪ, he is taken by me। ਸੋ ਇਹ ਸੀ ਜੀ ਪੈਸਿਵ ਫਾਰਮ ਤੁਹਾਡੀ ਫਰਸਟ ਸੈਂਟੈਂਸ ਦੀ। ਸੈਕੰਡ ਸੈਂਟੈਂਸ ਦੇਖੋ, ਸੈਕੰਡ ਸੈਂਟੈਂਸ ਦੇ ਵਿੱਚ ਸਬਜੈਕਟ ਕੀ ਆਪਣੇ ਕੋਲੇ ਵੀ ਹੈ, ਗਰੋ ਕੀ ਆਪਣੇ ਕੋਲੇ verb ਆ ਜਾਂਦੀ ਹੈ, verb ਦੀ ਫਰਸਟ ਫਾਰਮ ਹੈ, ਵੈਜੀਟੇਬਲਸ ਆਪਣੇ ਕੋਲੇ ਆਬਜੈਕਟ ਹੈ। ਹੁਣ ਇਹਨੂੰ ਦੇਖੋ ਕਿਵੇਂ ਪੈਸਿਵ ਫਾਰਮ ਬਣੂਗੀ, ਤਾਂ ਆਪਣੇ ਕੋਲੇ ਪਹਿਲਾਂ ਆਪਾਂ ਆਬਜੈਕਟ ਨੂੰ ਸਬਜੈਕਟ ਬਣਾਵਾਂਗੇ, ਆਬਜੈਕਟ ਦਾ ਜਿਹੜਾ ਆਪਣੇ ਕੋਲੇ ਵੈਜੀਟੇਬਲਸ ਹੈ ਸੋ ਸਬਜੈਕਟ ਬਣ ਗਿਆ ਵੈਜੀਟੇਬਲਸ। ਇਸ ਤੋਂ ਬਾਅਦ ਤੁਹਾਡੇ ਕੋਲ is am are ਦੇ ਵਿੱਚ ਕੀ ਯੂਜ਼ ਹੋਊਗਾ ਜੀ, are ਦਾ ਯੂਜ਼ ਹੋਊਗਾ। are ਕਿਉਂ ਯੂਜ਼ ਹੋਇਆ, ਬਿਕਾਜ਼ ਸਬਜੈਕਟ ਕੀ ਹੋ ਗਿਆ ਆਪਣਾ ਪਲੂਰਲ ਹੋ ਗਿਆ, ਵੈਜੀਟੇਬਲਸ ਪਲੂਰਲ ਹੈ, verb ਵੀ ਪਲੂਰਲ ਹੋਗੀ। ਅੱਗੇ ਆਪਣੇ ਕੋਲੇ ਆ ਜਾਏਗਾ verb ਦੀ ਥਰਡ ਫਾਰਮ ਹੈ grow, grow verb ਦੀ ਫਰਸਟ ਫਾਰਮ ਹੈ, ਸੈਕੰਡ ਫਾਰਮ ਤੁਹਾਡੇ ਕੋਲੇ grew ਹੁੰਦੀ ਹੈ ਐਂਡ ਦ ਥਰਡ ਫਾਰਮ ਇਜ਼ grow, grow grew grown। ਇਹ ਤੁਹਾਡੇ ਕੋਲੇ ਤਿੰਨ ਫਾਰਮਸ ਹੁੰਦੀਆਂ, grow grew grown, ਇਹਦਾ ਮਤਲਬ ਹੁੰਦਾ ਉਗਾਉਣਾ, ਪੈਦਾ ਕਰਨਾ। ਸੋ grown ਹੈ ਜਿਹੜਾ ਤੁਹਾਡੇ ਕੋਲੇ ਆ ਜਾਏਗਾ ਵੈਜੀਟੇਬਲਸ ਆਰ grown। ਅੱਗੇ ਤੁਹਾਡੇ ਕੋਲ ਵਰਡ ਆ ਗਿਆ ਬਾਏ ਐਂਡ ਲਾਸਟ ਤੁਹਾਡੇ ਕੋਲ ਸਬਜੈਕਟ ਨੂੰ ਤੁਸੀਂ ਬਣਾਓਗੇ ਆਬਜੈਕਟ। ਹੁਣ ਵੀ ਸਬਜੈਕਟ ਹੈ ਤਾਂ ਵੀ ਦਾ ਕੀ ਬਣੇਗਾ, ਅਸ ਹੈ ਜਿਹੜਾ ਤੁਸੀਂ ਬਣਾਓਗੇ। ਸੋ ਸੈਂਟੈਂਸ ਬਣ ਜਾਏਗਾ ਵੈਜੀਟੇਬਲਸ ਆਰ ਗਰੋਨ ਬਾਏ ਅਸ। ਆਈ ਹੋਪ ਤੁਹਾਨੂੰ ਜਿਹੜਾ ਹੈਗਾ ਇਹ ਸੈਂਟੈਂਸ ਕਲੀਅਰ ਹੋ ਗਿਆ ਹੋਵੇਗਾ। ਐਕਟਿਵ ਟੂ ਪੈਸਿਵ ਫਾਰਮ ਤੁਸੀਂ ਜਿਹੜੀ ਇਹਦੀ ਸਹੀ ਤਰੀਕੇ ਨਾਲ ਬਣਾਈ ਹੋਏਗੀ। ਲਾਸਟ ਤੁਹਾਡੇ ਕੋਲ ਸੈਂਟੈਂਸ ਸੀ ਹੀ ਰਾਈਟਸ ਅ ਲੈਟਰ, ਹੀ ਰਾਈਟਸ ਅ ਲੈਟਰ। ਹੁਣ ਇੱਥੇ ਦੇਖੋ ਅਗੇਨ ਸਬਜੈਕਟ verb ਤੇ ਆਬਜੈਕਟ ਆਪਾਂ ਫਾਈਂਡ ਆਊਟ ਕਰਦੇ ਹਾਂ। ਸਬਜੈਕਟ ਹੈ ਤੁਹਾਡਾ ਹੀ, verb ਆ ਜਾਂਦੀ ਹੈ ਰਾਈਟਸ, ਔਰ ਲੈਟਰ ਤੁਹਾਡਾ ਆਬਜੈਕਟ ਹੈ। ਹੁਣ ਇਹਨੂੰ ਬਣਾਓ ਜੀ ਪੈਸਿਵ ਫਾਰਮ ਦੇ ਵਿੱਚ, ਤਾਂ ਪੈਸਿਵ ਫਾਰਮ ਕਿਵੇਂ ਬਣੇਗੀ, ਆਬਜੈਕਟ ਨੂੰ ਸਬਜੈਕਟ ਬਣਾਤਾ ਔਰ ਲੈਟਰ। ਅੱਗੇ ਆਪਣੇ ਕੋਲ is am are ਦੇ ਵਿੱਚੋਂ ਸੈਂਟੈਂਸ ਦੇ ਵਿੱਚ ਯੂਜ਼ ਕੀਤੀ ਜਾਏਗੀ ਹੈਲਪਿੰਗ verb, ਤਾਂ is ਲੈਟਰ ਆਏਗਾ, ਸੌਰੀ ਲੈਟਰ is ਆਏਗਾ, are ਆਏਗਾ ਤੇ am ਆਏਗਾ। ਹਾਂਜੀ ਤਾਂ ਤੁਸੀਂ ਦੇਖਿਆ ਹੋਣਾ ਕਿ is ਦਾ ਯੂਜ਼ ਹੋਊਗਾ ਬਿਕਾਜ਼ ਇਹ ਸਿੰਗੂਲਰ ਹੈ, am ਦਾ ਯੂਜ਼ I ਨਾਲ ਹੁੰਦਾ ਹੈ ਤੇ are ਦਾ ਯੂਜ਼ ਆਪਾਂ ਪਲੂਰਲ ਵਾਸਤੇ ਯੂਜ਼ ਕਰਦੇ ਹੁੰਦੇ ਹਾਂ। ਹੁਣ ਇੱਥੇ ਲੈਟਰ ਸਿੰਗੂਲਰ ਸਬਜੈਕਟ ਹੈ, ਸੋ verb ਦੀ ਜਿਹੜੀ ਆਪਣੇ ਕੋਲ ਹੈਲਪਿੰਗ verb ਹੈ ਕੀ ਹੋਈ, ਸਿੰਗੂਲਰ ਯੂਜ਼ ਕੀਤੀ, ਆਪਾਂ is ਦਾ ਯੂਜ਼ ਕੀਤਾ। ਅੱਗੇ ਤੁਹਾਡੇ ਕੋਲ verb ਦੀ ਥਰਡ ਫਾਰਮ, ਇੱਥੇ ਫਰਸਟ ਫਾਰਮ ਰਾਈਟਸ ਹੈ, ਰਾਈਟਸ ਦੀ ਆਪਣੇ ਕੋਲ ਰਾਈਟ ਦੀ ਥਰਡ ਫਾਰਮ ਕੀ ਹੋਏਗੀ, ਕੀ ਫਾਰਮਸ ਹੁੰਦੀਆਂ ਨੇ, ਰਾਈਟ ਫਰਸਟ ਫਾਰਮ ਹੈ, रोड ਤੁਹਾਡੇ ਕੋਲੇ ਸੈਕੰਡ ਫਾਰਮ ਹੈ ਰਾਈਟ ਰੋਡ ਐਂਡ ਦ ਥਰਡ ਫਾਰਮ ਇਜ਼ ਰਿਟਨ, ਰਾਈਟ ਰੋਡ ਰਿਟਨ। ਤਾਂ ਹੁਣ ਅ ਲੈਟਰ ਇਜ਼ ਥਰਡ ਫਾਰਮ ਆ ਗਈ verb ਦੀ ਰਿਟਨ। ਅੱਗੇ ਤੁਹਾਡੇ ਕੋਲੇ word ਜਿਹੜਾ ਕਾਮਨ ਹੈ ਬਾਏ, he ਦਾ ਕੀ ਬਣ ਜਾਊਗਾ ਆਪਣੇ ਕੋਲੇ, ਆਬਜੈਕਟ ਬਣ ਜਾਊਗਾ, ਕੀ ਬਣੇਗਾ him। ਅ ਲੈਟਰ ਇਜ਼ ਰਿਟਨ ਬਾਏ him। ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਣਾ। ਹੁਣ ਇਹ ਸੀ ਆਪਣੇ ਕੋਲੇ ਸਾਰੇ ਦੇ ਸਾਰੇ ਸੈਂਟੈਂਸ ਜੋ ਆਪਾਂ ਦੇਖੇ ਹੈਗੇ ਪ੍ਰੈਜ਼ੈਂਟ ਇੰਡੈਫੀਨਿਟ ਸੈਂਟੈਂਸ ਜਿਹੜਾ ਕਿ ਆਪਣੇ ਕੋਲੇ ਐਕਟਿਵ ਫਾਰਮ ਦੇ ਵਿੱਚ ਦਿੱਤਾ ਹੋਇਆ, ਤਾਂ ਉਹਨੂੰ ਆਪਾਂ ਪੈਸਿਵ ਫਾਰਮ 'ਚ ਕਿਵੇਂ ਕਨਵਰਟ ਕਰਨਾ ਹੈ, ਰੂਲ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਹੀ ਗਿਆ ਹੋਵੇਗਾ। ਸੋ ਐਕਟਿਵ ਫਾਰਮ ਨੂੰ ਤੁਹਾਡੇ ਕੋਲੇ ਥ੍ਰੀ ਸਟਰਕਚਰ ਹੁੰਦਾ ਹੈ, ਸਬਜੈਕਟ, ਦੈਨ ਤੁਹਾਨੂੰ verb ਦਿੱਤੀ ਹੋਏਗੀ, ਇਸ ਤੋਂ ਬਾਅਦ ਤੁਹਾਡੇ ਕੋਲੇ ਆਬਜੈਕਟ ਹੋਏਗਾ, verb ਦੀ ਤੁਹਾਡੇ ਕੋਲੇ ਫਰਸਟ ਫਾਰਮ ਹੋਏਗੀ ਐਕਟਿਵ ਫਾਰਮ ਦੇ ਵਿੱਚ ਜਦੋਂ ਆਪਾਂ ਪ੍ਰੈਜ਼ੈਂਟ ਇੰਡੈਫੀਨਿਟ ਦੀ ਗੱਲ ਕਰ ਰਹੇ ਹਾਂ। ਅੱਗੇ ਤੁਹਾਡੇ ਕੋਲੇ ਜਦੋਂ ਤੁਸੀਂ ਇਹਨੂੰ ਕਰੋਗੇ ਆਪਣਾ ਪੈਸਿਵ ਫਾਰਮ ਦੇ ਵਿੱਚ ਟ੍ਰਾਂਸਲੇਟ, ਤਾਂ ਤੁਹਾਡੇ ਕੋਲੇ ਕੀ ਹੋ ਜਾਂਦਾ ਹੈ, ਸਭ ਤੋਂ ਪਹਿਲਾਂ ਤੁਸੀਂ ਸਬਜੈਕਟ ਨੂੰ ਆਬਜੈਕਟ ਬਣਾ ਦਿੰਦੇ ਹੋ, ਆਬਜੈਕਟ ਨੂੰ ਸਬਜੈਕਟ, ਸੋ ਆਬਜੈਕਟ ਤੁਹਾਡਾ ਬਣ ਗਿਆ ਸਬਜੈਕਟ। ਦੈਨ ਤੁਸੀਂ ਇਹ ਜਿਹੜਾ is am are ਦਾ ਯੂਜ਼ ਕਰਨਾ ਹੁੰਦਾ ਹੈ, verb ਦੀ ਤੁਹਾਡੇ ਕੋਲੇ ਥਰਡ ਫਾਰਮ ਆ ਜਾਂਦੀ ਹੈ, ਫਿਰ by ਦਾ ਯੂਜ਼ ਕਰਨਾ ਹੁੰਦਾ ਹੈ ਤੇ ਲਾਸਟ ਤੇ ਤੁਹਾਡਾ ਜਿਹੜਾ ਸਬਜੈਕਟ ਹੁੰਦਾ ਹੈ ਉਹਨੂੰ ਤੁਸੀਂ ਪੈਸਿਵ ਫਾਰਮ ਦੇ ਵਿੱਚ ਆਬਜੈਕਟ ਹੈ ਜਿਹੜਾ ਉਹ ਬਣਾ ਦੇਣਾ ਹੁੰਦਾ ਹੈ। ਇਹ ਸੀ ਤੁਹਾਡਾ ਫਰਸਟ ਟਾਈਪ ਪ੍ਰੈਜ਼ੈਂਟ ਇੰਡੈਫੀਨਿਟ ਐਕਟਿਵ ਟੂ ਪੈਸਿਵ ਫਾਰਮ ਹੈ ਜਿਹੜੀ ਕਿਵੇਂ ਟ੍ਰਾਂਸਲੇਟ ਹੋਏਗੀ। ਬਟ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਹਾਨੂੰ ਐਕਟਿਵ ਟੂ ਪੈਸਿਵ ਹੀ ਪੁੱਛਿਆ ਜਾਵੇ, ਪੈਸਿਵ ਟੂ ਐਕਟਿਵ ਵੀ ਪੁੱਛਿਆ ਜਾ ਸਕਦਾ। ਸੋ ਉਹ ਵੀ ਹੈ ਜਿਹੜਾ ਤੁਸੀਂ ਧਿਆਨ 'ਚ ਰੱਖਣਾ। ਹੁਣ ਜਿਵੇਂ ਤੁਹਾਨੂੰ ਇੱਥੇ ਦੇਤਾ ਅ ਲੈਟਰ ਇਜ਼ ਰਿਟਨ ਬਾਏ ਹਿਮ, ਹੁਣ ਇਹਨੂੰ ਤੁਸੀਂ ਕਿਵੇਂ ਟ੍ਰਾਂਸਲੇਟ ਕਰੋਗੇ, ਐਕਟਿਵ ਫਾਰਮ ਦੇ ਵਿੱਚ ਕਿਵੇਂ ਬਣਾਓਗੇ, ਤਾਂ ਉਹੀ ਸੇਮ ਜੀ ਤੁਹਾਡੇ ਕੋਲੇ ਹੁੰਦੀਆਂ ਚਾਰ ਆਪਸ਼ਨਸ। ਇਹਦੇ ਵਾਸਤੇ ਤੁਸੀਂ ਆਪਸ਼ਨਸ ਦੀ ਹੈਲਪ ਹੈ ਜਿਹੜੀ ਜ਼ਰੂਰ ਲੈਣੀ ਹੈ, ਬਿਕਾਜ਼ ਜਦੋਂ ਆਪਾਂ ਐਵੇਂ ਬਣਾ ਲੈਂਦੇ ਹਾਂ ਇੱਥੇ ਤੁਹਾਡੇ ਕੋਲ ਐਕਟਿਵ ਟੂ ਪੈਸਿਵ ਬਣਾਉਣਾ ਬਹੁਤ ਈਜ਼ੀ ਹੈ, ਪੈਸਿਵ ਟੂ ਜਦੋਂ ਆਪਾਂ ਐਕਟਿਵ ਬਣਾਉਣਾ ਉੱਥੇ ਆਪਣੀ ਗਲਤੀ ਦੇ ਚਾਂਸਸ ਆ ਜਿਹੜੇ ਬਹੁਤ ਜ਼ਿਆਦਾ ਹੋ ਜਾਂਦੇ ਆ। ਸੋ ਉਹਦੇ ਵਾਸਤੇ ਤੁਹਾਡੇ ਕੋਲ ਆਪਸ਼ਨ ਮੈਥਡ, ਸੋ ਤੁਸੀਂ ਆਪਸ਼ਨ ਜਿਹੜੀਆਂ ਜ਼ਰੂਰ ਚੈੱਕ ਕਰਨੀਆਂ ਨੇ, ਆਪਸ਼ਨ ਚੈੱਕ ਕਰਕੇ ਹੀ ਜਿਹੜਾ ਆਪਣਾ ਪੈਸਿਵ ਟੂ ਐਕਟਿਵ ਫਾਰਮ ਹੈ ਜਿਹੜਾ ਤੁਸੀਂ ਆਨਸਰ ਮਾਰਕ ਕਰੋਗੇ। ਹਾਂਜੀ ਤਾਂ ਨੈਕਸਟ ਟੌਪਿਕ ਦੇਖੋ, ਨੈਕਸਟ ਆਪਣੇ ਕੋਲੇ ਕੰਸੈਪਟ ਐਕਟਿਵ ਵੌਇਸ ਜੇ ਤੁਹਾਨੂੰ ਮਿਲ ਰਹੀ ਹੈ ਸਬਜੈਕਟ ਵੈਨ verb ਦੀ ਸੈਕੰਡ ਫਾਰਮ ਤੇ ਲਾਸਟ ਤੇ ਆਬਜੈਕਟ ਫਾਰਮ ਦੇ ਵਿੱਚ, ਤਾਂ ਹੁਣ ਇਹ ਕਿਹੜਾ ਟੈਂਸ ਬਣ ਗਿਆ, ਸਬਜੈਕਟ verb ਦੀ ਸੈਕੰਡ ਫਾਰਮ ਆਬਜੈਕਟ, ਕਿਹੜਾ ਟੈਂਸ ਹੈ ਜੀ, ਇਹ ਹੈ ਪਾਸਟ ਇੰਡੈਫੀਨਿਟ। ਪਾਸਟ ਇੰਡੈਫੀਨਿਟ ਦਾ ਸਿੰਪਲ ਪਾਸਟ ਤੁਸੀਂ ਕਹਿ ਸਕਦੇ ਹੋ। ਹੁਣ ਜੇ ਵੀ ਤੁਹਾਡੇ ਕੋਲੇ ਐਕਟਿਵ ਵੌਇਸ ਮਿਲ ਜਾਂਦੀ ਹੈ ਪਾਸਟ ਇੰਡੈਫੀਨਿਟ ਦੇ ਵਿੱਚ ਸਬਜੈਕਟ verb ਦੀ ਸੈਕੰਡ ਫਾਰਮ ਆਬਜੈਕਟ ਦਾ ਯੂਜ਼ ਕੀਤਾ ਹੋਇਆ ਹੈ, ਤਾਂ ਉਹਦੀ ਪੈਸਿਵ ਫਾਰਮ ਕੀ ਬਣੇਗੀ, ਤਾਂ ਪਹਿਲਾਂ ਤੁਸੀਂ ਆਬਜੈਕਟ ਯੂਜ਼ ਕਰੋਗੇ,
ਸਬਜੈਕਟ ਨੂੰ ਤੁਸੀਂ ਆਬਜੈਕਟ ਬਣਾ ਦੋਗੇ, ਆਬਜੈਕਟ ਨੂੰ ਤੁਸੀਂ ਸਬਜੈਕਟ ਬਣਾ ਦੋਗੇ, ਸੋ ਆਬਜੈਕਟ ਕੀ ਬਣ ਗਿਆ ਤੁਹਾਡਾ, ਸਬਜੈਕਟ ਬਣ ਗਿਆ ਪੈਸਿਵ ਵੌਇਸ ਦੇ ਵਿੱਚ। ਅੱਗੇ ਤੁਸੀਂ ਬਾਜ਼ ਵਰਡ ਦਾ ਯੂਜ਼ ਕਰਨਾ ਹੁੰਦਾ, ਉਧਰ ਆਪਾਂ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਇਜ਼ ਐਮ ਆਰ ਯੂਜ਼ ਕੀਤਾ ਸੀ, ਪਾਸਟ ਇੰਡੈਫੀਨਿਟ ਦੇ ਵਿੱਚ ਤੁਹਾਡਾ ਬਾਜ਼ ਵਰਡ ਹੋਏਗਾ। ਅੱਗੇ ਤੁਸੀਂ ਵਰਬ ਦੀ ਥਰਡ ਫਾਰਮ ਯੂਜ਼ ਕਰੋਗੇ, ਦੈਨ ਬਾਈ ਵਰਡ ਯੂਜ਼ ਹੋਏਗਾ ਤੇ ਲਾਸਟ ਉੱਤੇ ਤੁਹਾਡਾ ਕੀ ਹੋਏਗਾ, ਸਬਜੈਕਟ ਯੂਜ਼ ਕੀਤਾ ਜਾਏਗਾ, ਜੋ ਕਿ ਐਕਟਿਵ ਵੌਇਸ ਦਾ ਸਬਜੈਕਟ ਹੁੰਦਾ ਤੇ ਆਪਣਾ ਪੈਸਿਵ ਵੌਇਸ ਦਾ ਆਬਜੈਕਟ ਬਣ ਜਾਂਦਾ। ਹਾਂਜੀ, ਤਾਂ ਐਗਜ਼ਾਮਪਲ ਤੁਹਾਨੂੰ ਦਿੱਤੀ ਗਈ ਹੈ। ਐਗਜ਼ਾਮਪਲ ਕੀ ਹੈ, he did not see me, he did not see me, ਤਾਂ he ਤੁਹਾਡੇ ਕੋਲ ਸਬਜੈਕਟ ਹੈ, did not ਹੈ ਜਿਹੜੀ ਤੁਹਾਡੇ ਕੋਲ, ਤੁਸੀਂ did ਹੈਲਪਿੰਗ ਵਰਬ ਕਹਿ ਸਕਦੇ ਹੋ, ਤੇ not ਹੈ ਜਿਹੜੇ ਨੇਗੇਸ਼ਨ ਵਾਸਤੇ ਯੂਜ਼ ਕੀਤਾ ਗਿਆ, ਕੋਈ ਚੀਜ਼ ਨਹੀਂ ਕੀਤੀ ਜਾ ਰਹੀ ਉਹਦੇ ਵਾਸਤੇ ਯੂਜ਼ ਕੀਤਾ ਗਿਆ। see ਤੁਹਾਡੇ ਕੋਲੇ ਬਹੁਤ ਹੀ ਫਸਟ ਫਾਰਮ ਵੈਸੇ ਯੂਜ਼ ਕੀਤੀ ਗਈ ਹੈ, ਬਿਕਾਜ਼ ਇੱਥੇ did ਹੈ ਜਿਹੜਾ ਤੁਹਾਡੇ ਕੋਲੇ ਬਹੁਤ ਦੀ ਸੈਕੰਡ ਫਾਰਮ ਯੂਜ਼ ਕੀਤੀ ਜਾ ਚੁੱਕੀ ਹੈ। ਅੱਗੇ ਤੁਹਾਡੇ ਕੋਲੇ ਵਰਡ ਆ ਗਿਆ ਜੀ me, me ਕੀ ਆਪਣੇ ਕੋਲੇ ਆਬਜੈਕਟ ਹੈ। he did not see me, ਜਦ ਤੁਸੀਂ ਸਿੰਪਲ ਜੇ ਕਿਸੇ ਨੂੰ ਦੇਖਿਆ ਜਾ ਰਿਹਾ ਤਾਂ ਤੁਸੀਂ ਕੀ ਯੂਜ਼ ਕਰੋਗੇ, he saw me, he saw me, ਤਾਂ ਹੁਣ ਤੁਹਾਡੇ ਕੋਲ verb ਦੀ ਸੈਕੰਡ ਫਾਰਮ ਉੱਥੇ ਆ ਜਾਏਗੀ। ਹੁਣ ਇੱਥੇ ਦੇਖੋ did ਤੁਹਾਡੇ ਕੋਲ ਕੀ ਆ ਗਿਆ, verb ਦੀ ਸੈਕੰਡ ਫਾਰਮ ਯੂਜ਼ ਕੀਤੀ ਜਾ ਰਹੀ ਹੈ। ਅੱਗੇ ਤੁਹਾਡੇ ਕੋਲ verb ਦੀ ਫਰਸਟ ਫਾਰਮ ਤੇ me ਯੂਜ਼ ਕੀਤਾ ਗਿਆ। ਤਾਂ ਹੁਣ ਦੇਖੋ ਆਪਣੇ ਕੋਲ ਇਹਨੂੰ ਆਪਾਂ ਕਿਵੇਂ ਟ੍ਰਾਂਸਲੇਟ ਕਰਾਂਗੇ ਪੈਸਿਵ ਵੌਇਸ ਦੇ ਵਿੱਚ। ਉਹਦੇ ਵਾਸਤੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਆਬਜੈਕਟ ਸਬਜੈਕਟ ਬਣੇਗਾ, ਆਬਜੈਕਟ me ਹੈ ਤਾਂ me ਨੂੰ ਤੁਸੀਂ ਸਬਜੈਕਟ ਫਾਰਮ ਵਿੱਚ ਕੀ ਯੂਜ਼ ਕਰਨਾ ਹੁੰਦਾ ਹੈ, I ਦਾ me ਬਣ ਜਾਂਦਾ ਹੈ, me ਦਾ I ਬਣ ਜਾਏਗਾ। ਹੁਣ ਇੱਥੇ ਤੁਹਾਡੇ ਕੋਲ ਇਸ ਤੋਂ ਬਾਅਦ ਆਏਗਾ ਬਾਜ਼ ਵਰਡ ਦੇ ਵਿੱਚੋਂ ਕੋਈ ਇੱਕ ਵਰਡ, ਹੁਣ I ਦੇ ਨਾਲ ਬਾਜ਼ ਆਉਂਦਾ ਜਬ ਬਾਰ ਆਉਂਦਾ, ਤਾਂ ਇਹ ਤੁਹਾਨੂੰ ਪਤਾ ਹੈ ਬਾਜ਼ ਦਾ ਯੂਜ਼ ਕੀਤਾ ਜਾਏਗਾ। ਅੱਗੇ ਤੁਹਾਡੇ ਕੋਲ ਇਹ ਨੈਗੇਟਿਵ ਸੀ ਤਾਂ ਨਾਟ ਦਾ ਯੂਜ਼ ਕੀਤਾ। ਦੈਨ ਤੁਸੀਂ ਵਰਬ ਦੀ ਥਰਡ ਫਾਰਮ, ਫਰਸਟ ਫਾਰਮ ਤੁਹਾਡੇ ਕੋਲ ਸੀ ਹੈ, ਸੈਕਿੰਡ ਆਪਣੇ ਕੋਲ ਹੁੰਦੀ ਹੈ saw, ਐਂਡ the third form is seen, see saw see, ਤਾਂ seen ਹੈ ਜਿਹੜਾ ਤੁਸੀਂ verb ਦੀ third form ਨੂੰ ਯੂਜ਼ ਕੀਤਾ। ਦੈਨ ਤੁਹਾਡੇ ਕੋਲੇ ਬਾਈ ਵਰਡ ਯੂਜ਼ ਕੀਤਾ ਤੇ ਲਾਸਟ ਉੱਤੇ ਤੁਸੀਂ ਆਪਣਾ ਜਿਹੜਾ ਆਬਜੈਕਟ ਯੂਜ਼ ਕੀਤਾ, ਜੋ ਕਿ ਆਪਣਾ ਐਕਟਿਵ ਵੌਇਸ ਦਾ ਸਬਜੈਕਟ ਹੁੰਦਾ ਹੈ। ਸੋ ਹੀ ਦਾ ਆਬਜੈਕਟਿਵ ਫਾਰਮ ਕੀ ਹੋਏਗਾ, ਤੁਹਾਡੇ ਕੋਲੇ ਹਿਮ ਹੋਏਗਾ। ਐਵੇਂ ਤੁਸੀਂ ਜਿਹੜਾ ਇਹਨੂੰ ਟ੍ਰਾਂਸਲੇਟ ਕਰਨਾ ਹੁੰਦਾ ਹੈ ਸਬਜੈਕਟ ਆਪਣਾ ਐਕਟਿਵ ਵੌਇਸ ਟੂ ਪੈਸਿਵ ਵੌਇਸ ਦੇ ਵਿੱਚ। ਜੇ ਤੁਹਾਡੀ ਐਕਟਿਵ ਵੌਇਸ ਯੂਜ਼ ਕੀਤੀ ਗਈ ਹੈ ਪਾਸਟ ਇੰਡੈਫੀਨਿਟ ਦੇ ਵਿੱਚ, ਤਾਂ ਤੁਹਾਡੇ ਕੋਲੇ ਰੂਲ ਕੀ ਹੋਏਗਾ, ਤੁਸੀਂ ਬਾਜ਼ ਵਰਡ ਦਾ ਯੂਜ਼ ਕਰੋਗੇ, ਬਾਕੀ ਚੀਜ਼ਾਂ ਜਿਹੜੀਆਂ ਤੁਹਾਡੇ ਕੋਲੇ ਐਜ਼ ਇਟ ਇਜ਼ ਜਿਵੇਂ ਤੁਸੀਂ ਪ੍ਰੈਜ਼ੈਂਟ ਇੰਡੈਫੀਨਿਟ ਦੇ ਵਿੱਚ ਕੀਤੀਆਂ ਸੀ। ਹਾਂਜੀ, ਤਾਂ ਹੁਣ ਇਸ ਪਾਰਟਿਕੂਲਰ ਟੌਪਿਕ ਨਾਲ ਰਿਲੇਟਡ ਤੁਹਾਡੇ ਕੋਲੇ ਕੁਐਸਚਨ ਨੇ, ਤਿੰਨ ਕੁਐਸਚਨ ਨੇ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਗਏ ਆ। ਸਭ ਤੋਂ ਪਹਿਲਾਂ ਤੁਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ, ਆਪਣਾ ਰੂਲ ਹੈ ਜਿਹੜਾ ਕਿ ਅਪਲਾਈ ਕਰਨ ਦੀ ਕੋਸ਼ਿਸ਼ ਕਰਨੀ ਹੈ, ਦੈਨ ਤੁਹਾਨੂੰ ਇਹਨਾਂ ਦੇ ਆਨਸਰ ਮਾਰਕ ਕਰਾਂਗੇ। ਦੇਖੋ ਜੀ, first sentence is I played a match, second sentence is they forgot it, and the third sentence is you never drove a car. ਇਹਨਾਂ ਕੁਐਸਚਨ ਨੂੰ ਕਰਦੇ ਟਾਈਮ ਆਪਣੇ ਰੂਲਸ ਜਿਹੜੇ ਹੈਗੇ ਤੁਸੀਂ ਮਾਈਂਡ ਦੇ ਵਿੱਚ ਜ਼ਰੂਰ ਰੱਖਣੇ ਆ। ਬਾਕੀ ਆਪਸ਼ਨ ਨਾਲ ਜਿਹੜਾ ਕਰਨਾ ਇਹਨਾਂ ਨੂੰ ਹੋਰ ਵੀ ਈਜ਼ੀ ਹੋ ਜਾਂਦਾ ਹੈ। ਇਹ ਤੁਹਾਨੂੰ ਰੂਲਸ ਕਰਵਾਇਆ ਜਾ ਰਿਹਾ, ਸੋ ਆਪਾਂ ਵਿਦਆਊਟ ਆਪਸ਼ਨ ਹੈ ਜਿਹੜੇ ਤੁਹਾਡੇ ਲਈ ਕੁਐਸਚਨ ਲੈ ਕੇ ਆ ਰਹੇ ਹਾਂ। ਬਟ ਜਦੋਂ ਤੁਹਾਨੂੰ ਇਹੀ ਸੇਮ ਚੀਜ਼ ਜਦੋਂ ਤੁਸੀਂ ਵਿਦਆਊਟ ਆਪਸ਼ਨ ਜਿਹੜੇ ਹੈਗੇ ਕੁਐਸਚਨ ਕਰਨੇ ਸਿੱਖ ਗਏ, ਤਾਂ ਆਪਸ਼ਨ ਨਾਲ ਤੁਹਾਡੇ ਲਈ ਹੋਰ ਵੀ ਈਜ਼ੀ ਹੋ ਜਾਏਗਾ। ਜਦੋਂ ਤੁਹਾਡੀ ਲਾਸਟ ਕਲਾਸ ਹੋਏਗੀ, ਪ੍ਰੈਕਟਿਸ ਕਲਾਸ ਹੋਏਗੀ ਬॉयਜ਼ ਦੀ, ਉੱਥੇ ਤੁਹਾਨੂੰ ਆਪਸ਼ਨ ਦੇ ਨਾਲ ਹੈ ਜਿਹੜੇ ਕੁਐਸਚਨ ਦਿੱਤੇ ਜਾਣਗੇ, ਉੱਥੇ ਤੁਸੀਂ ਇਹ ਜਿਹੜਾ ਉਹਨਾਂ ਨੂੰ ਦੇਖ ਕੇ ਕਰਨਾ ਹੋਏਗਾ। ਇੱਥੇ ਤੁਸੀਂ ਇੱਕ ਵਾਰ ਜਿਹੜਾ ਆਪਣੀ ਮਰਜ਼ੀ ਦੇ ਨਾਲ ਦੇਖੋ ਕਿ ਕਿਸ ਤਰੀਕੇ ਨਾਲ ਜਿਹੜਾ ਤੁਹਾਡੇ ਕੋਲ ਸੈਂਟੈਂਸ ਬਣੇਗਾ। ਵਿਦਆਊਟ ਆਪਸ਼ਨ ਤੁਹਾਨੂੰ ਜਿਹੜੇ ਕੁਐਸਚਨ ਦਿੱਤੇ ਜਾ ਰਹੇ। ਸੋ ਦੇਖੋ ਆਪਣਾ ਫਰਸਟ ਸੈਂਟੈਂਸ ਦੇਖਦੇ ਹਾਂ। ਆਈ ਕੀ ਹੈ, ਸਬਜੈਕਟ ਹੈ। ਪਲੇਡ ਤੁਹਾਡੇ ਕੋਲੇ verb ਆ ਗਈ, verb ਦੀ ਸੈਕੰਡ ਫਾਰਮ ਹੈ ਪਲੇ, ਪਲੇਡ, ਪਲੇਡ। ਦੈਨ ਆਪਣੇ ਕੋਲੇ ਆਬਜੈਕਟ ਆ ਜਾਂਦਾ ਹੈ ਅ ਮੈਚ। ਹੁਣ ਇਹਨੂੰ ਕਰੋਗੇ ਜੀ ਤੁਸੀਂ ਕਨਵਰਟ ਪੈਸਿਵ ਵੌਇਸ ਦੇ ਵਿੱਚ, ਕਦੇ ਐਕਟਿਵ ਦੇ ਵਿੱਚ ਆਪਾਂ ਪੈਸਿਵ ਵੌਇਸ ਕੀ ਬਣੇਗੀ, ਪੈਸਿਵ ਵੌਇਸ ਆਪਾਂ ਬਣਾਵਾਂਗੇ, ਕੀ ਬਣੇਗੀ ਪੈਸਿਵ ਵੌਇਸ, ਆਈ ਪਲੇਡ ਅ ਮੈਚ। ਤਾਂ ਮੈਚ ਜਿਹੜਾ ਤੁਹਾਡੇ ਕੋਲੇ ਪਹਿਲਾ ਆਬਜੈਕਟ ਹੈ ਉਹ ਬਣ ਜੂਗਾ ਸਬਜੈਕਟ, ਕੀ ਬਣ ਜੂਗਾ ਅ ਮੈਚ। ਨੈਕਸਟ ਤੁਸੀਂ ਬਾਜ਼ ਵਰਡ ਦਾ ਯੂਜ਼ ਕਰੋਗੇ, ਅ ਮੈਚ ਸਿੰਗੂਲਰ ਹੈ ਸੋ ਕੀ ਆ ਜਾਊਗਾ, ਬਾਜ਼ ਆ ਜਾਊਗਾ। ਅੱਗੇ ਤੁਸੀਂ verb ਦੀ ਥਰਡ ਫਾਰਮ ਯੂਜ਼ ਕਰੋਗੇ ਪਲੇਡ, ਪਲੇ, ਪਲੇਡ, ਪਲੇਡ ਹੀ ਹੁੰਦੀ ਹੈ, ਤੁਹਾਨੂੰ ਪਹਿਲੀ ਦੱਸ ਚੁੱਕੀ ਹਾਂ। ਅੱਗੇ ਤੁਹਾਡੇ ਕੋਲ ਆ ਜਾਏਗਾ ਜੀ ਸਬਜੈਕਟ, ਬਾਈ ਤੋਂ ਬਾਅਦ ਪਹਿਲਾਂ ਆਪਾਂ ਬਾਈ ਯੂਜ਼ ਕਰਾਂਗੇ, ਦੈਨ ਤੁਸੀਂ ਸਬਜੈਕਟ ਦਾ ਯੂਜ਼ ਕਰੋਗੇ। ਸਬਜੈਕਟ ਆਪਣਾ ਆਈ ਆਪਾਂ ਆਬਜੈਕਟਿਵ ਫਾਰਮ ਯੂਜ਼ ਕੀਤੀ, ਉਹ ਹੈਗੀ ਆਪਣੇ ਕੋਲੇ ਮੀ। ਅ ਮੈਚ ਵਾਸ ਪਲੇਡ ਬਾਏ ਮੀ, ਤਾਂ ਇਹ ਸੀ ਜੀ ਤੁਹਾਡੀ ਪੈਸਿਵ ਵੌਇਸ। ਫਰਸਟ ਸੈਂਟੈਂਸ ਨੂੰ ਤੁਸੀਂ ਟ੍ਰਾਂਸਲੇਟ ਕਰਨਾ ਸੀ ਪੈਸਿਵ ਵੌਇਸ ਦੇ ਵਿੱਚ। ਆਈ ਹੋਪ ਤੁਸੀਂ ਸਹੀ ਕੀਤਾ ਹੋਣਾ। ਸੈਕਿੰਡ ਚੈੱਕ ਕਰੋ, ਸੈਕਿੰਡ ਦਾ ਕੀ ਆਂਸਰ ਆਏਗਾ। ਹੁਣ ਵਨ ਬਾय ਵਨ ਆਪਣੇ ਆਂਸਰ ਜ਼ਰੂਰ ਚੈੱਕ ਕਰਦੇ ਰਹਿਣਾ ਕਿ ਤੁਸੀਂ ਸਹੀ ਬਣਾਇਆ ਜਾਂ ਫਿਰ ਗਲਤ ਬਣਾਇਆ। ਹੁਣ ਇਹ ਆਪਣੇ ਕੋਲੇ ਅਗੇਨ ਤਿੰਨ ਪਾਰਟ ਆ ਗਏ, ਸਬਜੈਕਟ, ਦੈਨ ਤੁਹਾਡੇ ਕੋਲੇ verb ਦੀ ਸੈਕੰਡ ਫਾਰਮ, ਲਾਸਟ ਉੱਤੇ ਆਪਣੇ ਕੋਲੇ ਆਬਜੈਕਟ ਹੈ। ਸਭ ਤੋਂ ਪਹਿਲਾਂ ਆਬਜੈਕਟ ਨੂੰ ਯੂਜ਼ ਕਰਾਂਗੇ ਇਟ, ਦੈਨ ਆਪਾਂ ਯੂਜ਼ ਕਰਾਂਗੇ ਬਾਜ਼ ਵਰਡ ਦੇ ਵਿੱਚੋਂ ਇੱਕ ਵਰਡ, ਤਾਂ ਇਟ ਵਾਸ। ਅੱਗੇ ਤੁਹਾਡੇ ਕੋਲੇ ਫॉरगॉट ਵਰਡ ਲਿਖਿਆ ਹੋਇਆ ਹੈ, verb ਦੀ ਸੈਕੰਡ ਫਾਰਮ ਹੈ। ਆਪਣੇ ਕੋਲੇ ਫॉरगेट ਫਰਸਟ ਹੁੰਦੀ ਹੈ, ਫॉरगेट ਭੁੱਲ ਜਾਣਾ, फॉरगॉट ਸੈਕੰਡ ਫਾਰਮ ਹੁੰਦੀ ਹੈ, ਐਂਡ फॉरगॉटन ਤੁਹਾਡੇ ਕੋਲੇ ਥਰਡ ਫਾਰਮ ਹੈ। ਇਹ ਚੀਜ਼ ਹੈ ਜਿਹੜੀ ਤੁਸੀਂ ਧਿਆਨ ਚ ਰੱਖਣੀ ਹੈ, फॉरगेट, फॉरगॉट, फॉरगॉटन। ਸੋ फॉरगॉटन ਜਿਹੜਾ ਤੁਹਾਡੇ ਕੋਲੇ ਯੂਜ਼ ਕੀਤਾ ਜਾਏਗਾ, ਇਟ ਵਾਸ फॉरगॉटन ਬਾਏ। ਦੇ ਦਾ ਕੀ ਬਣ ਜਾਏਗਾ, ਦੇ ਸਬਜੈਕਟ ਆ, ਆਬਜੈਕਟ ਬਣਿਆ ਤਾਂ ਕੀ ਬਣ ਜਾਊਗਾ ਜੀ them।
ਦੇ ਦਾ ਬਣ ਜਾਏਗਾ them। ਹੁਣ ਇਹ pronoun ਨੂੰ ਕਿਵੇਂ ਚੇਂਜ ਕਰਨਾ ਉਹ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ। ਸੋ he him ਹੋ ਜਾਂਦਾ ਹੈ, she her ਹੋ ਜਾਂਦਾ ਹੈ, it ਹੀ ਰਹਿੰਦਾ ਹੈ, you ਹੋ ਜਾ you ਹੀ ਰਹਿੰਦਾ ਹੈ। we ਦਾ ਭਾਰਤ ਬਣਾ ਦਿੰਦੇ ਹਾਂ, ਦੇ ਦਾ them ਬਣ ਜਾਂਦਾ ਹੈ। ਇਹ ਤੁਹਾਨੂੰ ਸਲਾਈਡ ਦੇ ਉੱਤੇ ਪਹਿਲਾਂ ਹੀ ਸ਼ੋ ਕੀਤਾ ਜਾ ਚੁੱਕਿਆ ਤੇ ਉਹਨਾਂ ਨੂੰ ਵੀ ਤੁਸੀਂ ਰਿਵਾਈਜ਼ ਜ਼ਰੂਰ ਕਰਨਾ। ਬਾਕੀ pronoun ਦੇ ਵਿੱਚ ਆਪਾਂ ਕਰ ਚੁੱਕੇ ਹਾਂ। ਫਿਰ ਆਪਣਾ ਸਬਜੈਕਟਿਵ ਫਾਰਮ pronoun ਕਿਵੇਂ ਬਣਦਾ ਹੈ ਤੇ ਆਬਜੈਕਟਿਵ ਫਾਰਮ ਆਫ pronoun ਜਿਹੜੀ ਕੀ ਹੁੰਦੀ ਹੈ। ਹਾਂਜੀ, ਤੇ ਲਾਸਟ ਜਿਹੜਾ ਤੁਹਾਡੇ ਕੋਲ ਸੈਂਟੈਂਸ ਹੈ ਉਹ ਹੈ you would never drove a car। you never drove a ਕਾਰ। ਤਾਂ ਅਗੇਨ ਚੈੱਕ ਕਰ ਲਓ, ਯੂ ਤੁਹਾਡੇ ਕੋਲੇ ਸਬਜੈਕਟ ਆ ਗਿਆ, ਨੈਵਰ ਤੁਹਾਡੇ ਕੋਲੇ ਨਿਗੇਸ਼ਨ ਵਾਸਤੇ ਯੂਜ਼ ਕੀਤਾ ਵਰਡ ਹੈ, ਡਰੋਵ ਤੁਹਾਡੀ ਵਰਬ ਦੀ ਸੈਕੰਡ ਫਾਰਮ ਆ ਜਾਂਦੀ ਹੈ, ਕਾਰ ਤੁਹਾਡੀ ਉਹ ਆਪਣਾ ਆਬਜੈਕਟ ਆ ਜਾਂਦਾ। ਕਾਰ ਹੈ ਜਿਹੜਾ ਆਬਜੈਕਟ ਆ ਜਾਂਦਾ। ਫਿਰ ਡਰੋਵ ਤੁਹਾਡੀ ਵਰਬ ਦੀ ਸੈਕੰਡ ਫਾਰਮ ਹੈ, ਫਰਸਟ ਫਾਰਮ ਕੀ ਹੁੰਦੀ ਹੈ ਡਰਾਈਵ। ਡਰਾਈਵ ਮਤਲਬ ਚਲਾਉਣਾ। ਸੈਕੰਡ ਫਾਰਮ ਹੈ ਜੀ ਡਰੋਵ ਐਂਡ ਦ ਥਰਡ ਫਾਰਮ ਇਜ਼ ਡਰੋਵਨ। ਡਰਾਈਵ ਡਰੋਵ ਡਰੋਵਨ। ਤਾਂ ਹੁਣ ਚੈੱਕ ਕਰੋ, ਥਰਡ ਕੁਐਸਚਨ ਹੈ ਤੁਹਾਡੇ ਕੋਲ, ਕਿਹੜਾ ਤੁਹਾਡੇ ਕੋਲ ਇੱਥੇ ਆਨਸਰ ਹੋਏਗਾ। ਸਭ ਤੋਂ ਪਹਿਲਾਂ ਆਪਾਂ ਯੂਜ਼ ਕਰਾਂਗੇ ਜੀ ਆਪਣਾ ਆਬਜੈਕਟ ਨੂੰ ਬਣਾਵਾਂਗੇ ਸਬਜੈਕਟ। ਆਬਜੈਕਟ ਨੂੰ ਆਪਣਾ ਸਬਜੈਕਟ ਬਣਾਵਾਂਗੇ। ਯੂਜ਼ ਕੀਤਾ a car। a car। ਨੈਕਸਟ ਤੁਸੀਂ ਬਾਜ਼ ਯੂਜ਼ ਕਰੋਗੇ, ਬਾਜ਼ ਜਾਂ ਫਿਰ ਵਰ ਦੇ ਵਿੱਚੋਂ। ਤਾਂ ਹੁਣ ਬਾਜ਼ ਆਏਗਾ ਜਾਂ ਫਿਰ ਵਰ ਆਏਗਾ। ਹਾਂਜੀ, ਤਾਂ ਤੁਸੀਂ ਯੂਜ਼ ਕਰੋਗੇ a car ਦੇ ਨਾਲ ਬਾਜ਼ ਦਾ। a car was। ਨੈਕਸਟ ਤੁਹਾਡੇ ਕੋਲੇ ਆ ਜਾਏਗਾ ਨੈਗੇਟਿਵ ਵਰਡ ਆਪਾਂ ਯੂਜ਼ ਕੀਤਾ ਨੈਵਰ। a car was never drive drove ਸੌਰੀ ਡਰਾਈਵਰ। ਡਰਾਈਵ ਡਰੋ ਡਰਾਈਵਰ। ਤਾਂ ਆਪਣੇ ਕੋਲੇ ਆ ਜਾਏਗਾ ਡਰਾਈਵਰ। a car was never driven by ਯੂ। ਆਪਣੇ ਕੋਲੇ ਯੂ ਹੀ ਰਹੇਗਾ। ਤਾਂ ਸੈਂਟੈਂਸ ਕੀ ਬਣ ਗਿਆ, ਆਪਾਂ ਐਕਟਿਵ ਟੂ ਪੈਸਿਵ ਫਾਰਮ ਦੇ ਵਿੱਚ ਟ੍ਰਾਂਸਲੇਟ ਕੀਤਾ ਹੈ। ਤਾਂ ਆਪਣਾ ਕੀ ਹੋਇਆ, ਕੀ ਸੈਂਟੈਂਸ ਸੀ, ਯੂ ਸਬਜੈਕਟ ਸੀ, ਨੈਵਰ ਨੇਗੇਸ਼ਨ ਵਰਡ ਸੀ, ਵਰਬ ਦੀ ਸੈਕੰਡ ਫਾਰਮ ਯੂਜ਼ ਕੀਤੀ ਹੋਈ ਸੀ, ਆਬਜੈਕਟ ਸੀ, ਪਾਸਟ ਇੰਡੈਫੀਨਿਟ ਸੀ। ਆਪਾਂ ਕਿਵੇਂ ਟ੍ਰਾਂਸਲੇਟ ਕਰਾਂਗੇ ਇਹਨੂੰ, ਕਾਰ ਆਪਣਾ ਜਿਹੜਾ ਆਬਜੈਕਟ ਹੈ ਉਹ ਸਬਜੈਕਟ ਬਣ ਗਿਆ। ਨੈਕਸਟ ਆਪਾਂ ਵਾਸ ਵਰਡ ਦੇ ਵਿੱਚ ਵਰਡ ਯੂਜ਼ ਕੀਤਾ ਵਾਸ। ਨੈਵਰ ਤੁਹਾਡੇ ਕੋਲੇ ਨੈਗੇਟਿਵ ਵਰਡ ਹੈ, ਉਹ ਹੈਲਪਿੰਗ ਵਰਬ ਤੋਂ ਬਾਅਦ ਹੀ ਯੂਜ਼ ਕੀਤਾ ਜਾਂਦਾ, ਸੋ ਵਾਸ ਨੈਵਰ। ਅਗੇ ਤੁਸੀਂ ਵਰਬ ਦੀ ਥਰਡ ਫਾਰਮ ਬਣਾਉਣੀ ਹੁੰਦੀ ਹੈ ਡਰਾਈਵ ਡਰੋਵ ਡਰਾਈਵਨ ਹੁੰਦੀ ਹੈ, ਸੋ ਡਰਾਈਵਨ ਯੂਜ਼ ਕੀਤੀ। ਅਗੇ ਬਾਏ ਆ ਜਾਂਦਾ ਤੇ ਲਾਸਟ ਤੇ ਤੁਹਾਡੇ ਕੋਲੇ ਸਬਜੈਕਟ ਜਿਹੜਾ ਆਬਜੈਕਟ ਬਣ ਜਾਏਗਾ ਉਹ ਆ ਜਾਂਦਾ ਟੂ। ਸੋ ਇਹ ਸੀ ਜੀ ਤੁਹਾਡੇ ਤਿੰਨ ਕੁਐਸਚਨ ਜਿਹੜੇ ਤੁਸੀਂ ਦੇਖੇ ਆ। ਨੈਕਸਟ ਜਿਹੜੀ ਆਪਣੇ ਕੋਲੇ ਸੈਂਟੈਂਸ ਬਣ ਜਾਂਦਾ ਉਹ ਹੁੰਦਾ ਫਿਊਚਰ ਇੰਡੈਫੀਨਿਟ ਦਾ, ਜਿਹਨੂੰ ਆਪਾਂ ਕਰਾਂਗੇ। ਹਾਂਜੀ, ਤਾਂ ਦੇਖੋ ਅਗਲੀ ਜਿਹੜੀ ਟਾਈਪ ਆ ਜਾਂਦੀ ਹੈ ਕਿ ਐਕਟਿਵ ਵੌਇਸ ਜੇ ਤੁਹਾਨੂੰ ਮਿਲੇ ਸਬਜੈਕਟ ਵਿਲ ਸ਼ੈਲ ਵਰਬ ਦੀ ਫਰਸਟ ਫਾਰਮ ਦੈਨ ਆਬਜੈਕਟ। ਇਹ ਵਾਲਾ ਤੁਹਾਡੇ ਕੋਲੇ ਸਟਰਕਚਰ ਹੈ। ਕਿਹੜੀ ਦਾ ਕਿਹੜੇ ਸੈਂਟੈਂਸ ਕਿਹੜੇ ਟੈਂਸ ਦਾ ਸਟਰਕਚਰ ਹੈ, ਇਹ ਹੈ ਫਿਊਚਰ ਇੰਡੈਫੀਨਿਟ। ਫਿਊਚਰ ਇੰਡੈਫੀਨਿਟ ਕਹਿ ਲਓ ਚਾਹੇ ਸਿੰਪਲ ਫਿਊਚਰ ਕਹਿ ਲਓ। ਹੁਣ ਇਹ ਫਿਊਚਰ ਇੰਡੈਫੀਨਿਟ ਦੀ ਸਟਰਕਚਰ ਹੈ, ਸਬਜੈਕਟ ਵਿਲ ਸ਼ੈਲ ਵਰਬ ਦੀ ਫਰਸਟ ਫਾਰਮ ਦੈਨ ਆਬਜੈਕਟ। ਹੁਣ ਜਦੋਂ ਇਹਨੂੰ ਬਣਾਓਗੇ ਤੁਸੀਂ ਪੈਸਿਵ ਫਾਰਮ ਤਾਂ ਤੁਸੀਂ ਕਿਵੇਂ ਬਣਾਓਗੇ, ਤਾਂ ਸਬਜੈਕਟ ਤੁਹਾਡਾ ਆਬਜੈਕਟ ਬਣ ਜਾਏਗਾ, ਆਬਜੈਕਟ ਸਬਜੈਕਟ ਬਣ ਜਾਏਗਾ। ਹਾਂਜੀ, ਤਾਂ ਆਬਜੈਕਟ ਨੂੰ ਆਪਾਂ ਬਣਾਤਾ ਸਬਜੈਕਟ, ਦੈਨ ਵਿਲ ਸ਼ੈਲ ਦਾ ਯੂਜ਼ ਹੋਏਗਾ। ਇਸ ਤੋਂ ਬਾਅਦ ਤੁਸੀਂ ਬੀ ਫਾਰਮ ਯੂਜ਼ ਕਰੋਗੇ। ਅੱਗੇ ਤੁਹਾਡੇ ਕੋਲੇ ਵਰਬ ਦੀ ਥਰਡ ਫਾਰਮ ਯੂਜ਼ ਕੀਤੀ ਜਾਏਗੀ, ਬਾਈ ਦਾ ਯੂਜ਼ ਹੋਏਗਾ। ਦੈਨ ਲਾਸਟ ਦੇ ਉੱਤੇ ਤੁਹਾਡੇ ਕੋਲੇ ਜਿਹੜਾ ਸਬਜੈਕਟ ਹੁੰਦਾ ਹੈ ਐਕਟਿਵ ਵੌਇਸ ਦਾ, ਤੁਹਾਡਾ ਪੈਸਿਵ ਵੌਇਸ ਕੀ ਬਣ ਜਾਂਦਾ ਹੈ ਆਬਜੈਕਟ ਬਣ ਜਾਂਦਾ। ਹੁਣ ਐਗਜ਼ਾਮਪਲ ਚੈੱਕ ਕਰੋ ਜੀ, I shall not help you। I shall not help you। ਹੁਣ ਦੇਖੋ ਆਪਣੇ ਕੋਲੇ ਸਬਜੈਕਟ ਕੀ ਹੈ I। ਇਸ ਤੋਂ ਬਾਅਦ ਬਿਲ ਸ਼ੈਲ ਦੇ ਵਿੱਚ ਸ਼ੈਲ ਦਾ ਯੂਜ਼ ਕੀਤਾ। ਨਾਟ ਤੁਹਾਡੇ ਕੋਲੇ ਨੈਗੇਟਿਵ ਵਰਡ ਹੈ ਜੋ ਕਿ ਤੁਹਾਡੇ ਕੋਲੇ ਹੈਲਪਿੰਗ ਵਰਬ ਦੇ ਨਾਲ ਹੀ ਆ ਜਾਏਗਾ। ਹੈਲਪ ਤੁਹਾਡੇ ਕੋਲੇ ਵਰਬ ਦੀ ਫਰਸਟ ਫਾਰਮ ਆ ਜਾਂਦੀ ਹੈ। ਯੂ ਤੁਹਾਡੇ ਕੋਲੇ ਕੀ ਆ ਗਿਆ, ਆਬਜੈਕਟ ਆ ਗਿਆ। ਹੁਣ ਆਬਜੈਕਟ ਨੂੰ ਬਣਾਇਆ ਸਬਜੈਕਟ ਯੂ। ਅੱਗੇ ਤੁਸੀਂ ਯੂ ਦੇ ਨਾਲ ਬਿਲ ਸ਼ੈਲ ਦੇ ਵਿੱਚੋਂ ਕੀ ਯੂਜ਼ ਕਰਦੇ ਹੋ, ਬਿਲ ਦਾ ਯੂਜ਼ ਕੀਤਾ ਜਾਂਦਾ ਹੈ। ਆਈ ਤੇ ਵੀ ਦੇ ਨਾਲ ਆਪਣੇ ਕੋਲੇ ਸ਼ੈਲ ਆਉਂਦਾ ਹੁੰਦਾ ਹੈ, ਬਟ ਮਾਡਰਨ ਇੰਗਲਿਸ਼ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਆਪਾਂ ਆਈ ਵੀ ਦੇ ਨਾਲ ਵੀ ਬਿਲ ਦਾ ਯੂਜ਼ ਹੈ ਜਿਹੜਾ ਉਹ ਕਰ ਲੈਂਦੇ ਆ। ਬਾਕੀ ਜਿਹੜੇ ਤੁਹਾਡੇ ਕੋਲੇ ਵਰਡ ਰਹਿ ਜਾਂਦੇ ਆ, ਯੂ ਹੋ ਗਿਆ, ਹੀ ਹੋ ਗਿਆ, ਸ਼ੀ ਹੋ ਗਿਆ, ਇਟ ਹੋ ਗਿਆ, ਉਹਨਾਂ ਦੇ ਨਾਲ ਬਿਲ ਦਾ ਯੂਜ਼ ਕੀਤਾ ਜਾਂਦਾ ਹੈ। ਸੋ ਯੂ ਬਿਲ। ਨੈਕਸਟ ਤੁਸੀਂ ਨਾਟ ਦਾ ਯੂਜ਼ ਕੀਤਾ। ਦੈਨ ਤੁਹਾਡੇ ਕੋਲੇ ਜਿਹੜਾ ਵਰਡ ਸੀ ਬੀ ਫਾਰਮ ਉਸ ਨੂੰ ਯੂਜ਼ ਕੀਤੀ ਬੀ। ਦੈਨ ਤੁਹਾਡੇ ਕੋਲੇ ਵਰਬ ਦੀ ਥਰਡ ਫਾਰਮ ਆਈ ਹੈਵ, ਹੈਵਡ ਐਂਡ ਹੈਵਡ। ਇਹ ਤੁਹਾਡੇ ਕੋਲੇ ਵਰਬ ਦੀਆਂ ਥ੍ਰੀ ਫਾਰਮਸ ਹੈਵਡ ਹੈਵਡ ਹੈਵਡ। ਤਾਂ ਹੈਵ ਦੀ ਯੂਜ਼ ਕੀਤੀ, ਦੈਨ ਤੁਸੀਂ ਬਾਈ ਦਾ ਯੂਜ਼ ਕੀਤਾ ਤੇ ਲਾਸਟ ਤੇ ਤੁਹਾਡੇ ਕੋਲੇ ਆਈ ਦਾ ਆਬਜੈਕਟਿਵ ਫਾਰਮ ਕੀ ਬਣ ਜਾਏਗਾ, ਮੀ ਬਣ ਜਾਏਗਾ। ਹਾਂਜੀ, ਤਾਂ ਇਹ ਸੀ ਤੁਹਾਡੇ ਕੋਲੇ ਫਿਊਚਰ ਇੰਡੈਫੀਨਿਟ ਦੀ ਸਟਰਕਚਰ। ਐਕਟਿਵ ਵੌਇਸ ਤੁਹਾਡੇ ਕੋਲੇ ਕਿਸ ਤਰੀਕੇ ਨਾਲ ਹੁੰਦੀ ਹੈ ਤੇ ਪੈਸਿਵ ਵੌਇਸ ਦੀ ਸਟਰਕਚਰ ਕੀ ਬਣੇਗੀ, ਬਸ ਬੀ ਦੀ ਫਾਰਮ ਤੇ ਵਰਬ ਦੀ ਥਰਡ ਫਾਰਮ ਤੁਸੀਂ ਇੱਕ ਹੀ ਚੀਜ਼ ਹੈ ਜਿਹੜੀ ਧਿਆਨ 'ਚ ਰੱਖਣੀ ਹੈ। ਬਾਕੀ ਜਿਹੜਾ ਤੁਹਾਡੇ ਕੋਲੇ ਸੈਂਟੈਂਸ ਜਿਵੇਂ ਆਪਾਂ ਪ੍ਰੈਜ਼ੈਂਟ ਇੰਡੈਫੀਨਿਟ ਤੇ ਪਾਸਟ ਇੰਡੈਫੀਨਿਟ ਕੀਤਾ ਉਸੇ ਤਰੀਕੇ ਨਾਲ ਹੈ ਜਿਹੜਾ ਉਹ ਚੇਂਜ ਹੋਏਗਾ। ਚੈੱਕ ਕਰੋ ਕੁਐਸਚਨ ਹੈ ਜੀ ਤੁਹਾਡੇ ਕੋਲੇ ਤਿੰਨ ਕੁਐਸਚਨ ਨੇ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਗਏ ਆ। ਇਹਨਾਂ ਦੇ ਆਨਸਰ ਤੁਸੀਂ ਮਾਰਕ ਕਰਨੇ ਆ। ਵਨ ਬਾਏ ਵਨ ਹੈ ਜਿਹੜੇ ਆਪਾਂ ਇਹਨਾਂ ਨੂੰ ਡਿਸਕਸ ਵੀ ਕਰਾਂਗੇ। ਹਾਂਜੀ, ਸਭ ਤੋਂ ਪਹਿਲਾਂ ਤੁਸੀਂ ਟਰਾਈ ਕਰੋ ਕਿ ਕਿਹਦਾ ਆਨਸਰ ਤੁਹਾਡੇ ਕੋਲੇ ਕੀ ਆਏਗਾ, ਸਬਜੈਕਟ ਕੀ ਹੈ, ਵਰਬ ਕੀ ਹੈ, ਆਬਜੈਕਟ ਕੀ ਹੈ, ਤੇ ਉਸ ਅਕੋਰਡਿੰਗ ਤੁਸੀਂ ਇਹਨਾਂ ਨੂੰ ਟ੍ਰਾਂਸਲੇਟ ਕਰਨਾ ਹੈ ਪੈਸਿਵ ਵੌਇਸ ਦੇ ਵਿੱਚ।
हाँ जी, तो सब तो पहला अपने कोल सेंटेंस देखो, ਵੀ ਕਿ ਆਪਣੇ ਕੋਲੇ ਸਬਜੈਕਟ ਹੈ, ਸ਼ੈਲ ਹੈ, ਇਸ ਤੋਂ ਬਾਅਦ will shall ਦਾ ਯੂਜ਼ ਕੀਤਾ ਜਾ ਰਿਹਾ, वो ਆਪਣੇ ਕੋਲ ਹੈਲਪਿੰਗ verb ਆ ਜਾਂਦੀ ਹੈ, ਦੈਨ ਤੁਸੀਂ ਹੈਲਪ ਦਾ ਯੂਜ਼ ਕੀਤਾ, verb ਦੀ ਫਰਸਟ ਫਾਰਮ ਆ ਗਈ, ਦੈਨ ਤੁਸੀਂ ਆਬਜੈਕਟ ਯੂਜ਼ ਕੀਤਾ ਯੂ। ਹੁਣ ਇਹਨੂੰ ਜਦੋਂ ਆਪਾਂ ਕਨਵਰਟ ਕਰਾਂਗੇ ਪੈਸਿਵ ਵੌਇਸ ਦੇ ਵਿੱਚ, ਪੈਸਿਵ ਵੌਇਸ ਕਿਵੇਂ ਬਣੇਗੀ ਉਹ ਦੇਖੋ ਜੀ। ਤਾਂ ਯੂ ਹੈ ਜਿਹੜਾ ਤੁਹਾਡਾ ਆਬਜੈਕਟ ਉਹ ਬਣ ਗਿਆ ਸਬਜੈਕਟ, ਦੈਨ ਤੁਸੀਂ will shall ਦੇ ਵਿੱਚ ਕੀ ਯੂਜ਼ ਕਰੋਗੇ, ਯੂ ਦੇ ਨਾਲ will, you will। ਅੱਗੇ ਤੁਹਾਡੇ ਕੋਲੇ be ਫਾਰਮ ਹੁੰਦੀ ਹੈ, ਸੋ ਤੁਸੀਂ will ਤੋਂ ਬਾਅਦ ਕੀ ਯੂਜ਼ ਕੀਤਾ be, you will be। ਅੱਗੇ ਤੁਹਾਡੇ ਕੋਲ ਆ ਜਿਵੇਂ verb ਦੀ ਥਰਡ ਫਾਰਮ ਹੈਲਪ ਕੀ ਹੁੰਦੀ ਹੈ, ਹੈਲਪ ਹੁੰਦੀ ਹੈ ਜਿਵੇਂ ਤੁਹਾਨੂੰ ਸੈਂਟੈਂਸ ਦੇ ਵਿੱਚ ਪਿੱਛੇ ਕਰਵਾਇਆ ਹੀ ਹੈ, ਹੈਲਪ। ਅੱਗੇ ਤੁਹਾਡੇ ਕੋਲੇ ਵਰਡ ਆ ਜਾਂਦਾ ਹੈ ਬਾਏ, ਲਾਸਟ ਵਿੱਚ ਤੁਹਾਡੇ ਕੋਲੇ ਸਬਜੈਕਟ ਆਬਜੈਕਟ ਬਣ ਜਾਂਦਾ ਹੈ, ਤਾਂ ਵੀ ਸਬਜੈਕਟ ਹੈ ਤਾਂ ਕੀ ਬਣ ਜਾਏਗਾ ਆਬਜੈਕਟ, ਆਸ ਯੂਜ਼ ਕੀਤਾ ਜਾਏਗਾ। ਸੋ ਯੂ ਵਿਲ ਬੀ ਹੈਲਪਡ ਬਾਏ us। ਇਹ ਸੀ ਜਿਹੜਾ ਤੁਹਾਡਾ ਪੈਸਿਵ ਫਾਰਮ ਹੋਏਗਾ ਫਰਸਟ ਸੈਂਟੈਂਸ ਦਾ, ਯੂ ਵਿਲ ਬੀ ਹੈਲਪਡ ਬਾਏ us। ਸੈਕੰਡ ਸੈਂਟੈਂਸ ਹਾਂਜੀ, ਤਾਂ ਸੈਕੰਡ ਸੈਂਟੈਂਸ ਦੇ ਵਿੱਚ ਸਬਜੈਕਟ ਕੀ ਹੈ ਯੂ, ਫਿਰ ਤੁਹਾਡੀ ਹੈਲਪਿੰਗ verb ਆ ਜਾਂਦੀ ਹੈ, ਰਾਈਟ ਤੁਹਾਡੀ ਮੇਨ verb ਆ ਜਾਂਦੀ ਹੈ, ਸਟੋਰੀ ਤੁਹਾਡਾ ਆਬਜੈਕਟ ਹੋ ਜਾਂਦਾ ਹੈ। ਤਾਂ ਹੁਣ ਇਹ ਅਗੇਨ ਤੁਹਾਡੇ ਕੋਲੇ ਫਿਊਚਰ ਇੰਡੈਫੀਨਿਟ ਦਾ ਟੈਂਸ ਹੈ, ਤਾਂ ਇਹਨੂੰ ਕਿਵੇਂ ਟ੍ਰਾਂਸਲੇਟ ਕਰਾਂਗੇ, ਆਬਜੈਕਟ ਸਬਜੈਕਟ ਬਣ ਗਿਆ ਸਟੋਰੀ। ਵਿਲ ਸ਼ੈਲ ਦੇ ਵਿੱਚ ਤੁਹਾਡੇ ਕੋਲੇ ਕੀਵਰਡ ਯੂਜ਼ ਹੋਏਗਾ ਵਿਲ ਯੂਜ਼ ਹੋਏਗਾ, ਸ਼ੈਲ ਦਾ ਯੂਜ਼ ਸਿਰਫ ਆਈ ਤੇ ਵੀ ਦੇ ਨਾਲ ਹੁੰਦਾ ਹੈ, ਔਰ ਸਟੋਰੀ ਵਿਲ। ਅੱਗੇ ਤੁਹਾਡੇ ਕੋਲੇ ਆਏਗੀ ਬੀ ਫਾਰਮ, ਦੈਟ ਇਜ਼ ਬੀ। verb ਦੀ ਥਰਡ ਫਾਰਮ ਰਾਈਟ ਰੋਟ ਰਿਟਨ, ਜਿਵੇਂ ਆਪਾਂ ਪਿੱਛੇ ਸੈਂਟੈਂਸ ਦੇ ਵਿੱਚ ਤੁਹਾਨੂੰ ਕਰਵਾਈ ਹੈ, ਰਿਟਨ ਬਾਏ। ਅੱਗੇ ਯੂ ਹੈ ਜਿਹੜਾ ਤੁਹਾਡੇ ਕੋਲੇ ਯੂ ਹੀ ਰਹਿ ਜਾਏਗਾ ਹਾਂਜੀ। ਤਾਂ ਇਹ ਸੀ ਤੁਹਾਡੇ ਕੋਲੇ ਪੈਸਿਵ ਫਾਰਮ ਆਫ ਸੈਕੰਡ ਸੈਂਟੈਂਸ, ਦੈਟ ਇਜ਼ ਯੂ ਵਿਲ ਰਾਈਟ ਅ ਸਟੋਰੀ, ਅ ਸਟੋਰੀ ਵਿਲ ਬੀ ਰਿਟਨ ਬਾਏ ਯੂ। ਥਰਡ ਸੈਂਟੈਂਸ ਦੇਖੋ, ਸ਼ੀ ਵਿਲ ਨੈਵਰ ਸੈਲ ਦਿਸ ਹਾਊਸ, ਤਾਂ ਇਹਦਾ ਆਪਣੇ ਕੋਲੇ ਕੀ ਬਣੇਗਾ, ਸ਼ੀ ਸਬਜੈਕਟ ਹੈ, ਵਿਲ ਤੁਹਾਡੇ ਕੋਲ ਹੈਲਪਿੰਗ verb ਹੈ, ਨੈਵਰ ਤੁਹਾਡੇ ਕੋਲ ਨੇਗੇਸ਼ਨ ਵਾਸਤੇ ਯੂਜ਼ ਕੀਤਾ ਗਿਆ, ਸੈਲ verb ਦੀ ਫਰਸਟ ਫਾਰਮ ਆ ਜਾਂਦੀ ਹੈ, ਦਿਸ ਹਾਊਸ ਤੁਹਾਡੇ ਕੋਲੇ ਆਬਜੈਕਟ ਹੋ ਜਾਂਦਾ ਹੈ। ਹੁਣ ਚੇਂਜ ਕਿਵੇਂ ਕਰਾਂਗੇ, ਹੋ ਜਾਏਗਾ ਤੁਹਾਡੇ ਕੋਲੇ ਦਿਸ ਹਾਊਸ ਆਬਜੈਕਟ ਜੋ ਕਿ ਸਬਜੈਕਟ ਬਣ ਗਿਆ ਦਿਸ ਹਾਊਸ। ਵਿਲ ਸ਼ੈਲ ਦੇ ਵਿੱਚੋਂ ਕੀ ਆਏਗਾ ਵਿਲ ਨੈਵਰ, ਅੱਗੇ ਬੀ ਦੀ ਫਾਰਮ, ਸੈਲ ਦਾ ਕੀ ਬਣ ਜਾਏਗਾ verb ਦੀ ਥਰਡ ਫਾਰਮ ਸੋਲਡ, ਸੈਲ ਸੋਲਡ ਸੋਲਡ, ਸੈਲ ਸੋਲਡ ਸੋਲਡ, verb ਦੀ ਥਰਡ ਫਾਰਮ ਸੋਲਡ ਆ ਗਈ। ਅੱਗੇ ਤੁਹਾਡੇ ਕੋਲੇ ਬਾਈ ਯੂਜ਼ ਕੀਤਾ, ਲਾਸਟ ਵਿੱਚ ਤੁਸੀਂ ਸਬਜੈਕਟ ਨੂੰ ਬਣਾ ਦੋਗੇ ਆਬਜੈਕਟ, ਸ਼ੀ ਸਬਜੈਕਟ ਹੈ, ਆਬਜੈਕਟ ਕੀ ਬਣ ਜਾਏਗਾ ਹਰ। This house will never be sold by her। ਰਾਈਟ ਸੀ ਜੀ ਤੁਹਾਡਾ ਥਰਡ ਸੈਂਟੈਂਸ, ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਸੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਡਿਸਕਸ ਕੀਤੇ ਹੈਗੇ ਕੁਝ ਕੁ ਇੰਪੋਰਟੈਂਟ ਟੌਪਿਕ ਜੋ ਕਿ ਵੌਇਸ ਨਾਲ ਰਿਲੇਟਡ ਹੁੰਦੇ ਆ, ਲੈਣੇ ਇਹਨਾਂ ਦੀ ਕੁਇਕ ਰਿਵੀਜ਼ਨ, ਦੈਨ ਆਪਾਂ ਅੱਜ ਦੀ ਕਲਾਸ ਆ ਜਿਹੜੀ ਕਰਾਂਗੇ ਉਹ ਪਰ ਹੁਣ ਨੈਕਸਟ ਕਲਾਸ ਦੇ ਵਿੱਚ ਮਿਲਾਂਗੇ ਜੀ ਵੌਇਸ ਦੇ ਨਵੇਂ ਟੌਪਿਕਸ ਦੇ ਨਾਲ। ਦੇਖੋ ਸਭ ਤੋਂ ਪਹਿਲਾਂ ਆਪਾਂ ਪਾਰਟਸ ਆਫ ਸਪੀਚ ਦੇ ਵਿੱਚ ਤੁਹਾਨੂੰ ਦੱਸਿਆ ਕਿ ਪਾਰਟਸ ਆਫ ਸਪੀਚ ਦੇ ਵਿੱਚ ਤੁਹਾਡੇ ਨਾउन ਪ੍ਰੋਨਾउन ਐਡਜੈਕਟਿਵ ਐਡਵਰਬ ਆਰਟੀਕਲ ਪ੍ਰੈਪੋਜੀਸ਼ਨ ਕੰਜੰਕਸ਼ਨਸ ਵਰਬ ਤੇ ਇੰਟਰਜੈਕਸ਼ਨ ਆ ਜਾਂਦੇ ਆ। ਵੌਇਸ ਤੇ ਨਰੇਸ਼ਨ ਦਾ ਟੌਪਿਕ ਤੁਹਾਡਾ ਪਾਰਟਸ ਆਫ ਸਪੀਚ ਦੇ ਵਿੱਚ ਨਹੀਂ ਆਉਂਦਾ, ਬਟ ਇਹਨੂੰ ਵੀ ਆਪਾਂ ਜਿਹੜਾ ਹੈਗਾ ਇਹਦੇ ਨਾਲ ਰਿਲੇਟਡ ਕੁਐਸਚਨ ਹੈ ਜਿਹੜੇ ਤੁਹਾਡੇ ਕਾਫੀ ਪੁੱਛੇ ਜਾਂਦੇ ਆ। ਸੋ ਗ੍ਰਾਮਰ ਦੇ ਟੌਪਿਕ ਦੇ ਵਿੱਚ ਆਪਾਂ ਵੌਇਸ ਨਰੇਸ਼ਨ ਵੀ ਜਿਹੜਾ ਉਹ ਡਿਸਕਸ ਕਰਾਂਗੇ। ਸੋ ਅੱਜ ਦੀ ਜਿਹੜੀ ਕਲਾਸਿਸ ਸੀ ਤੁਹਾਡੀ ਅੱਜ ਦੀ ਫੋਰਥ ਕਲਾਸ ਵੌਇਸ ਦੀ ਕਲਾਸ, ਜਿਹਦੇ ਵਿੱਚ ਤੁਹਾਨੂੰ ਜਿਹੜਾ ਕਰਵਾਇਆ ਗਿਆ ਸਭ ਤੋਂ ਪਹਿਲਾਂ ਆਪਾਂ ਡੈਫੀਨੇਸ਼ਨ ਦੱਸੀ ਹੈ ਵੌਇਸ ਕੀ ਹੁੰਦੀ ਹੈ, ਵੌਇਸ ਇਹੋ ਜਿਹਾ ਵਰਡ ਹੁੰਦਾ ਹੈ verb ਹੁੰਦੀ ਹੈ verb ਫਾਰਮ ਹੁੰਦੀ ਹੈ ਜੋ ਕਿ ਦੱਸਦੀ ਹੈ ਕਿ ਸਬਜੈਕਟ ਦੁਆਰਾ ਕੀ ਕੀਤਾ ਜਾ ਰਿਹਾ ਜਾਂ ਫਿਰ ਸਬਜੈਕਟ ਦੇ ਨਾਲ ਹੈ ਜਿਹੜਾ ਉਹ ਕੀ ਹੋ ਰਿਹਾ। ਹਾਂਜੀ ਤਾਂ ਇਹ ਦੋ ਟਾਈਪਸ ਹੁੰਦੀਆਂ ਐਕਟਿਵ ਵੌਇਸ ਤੇ ਪੈਸਿਵ ਵੌਇਸ। ਐਕਟਿਵ ਵੌਇਸ ਦੇ ਵਿੱਚ ਡੂਅਰ ਤੁਹਾਡਾ ਸਬਜੈਕਟ ਹੁੰਦਾ ਹੈ, ਪੈਸਿਵ ਵੌਇਸ ਦੇ ਵਿੱਚ ਡੂਅਰ ਸਬਜੈਕਟ ਨਹੀਂ ਹੁੰਦਾ। ਅੱਗੇ ਤੁਹਾਡੇ ਕੋਲੇ ਜੇ ਆਪਾਂ ਦੇਖਿਆ ਸੀ ਸੈਂਟੈਂਸ ਦੀ ਸਟਰਕਚਰ ਕਿ ਕਿਸ ਤਰੀਕੇ ਨਾਲ ਤੁਹਾਡਾ ਸੈਂਟੈਂਸ ਦੀ ਸਟਰਕਚਰ ਬੇਸਿਕਲੀ ਚੱਲਦੀ ਹੈ। ਐਕਟਿਵ ਵੌਇਸ ਦੇ ਵਿੱਚ ਸਭ ਤੋਂ ਪਹਿਲਾਂ ਕਰਤਾ ਹੁੰਦਾ ਸਬਜੈਕਟ ਹੁੰਦਾ, ਦੈਨ ਉਹ ਜਿਹੜਾ ਕੰਮ ਕਰਦਾ ਉਹ ਆ ਜਾਂਦਾ verb ਆ ਜਾਂਦੀ ਤੇ ਲਾਸਟ ਤੇ ਤੁਹਾਡਾ ਕਰਮ ਆ ਜਾਂਦਾ। ਕਰਤਾ ਕਿਰਿਆ ਤੇ ਕਰਮ, ਬੇਸਿਕਲੀ ਪੰਜਾਬੀ ਦੇ ਵਿੱਚ ਤੁਹਾਡੇ ਕੋਲ ਇਸ ਤੋਂ ਆਪੋਜ਼ਿਟ ਚੱਲਦਾ ਹੈ, ਕਰਤਾ ਕਰਮ ਕਿਰਿਆ ਹੁੰਦੀ ਹੈ, ਇੱਥੇ ਤੁਹਾਡੇ ਕੋਲ ਸਬਜੈਕਟ verb ਤੇ ਆਬਜੈਕਟ ਆ ਜਿਹੜੀ ਫਾਰਮ ਚੱਲਦੀ ਹੁੰਦੀ ਹੈ। ਸਬਜੈਕਟ ਡਸ verb ਮਤਲਬ ਐਕਸ਼ਨ ਕਰਦਾ ਸਬਜੈਕਟ ਕਿਹਦੇ ਉੱਤੇ ਕਰਦਾ ਹੈ ਆਬਜੈਕਟ ਦੇ ਉੱਤੇ ਕਰਦਾ ਹੈ। ਹਾਂਜੀ ਤਾਂ ਐਗਜ਼ਾਮਪਲਸ ਤੁਹਾਨੂੰ ਦਿੱਤੀਆਂ ਗਈਆਂ ਸੀ, ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਣਗੀਆਂ ਐਕਟਿਵ ਤੇ ਪੈਸਿਵ ਵੌਇਸ ਹੈ ਜਿਹੜੀ ਕਿਸ ਤਰੀਕੇ ਨਾਲ ਬਣਦੀਆਂ ਨੇ। ਨੈਕਸਟ ਆਪਾਂ ਜਿਹੜਾ ਦੇਖਿਆ ਸੀ ਕਿ ਰੂਲਸ ਕਿਸ ਤਰੀਕੇ ਨਾਲ ਤੁਸੀਂ ਐਕਟਿਵ ਵੌਇਸ ਨੂੰ ਪੈਸਿਵ ਵੌਇਸ ਚ ਚੇਂਜ ਕਰਨਾ ਹੈ, ਕਿਵੇਂ ਪੈਸਿਵ ਵੌਇਸ ਐਕਟਿਵ ਵੌਇਸ ਦੇ ਵਿੱਚ ਚੇਂਜ ਹੋਏਗੀ। ਤਾਂ ਤੁਹਾਡਾ ਕੁਐਸਚਨ ਜਦੋਂ ਤੁਸੀਂ ਐਕਟਿਵ ਵੌਇਸ ਨੂੰ ਪੈਸਿਵ ਦੇ ਵਿੱਚ ਚੇਂਜ ਕਰਦੇ ਹੋ ਸੋ ਈਜ਼ੀ ਹੁੰਦਾ ਹੈ, ਬਟ ਪੈਸਿਵ ਟੂ ਐਕਟਿਵ ਬਣਾਉਣਾ ਕੈਸੇ ਦਾ ਥੋੜਾ ਜਿਹਾ ਟ੍ਰਿਕੀ ਹੁੰਦਾ ਹੈ। ਇਹਦੇ ਵਾਸਤੇ ਤੁਸੀਂ ਆਪਸ਼ਨਸ ਦੀ ਜਿਹੜੀ ਹੈਲਪ ਹੈ ਜ਼ਰੂਰ ਲੈਣੀ ਹੈ, ਬਟ ਜੇ ਆਪਸ਼ਨਸ ਨਹੀਂ ਦਿੱਤੀਆਂ ਜਾ ਰਹੀਆਂ ਤਾਂ ਉੱਥੇ ਤਾਂ ਤੁਹਾਡੇ ਕੋਲ ਕਹਿ ਸਕਦੇ ਹੋ ਮਜਬੂਰੀ ਵਾਲਾ ਕੰਮ ਹੋ ਜਾਂਦਾ, ਤੁਹਾਨੂੰ ਕਰਨਾ ਹੀ ਪੈਂਦਾ। ਤਾਂ ਉੱਥੇ ਤੁਸੀਂ ਰੂਲਸ ਹੈ ਜਿਹੜੇ ਉਹ ਮਾਈਂਡ ਦੇ ਵਿੱਚ ਜ਼ਰੂਰ ਰੱਖਣੇ ਹੈ। ਹਾਂਜੀ ਤਾਂ ਹੁਣ ਸਭ ਤੋਂ ਪਹਿਲੀ ਚੀਜ਼ ਨੂੰ ਦੇਖੀਏ ਆਪਾਂ, ਜਦੋਂ ਵੀ ਵੌਇਸ ਚੇਂਜ ਹੁੰਦੀ ਹੈ ਤਾਂ ਪ੍ਰਨਾਉਨ ਦੇ ਵਿੱਚ ਚੇਂਜ ਆਉਂਦੇ ਆ, ਤਾਂ ਚੇਂਜ ਕਿਵੇਂ ਹੁੰਦੇ ਆ ਸਬਜੈਕਟਿਵ ਫਾਰਮ ਆਫ ਪ੍ਰਨਾਉਨ ਚੇਂਜ ਇਨਟੂ ਆਬਜੈਕਟਿਵ ਫਾਰਮ ਆਫ ਪ੍ਰਨਾਉਨ, ਜਿਵੇਂ ਹੀ ਹਿਮ ਸ਼ੀ ਹਰ ਇਟ ਆਈ ਦਾ ਵੀ ਬਣ ਜਾਂਦਾ ਹੈ, ਵੀ ਅਸ ਬਣ ਜਾਂਦਾ ਹੈ, ਦੇ them ਬਣ ਜਾਏਗਾ ਤੇ ਯੂ ਬਣ ਜਾਏਗਾ। ਸਿਮਿਲਰਲੀ ਤੁਹਾਡੇ ਕੋਲੇ ਹਿਮ ਦਾ ਹੀ ਬਣ ਜਾਏਗਾ, ਹਰ ਦਾ ਸ਼ੀ ਬਣ ਜਾਏਗਾ, ਇਟ ਦਾ ਇਟ ਰਹੇਗਾ, ਮੀ ਨੂੰ ਆਈ ਬਣਾ ਦੋਗੇ, ਅਸ ਨੂੰ ਵੀ ਬਣਾ ਦੋਗੇ, them ਨੂੰ ਦੇ ਐਂਡ ਯੂ ਨੂੰ ਯੂ ਤੁਸੀਂ ਇਹ ਜਿਹੜਾ ਬਣਾ ਦੋਗੇ ਜਦੋਂ ਤੁਸੀਂ ਪੈਸਿਵ ਫਾਰਮ ਤੋਂ ਐਕਟਿਵ ਫਾਰਮ ਦੇ ਵਿੱਚ ਲੈ ਕੇ ਆ ਰਹੇ ਹੋ। ਸੋ ਐਵੇਂ ਜਿਹੜੇ ਤੁਹਾਡੇ ਚੇਂਜਸ ਹੁੰਦੇ ਆ। ਨੈਕਸਟ ਆਪਾਂ ਦੇਖਿਆ ਜੀ ਟੈਂਸ ਦੇ ਬੇਸਿਕਲੀ ਦੇਖਿਆ ਜਾਵੇ ਤਾਂ 12 ਟਾਈਪ ਹੁੰਦੇ ਆ, ਪ੍ਰੈਜ਼ੈਂਟ ਦੀਆਂ ਵੀ 4, ਪਾਸਟ ਦੀਆਂ ਵੀ 4, ਫਿਊਚਰ ਦੀਆਂ ਵੀ 4, ਬਟ ਜਦੋਂ ਤੁਸੀਂ ਵੌਇਸ ਚੇਂਜ ਕਰਦੇ ਹੋ ਤਾਂ ਉੱਥੇ ਸਿਰਫ 8 ਟੈਂਸ ਹੀ ਹੈ ਜਿਨ੍ਹਾਂ ਦੀ ਵੌਇਸ ਚੇਂਜ ਹੁੰਦੀ ਹੈ, 4 ਟੈਂਸ ਤੁਹਾਡੇ ਚੇਂਜ ਨਹੀਂ ਹੁੰਦੇ। ਕਿਹੜੇ 4 ਨਹੀਂ ਹੁੰਦੇ, ਫਿਊਚਰ ਕੰਟੀਨਿਊਸ ਨਹੀਂ ਹੁੰਦਾ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ, ਪਾਸਟ ਪਰਫੈਕਟ ਕੰਟੀਨਿਊਸ ਐਂਡ ਫਿਊਚਰ ਪਰਫੈਕਟ ਕੰਟੀਨਿਊਸ ਵੀ ਚੇਂਜ ਨਹੀਂ ਹੁੰਦਾ। ਰੀਜ਼ਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਇਹਨਾਂ ਦੀ ਚੇਂਜ ਆ ਜਿਹੜੀ ਵੌਇਸ ਕਿਉਂ ਨਹੀਂ ਹੁੰਦੀ, ਐਕਟਿਵ ਫਾਰਮ ਤੋਂ ਪੈਸਿਵ ਵੌਇਸ ਕਿਉਂ ਨਹੀਂ ਬਣਦੀ, ਤਾਂ ਇਹ ਜਿਹੜਾ ਤੁਹਾਨੂੰ ਪਹਿਲਾਂ ਦੱਸ ਦਿੱਤਾ ਗਿਆ ਕਲਾਸ
क्लास दे विच। अगे तुहाडे कोले जिहड़ा टाइप आपां डिस्कस कीता सब तो पहला प्रेजेंट इंडेफिनिट जे तुहाडे कोल एक्टिव वॉइस है तां तुसीं ओहनूं पैसिव वॉइस दे विच किवें कन्वर्ट करोगे ते ओहदे नाल रिलेटेड तुसीं क्वेश्चन भी अटेंड कीते। दैन तुसीं देखिआ कि पैसिव वॉइस जे सॉरी एक्टिव वॉइस जे तुहानूं पास्ट इंडेफिनिट दे विच दित्ती है तां ओहदी पैसिव वॉइस किवें बनेगी जिहदे नाल रिलेटेड आपां क्वेश्चन भी डिस्कस कीते। लास्ट आपां डिस्कस कीता सी फ्यूचर इंडेफिनिट जे तुहाडे कोल एक्टिव वॉइस फ्यूचर इंडेफिनिट दे विच है तां तुसीं ओहदी पैसिव फॉर्म है जिहड़ी ओह किवें बनाओगे तां इहदे नाल रिलेटेड भी क्वेश्चन है जिहड़े आपां डिस्कस कीते। तो आई होप तुहानूं क्लास है जिहड़ी ओह समझ आ गई होएगी जिन्ने भी टॉपिक तुहानूं करवाए गए तुहानूं वधिया लगे होणगे समझ आ गए होण बाकी जिन्नी भी रिवीजन तुसीं करोगे ओहदे नाल तुहाडा ही बेनीफिट होएगा। हुण मिलांगे आपां नैक्सट क्लास दे विच अज दी क्लास दे लई आपां इन्ना ही। हाँ जी तो थैंक यू क्लास अटेंड ਕਰਨ ਦੇ ਲਈ। ਹੁਣ ਨੈਕਸਟ ਕਲਾਸ ਦੇ ਵਿੱਚ ਮਿਲਦੇ ਹਾਂ ਵਿਦ ਨਿਊ ਆਪਣੇ ਕੋਲੇ ਰੂਲਸ ਦੇ ਨਾਲ ਵੌਇਸ ਨੂੰ ਆਪਾਂ ਅੱਗੇ ਫਾਰਵਰਡ ਕਰਾਂਗੇ। ਅਗੇਨ ਤੁਹਾਡੇ ਕੋਲੇ ਜਿਹੜੇ ਕਹ ਲਓ ਬੇਸਿਕ ਟੂ ਐਡਵਾਂਸ ਲੈਵਲ ਆਪਾਂ ਲੈ ਕੇ ਚੱਲਾਂਗੇ ਜਿਵੇਂ ਤੁਹਾਨੂੰ ਅੱਜ ਕੁਐਸਚਨ ਕਰਵਾਏ ਗਏ ਸਿਮਿਲਰਲੀ ਤੁਹਾਨੂੰ ਨੈਕਸਟ ਕਲਾਸਿਸ ਦੇ ਵਿੱਚ ਵੀ ਮਿਲਣਗੇ। ਸੋ ਆਈ ਹੋਪ ਤੁਹਾਨੂੰ ਕਲਾਸ ਵਧੀਆ ਲੱਗੀ ਹੋਣੀ ਹੈ ਤਾਂ ਕਲਾਸ ਨੂੰ ਲਾਈਕ ਜ਼ਰੂਰ ਕਰਨਾ ਹੈ ਸ਼ੇਅਰ ਜ਼ਰੂਰ ਕਰਨਾ ਹੈ ਜੋ ਵੀ ਚੈਨਲ ਦੇ ਤੇ ਨਿਊ ਸਟੂਡੈਂਟ ਨੇ ਚੈਨਲ ਨੂੰ ਸਬਸਕ੍ਰਾਈਬ ਜਾਂ ਜਿਹੜਾ ਤੁਸੀਂ ਕਰ ਲੈਣਾ। ਹਾਂਜੀ ਤਾਂ ਅੱਜ ਦੇ ਲਈ ਇੰਨਾ ਹੀ ਥੈਂਕ ਯੂ।